ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਅਸੀਂ ਸ਼ੋਅ ਦੇ ਵਿੱਚ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਉਹ ਮੁੱਦਾ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਵਾਂ ਹੈਗਾ, ਮੁੱਦਾ ਕਾਫੀ ਦਿਨਾਂ ਤੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਚੁੱਕਿਆ ਹੋਣਾ ਹੈ। ਇੰਟਰਨੈਸ਼ਨਲ ਵਿਦਿਆਰਥੀਆਂ ਦੇ ਨਾਲ ਜੁੜਿਆ ਮੁੱਦਾ ਹੈ। ਮੌਂਟਰੀਅਲ ਦੇ ਜਿਹੜੇ ਗੱਲ ਕਰੀਏ ਅਸੀਂ ਵਿਦਿਆਰਥੀਆਂ ਦੀ, ਇਸ ਵੇਲੇ ਕਿਊਬਿਕ ਦੇ 3 ਕਾਲਜਸ ਦੀ ਜਿਹੜੀ ਹੈ ਤੁਹਾਡੇ ਸਾਰਿਆਂ ਤੱਕ ਰਿਪੋਰਟ ਪਹੁੰਚ ਗਈ ਹੋਣੀ ਹੈ ਕਿ ਕਿਊਬਿਕ ਦੇ 3 ਕਾਲਜਾਂ ਨੇ ਅਜਿਹੇ ਤਰੀਕੇ ਦੇ ਨਾਲ ਆਪਣੀ ਬੈਂਕਰਪਸੀ ਨੂੰ ਸ਼ੋਅ ਕੀਤਾ, ਆਪਣਾ ਘੁਟਾਲਾ ਸ਼ੋਅ ਜਿਹੜਾ ਕਰ ਦਿੱਤਾ ਕਿ ਹਵਾਲਾ ਉਹਨਾਂ ਨੇ ਕਾਫੀ ਹੱਦ ਤੱਕ ਦਿੱਤਾ ਹੈ ਕੋਵਿਡ ਦਾ ਹਵਾਲਾ ਦੇ ਕੇ ਬਹੁਤ ਸਾਰੇ ਵਿਦਿਆਰਥੀ ਸੀਗੇ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿ ਜੁੜੇ ਹੋਏ ਸੀਗੇ, ਜਿਨ੍ਹਾਂ ਨੇ ਫੀਸਾਂ ਭਰ ਦਿੱਤੀਆਂ ਸੀ, ਜਿਹੜੇ ਅੱਗੇ ਆਪਣਾ ਫਿਊਚਰ ਪਲਾਨ ਕਰ ਰਹੇ ਸੀਗੇ। ਅਚਾਨਕ ਇਹਨਾਂ ਕਾਲਜਸ 3 ਕਾਲਜ ਹਾਈਲਾਈਟ ਹੋਏ ਨੇ ਜਿਨ੍ਹਾਂ ਨੇ ਅਚਾਨਕ ਬੈਂਕਰਪਸੀ ਦਾ ਹਵਾਲਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਸਾਰੇ ਵਿਦਿਆਰਥੀਆਂ ਦੀ ਜ਼ਿੰਦਗੀ ਜਿਹੜੀ ਆ ਉਹ ਦਾਅ ਤੇ ਲੱਗ ਚੁੱਕੀ ਹੈ, ਉਹਨਾਂ ਦਾ ਫਿਊਚਰ ਕੁਐਸਚਨ ਮਾਰਕ ਬਣ ਕੇ ਰਹਿ ਚੁੱਕਿਆ ਹੈ। ਕਿਉਂਕਿ ਇਹ ਬੈਂਕਰਪਸੀ ਸ਼ੋਅ ਕਰਨ ਦੇ ਨਾਲ ਜਿਹੜੇ ਵਿਦਿਆਰਥੀ ਤਮਾਮ ਜੁੜੇ ਹੋਏ ਸੀਗੇ, ਜਿਨ੍ਹਾਂ ਨੇ ਇਹਨਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਸੀ ਜਾਂ ਜਿਹੜੇ ਆਲਰੇਡੀ ਐਡਮਿਸ਼ਨ ਲੈ ਚੁੱਕੇ ਸੀ, ਟ੍ਰਾਂਸਕ੍ਰਿਪਟਸ ਚਾਹੀਦੀਆਂ ਸੀਗੀਆਂ, ਵਰਕ ਪਰਮਿਟ ਚਾਹੀਦੇ ਸੀਗੇ, ਉਹ ਸਾਰੇ ਦੇ ਸਾਰੇ ਖੱਜਲ ਹੋ ਰਹੇ ਨੇ ਇਸ ਵੇਲੇ। 95% ਵਿਦਿਆਰਥੀ ਕਾਫੀ ਹੱਦ ਤੱਕ ਇਹ ਮੰਨਿਆ ਜਾ ਰਿਹਾ ਵੀ ਉਹ ਇੰਡੀਆ ਤੋਂ ਹੈਗਾ, ਜਿਨ੍ਹਾਂ ਨੇ ਆਪਣੀਆਂ ਫੀਸਾਂ ਭਰੀਆਂ ਸੀ, ਐਡਮਿਸ਼ਨ ਦਾ ਅੱਗੇ ਵੇਟ ਕਰ ਰਹੇ ਸੀਗੇ, ਆਨਲਾਈਨ ਕਲਾਸਿਸ ਵੀ ਕਈਆਂ ਦੀਆਂ ਜਿਹੜੀਆਂ ਚੱਲ ਰਹੀਆਂ ਸੀਗੀਆਂ, ਤੇ ਅਚਾਨਕ ਇਸ ਕਾਲਜ ਨੇ ਜਿਹੜਾ ਆਪਣਾ ਬੈਂਕਰਪਸੀ ਨੂੰ ਸ਼ੋਅ ਕਰ ਦਿੱਤਾ, ਆਪਣਾ ਜਿਹੜਾ ਦਿਵਾਲੀਆ ਜਿਹੜਾ ਘੋਸ਼ਿਤ ਕਰ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸਾਨੂੰ ਸਾਡਾ ਜਿਹੜਾ ਫੰਡ ਹੈ ਉਹ ਵਾਪਸ ਮਿਲਣਾ ਚਾਹੀਦਾ, ਯਾਨੀ ਕਿ ਰਿਫੰਡ ਹੋ ਜਾਏ ਤਾਂ ਕਿ ਉਹ ਕਿਸੇ ਅਦਰ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕਣ ਜਾਂ ਅੱਗੇ ਆਪਣੇ ਫਿਊਚਰ ਬਾਰੇ ਸੋਚ ਸਕਣ। ਪਰ ਅਜਿਹਾ ਕੁਝ ਨਹੀਂ ਹੋਇਆ। ਇਹ ਜਿਹੜੇ ਕਾਲਜ ਨੇ ਇਹ RPI ਗਰੁੱਪ ਦੇ ਅੰਡਰ ਜਿਹੜੇ ਹੈਗੇ ਨੇ, ਜਿਸ ਗਰੁੱਪ ਦੀ ਗੱਲ ਇਸ ਵੇਲੇ ਅਸੀਂ ਕਰਨ ਜਾ ਰਹੇ ਹਾਂ, ਔਰ ਅਜਿਹੇ ਤਰੀਕੇ ਨਾਲ ਘੁਟਾਲਾ ਇਹਨਾਂ ਨੇ ਆਪਣਾ ਦਿਖਾਇਆ ਹੈ ਕਿ ਇੱਕ ਤਾਂ ਗ੍ਰਿਫਤਾਰ ਇਹਨਾਂ ਵਿੱਚੋਂ ਕਰ ਲਿਆ ਗਿਆ ਕਾਲਜ ਦਾ ਮਾਲਕ, ਔਰ ਦੂਜਾ ਜਿਹੜਾ ਉਹ ਅਜੇ ਫਰਾਰ ਹੈ। ਗੱਲਬਾਤ ਕਰਾਂਗੇ, ਸਾਡੇ ਨਾਲ ਬਹੁਤ ਸਾਰੇ ਸਟੂਡੈਂਟਸ ਇਸ ਵੇਲੇ ਜੁੜੇ ਹੋਏ ਨੇ। ਇਸ ਵੇਲੇ ਉਹਨਾਂ ਸਟੂਡੈਂਟਸ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ ਕਿ ਮੁੱਦਾ ਜਿਹੜਾ ਹੈ ਕਿ ਹੁਣ ਸਟੂਡੈਂਟਸ ਜਿਹੜੇ ਨੇ ਅੱਗੇ ਖੱਜਲ ਖੁਆਰੀ ਦੇ ਨਾਲ ਨਿਪਟ ਕਿਵੇਂ ਰਹੇ ਨੇ। ਸਾਡੇ ਨਾਲ ਵਿਦਿਆਰਥੀ ਸਾਡੇ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਿਲਕੁਲ ਸਤਿ ਸ਼੍ਰੀ ਅਕਾਲ। ਇਸ ਵੇਲੇ ਤੁਹਾਨੂੰ ਦੱਸਦਾ ਦਰਸ਼ਕੋ ਮੈਂ ਕਿ ਇਸ ਵੇਲੇ ਸਾਡਾ ਗੈਰੀ ਸੋਹਲ ਜੁੜੇ ਹੋਏ ਨੇ। ਗੈਰੀ ਸੋਹਲ ਜਿਹੜੇ ਨੇ ਇਹ ਇੰਡੀਅਨ ਸਟੂਡੈਂਟ ਦੇ ਰਿਪਰੈਜ਼ੈਂਟੇਟਿਵ ਨੇ। ਦੀਪਾਕਸ਼ੀ CCSQ ਕਾਲਜ ਤੋਂ ਜੁੜੇ ਹੋਏ ਨੇ। ਜਸਪ੍ਰੀਤ ਜਿਹੜੇ ਨੇ ਉਹ CDE ਕਾਲਜ ਤੋਂ ਨਾਲ ਜੁੜੇ ਹੋਏ ਨੇ ਤੇ ਗੁਰਵਿੰਦਰ ਜਿਹੜੇ ਨੇ ਉਹ M ਕਾਲਜ ਤੋਂ ਸਾਡੇ ਨਾਲ ਜੁੜੇ ਹੋਏ ਨੇ। ਇਹਨਾਂ ਨਾਲ ਗੱਲਬਾਤ ਸਾਰਿਆਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਗੈਰੀ ਸੋਹਲ ਤੁਹਾਡੇ ਤੋਂ ਆਉਣਾ ਚਾਹਾਂਗੇ। ਗੈਰੀ, ਤੁਸੀਂ ਰਿਪਰੈਜ਼ੈਂਟੇਟਿਵ ਇਸ ਵੇਲੇ ਜਿਹੜੇ ਨੇ ਇੰਡੀਅਨ ਸਟੂਡੈਂਟਸ ਉਹਨਾਂ ਦੀ ਅਗਵਾਈ ਕਰ ਰਹੇ ਹੋ। ਇਸ ਵੇਲੇ ਜਿਹੜਾ ਇਹ ਮੁੱਦਾ ਨੋ ਡਾਊਟ ਇਹ ਪਹਿਲਾ ਦਿਨ ਨਹੀਂ ਅੱਜ ਇਸ ਮੁੱਦੇ ਦੇ ਉੱਤੇ ਗੱਲ ਕਰਨ ਦਾ, ਕਾਫੀ ਦਿਨਾਂ ਤੋਂ ਇਹ ਮੁੱਦਾ ਚੱਲ ਰਿਹਾ ਹੈ। ਕਿੰਨਾ ਵਿਦਿਆਰਥੀ ਇਸ ਵੇਲੇ ਖੱਜਲ ਹੋ ਰਿਹਾ ਹੈ ਗੈਰੀ, ਤੇ ਇਸ ਵੇਲੇ ਕੀ ਅਪਡੇਟ ਚੱਲ ਰਿਹਾ ਹੈ, ਕੀ ਕੁਛ ਇਸ ਵੇਲੇ ਤੁਸੀਂ ਕਰ ਰਹੇ ਹੋ? ਤੁਹਾਡੇ ਤੱਕ ਵੀ ਸਾਰੇ ਸਟੂਡੈਂਟ ਜਿਹੜੇ ਨੇ ਉਹ ਪਹੁੰਚ ਰਹੇ ਹੋਣਗੇ, ਤੁਸੀਂ ਉਹਨਾਂ ਦੀ ਅਗਵਾਈ ਵੀ ਕਰ ਰਹੇ ਹੋ। ਕੀ ਲੱਗਦਾ ਹੈ, ਕੋਈ ਸੋਲਵ ਹੁੰਦਾ ਕੁਛ ਕਿਸੇ ਪਾਸੇ ਲੱਗ ਰਿਹਾ, ਮੁੱਦਾ ਦਿਖਾਈ ਦੇ ਰਿਹਾ? ਸਤਿ ਸ਼੍ਰੀ ਅਕਾਲ ਮੈਮ। ਫਸਟ ਆਫ ਆਲ ਮੈਂ ਤੁਹਾਨੂੰ ਧੰਨਵਾਦ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਚੈਨਲ 'ਤੇ ਸਾਨੂੰ ਲੈ ਕੇ ਆਏ ਤਾਂ ਜੋ ਅਸੀਂ ਆਪਣੀ ਗੱਲ ਸਾਰਿਆਂ ਤੱਕ ਰੱਖ ਸਕੀਏ। ਸੋ ਬੇਸਿਕਲੀ ਓਵਰਆਲ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਹੋਇਆ ਪਿਛਲੇ ਦਿਨਾਂ 'ਚ 3 ਕਾਲਜਸ ਨੂੰ ਲੈ ਕੇ। ਲਾਈਕ ਆਪਣਾ ਪਹਿਲਾਂ ਤਾਂ ਇਹ 1.5 ਸਾਲ ਤੱਕ ਇਹਨਾਂ ਨੇ ਕੋਈ ਡਿਸੀਜ਼ਨ ਨਹੀਂ ਦਿੱਤਾ। 1.5 ਸਾਲ ਬਾਅਦ ਜਦੋਂ ਰੈਗੂਲਰ ਈਮੇਲਸ ਕੀਤੀਆਂ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਜਾਂ IRCC ਨੂੰ, ਤਾਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਕੀਤਾ। ਫਿਰ ਹਾਰ ਕੇ ਉਹਨਾਂ ਨੇ ਫਿਰ ਫਾਈਨਲੀ ਰਿਫਿਊਜ਼ਲਸ ਦੇਣੀਆਂ ਸ਼ੁਰੂ ਕਰ ਦਿੱਤੀਆਂ। ਈਵਨ ਕਿ ਡਿਊਰਿੰਗ ਕੋਵਿਡ ਇਹਨਾਂ ਨੇ ਇੱਕ ਪ੍ਰੋਵੀਜ਼ਨ ਰੱਖਿਆ ਸੀਗਾ ਕਿ ਤੁਸੀਂ ਅਸੀਂ ਹਾਲੇ ਫਿਲਹਾਲ ਵੀਜ਼ਾ ਪ੍ਰੋਸੈਸ ਨਹੀਂ ਕਰ ਸਕਦੇ, ਬਟ ਤੁਸੀਂ ਆਪਣੀ ਫਾਈਲ ਲੌਂਚ ਕਰੋ, ਜਿਹਨੂੰ ਅਸੀਂ ਅਸੈਸ ਕਰਾਂਗੇ। ਅਸੈਸ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਇੱਕ AIP ਅਪਰੂਵਲ ਦੇਵਾਂਗੇ, ਜਿਹਦੇ ਬੇਸ 'ਤੇ ਤੁਸੀਂ ਆਨਲਾਈਨ ਸਟੱਡੀ ਸਟਾਰਟ ਕਰ ਸਕਦੇ ਹਾਂ। ਉਹ AIP ਅਪਰੂਵਲ ਇਟ ਮੀਨਸ ਕਿ ਤੁਹਾਡਾ ਮੋਸਟਲੀ ਵੀਜ਼ਾ ਡਨ ਆ, ਬਟ ਜੋ ਸਟਿੱਕਰ ਹੋ ਕੇ ਆਊਗਾ ਉਹ ਜਦੋਂ ਕੋਵਿਡ ਰਿਸਟ੍ਰਿਕਸ਼ਨਸ ਖਤਮ ਹੋ ਗਈਆਂ ਉਦੋਂ ਉਹ ਤੁਹਾਨੂੰ ਮਿਲੇਗਾ ਔਰ ਤੁਸੀਂ ਟਰੈਵਲ ਕਰ ਸਕਦੇ ਹੋ। ਅਤੇ AIP ਅਪਰੂਵਲਸ ਆਈਆਂ 90% ਸਟੂਡੈਂਟਸ ਦੀਆਂ ਆਈਆਂ, ਬਿਕੋਜ਼ ਐਲੀਜੀਬਲ ਸੀਗੇ। ਉਹਨਾਂ ਨੂੰ ਮਤਲਬ ਉਹਨਾਂ ਦੇ ਬੈਂਡਸ ਵੀ ਪੂਰੇ ਸੀਗੇ, ਉਹਨਾਂ ਦੇ ਐਕੈਡੈਮਿਕਸ ਵੀ ਮਤਲਬ ਕ੍ਰਾਈਟੀਰੀਆ ਪੂਰਾ ਮੈਚ ਕਰ ਰਿਹਾ ਸੀਗਾ। ਬਟ ਜਦੋਂ 1.5 ਸਾਲ ਹੋਣ ਤੋਂ ਬਾਅਦ ਜਦੋਂ ਸਾਰੇ ਸਟੂਡੈਂਟ ਵੇਟ ਕਰ ਰਹੇ ਸੀਗੇ ਕਿ ਸਾਡਾ ਵੀਜ਼ਾ ਆਏਗਾ ਔਰ ਅਸੀਂ ਟਰੈਵਲ ਕਰਕੇ ਕੈਨੇਡਾ ਆਪਣੀ ਸਟੱਡੀ ਪਰਸੂ ਕਰਾਂਗੇ, ਤਾਂ ਉਹਨਾਂ ਨੂੰ ਰਿਫਿਊਜ਼ਲਸ ਮਿਲਣੀਆਂ ਸਟਾਰਟ ਹੋ ਗਈਆਂ। ਸੋ ਸੇਮ ਉਦੋਂ ਤੱਕ ਸਾਨੂੰ ਇਹ ਤਾਂ ਆਈਡੀਆ ਹੋ ਗਿਆ ਸੀਗਾ ਕਿ ਸਮਥਿੰਗ ਇਜ਼ ਗੋਇੰਗ ਰੋਂਗ ਓਵਰ ਦੇਅਰ, ਕਿ ਜਿਹੜਾ ਇਹਨਾਂ ਨੇ ਇੰਨਾ ਟਾਈਮ ਲਿਆ ਆ। ਔਰ ਜਿਹੜਾ ਸਾਨੂੰ ਪਿੱਛੇ ਜੇ ਸੁਣਨ ਆ ਗਿਆ ਸੀ ਕਿ CAQ ਵੀ ਰੋਕ ਦਿੱਤੀਆਂ ਉਹਨਾਂ ਨੇ, ਨਵੀਆਂ ਉਹ ਸਸਪੈਂਡ ਕਰਤੀਆਂ, ਉਹਨੂੰ ਦਿੰਦੇ ਨਹੀਂ ਪਏ। ਤਾਂ ਫਿਰ ਫਾਈਨਲੀ ਅਸੀਂ ਫਿਰ ਰਿਫੰਡ ਲਈ ਅਪਲਾਈ ਕੀਤਾ। ਤਾਂ ਸਿੰਸ ਜੂਨ 2021 ਸਾਰੇ ਸਟੂਡੈਂਟਸ ਆਪਣੇ ਰਿਫੰਡ ਦੀ ਵੇਟ ਕਰਦੇ ਪਏ ਨੇ। ਟਿਲ ਨਾਓ ਹਾਲੇ ਤੱਕ ਕਿਸੇ ਨੂੰ ਕੋਈ ਰਿਫੰਡ ਮਿਲਿਆ ਨਹੀਂ। ਸੋ ਕ੍ਰਿਸਮਸ ਤੋਂ ਪਹਿਲਾਂ ਜਦੋਂ ਅਸੀਂ ਕਾਲਜ ਦੇ ਐਡਮਿਨਿਸਟ੍ਰੇਸ਼ਨ ਨੂੰ ਈਮੇਲ ਕਰ ਰਹੇ ਸੀਗੇ ਰਿਫੰਡ ਵਾਸਤੇ, ਤਾਂ ਉਹਨਾਂ ਨੇ ਕਿਹਾ ਸੀ ਵਿੰਟਰਸ ਬ੍ਰੇਕ ਆਰ ਗੋਇੰਗ ਔਨ, ਸੋ ਵੀ ਵਿਲ ਕਮ ਬੈਕ ਟੂ ਯੂ ਬਾਏ 10th of January।
ਹਾਂਜੀ। ਸੋ ਜਦੋਂ 10 ਜਨਵਰੀ ਆਈ ਤਾਂ ਮੌਂਟਰੀਅਲ ਦੇ ਸਾਡੇ ਜਿਹੜੇ ਸਟੂਡੈਂਟਸ ਨੇ, ਭੈਣ ਭਰਾ ਉੱਥੇ ਗਏ ਤਾਂ ਉੱਥੇ ਦੇਖਿਆ ਕਿ ਲੋਕ ਲੱਗਾ ਹੋਇਆ ਸੀ, ਨਾ ਤਾਂ ਉੱਥੇ ਕੋਈ ਰਿਸੈਪਸ਼ਨ ਤੇ ਸੀ, ਨਾ ਕੋਈ ਐਡਮਿਨ 'ਚ ਸੀਗਾ। ਹੂੰ। ਸੋ ਮੌਂਟਰੀਅਲ ਦੇ ਸਟੂਡੈਂਟਸ ਨੂੰ ਤਾਂ ਪਹਿਲਾਂ ਹੀ ਓਵਰਆਲ ਜੋ ਪਿਕਚਰ ਸੀ ਪਤਾ ਚੱਲ ਗਈ ਸੀਗੀ। ਹੂੰ। ਸੋ 11th 12th ਨੂੰ ਸਾਨੂੰ ਕਲੀਅਰ ਹੋ ਗਿਆ ਕਿ ਜਦੋਂ ਇਹਨਾਂ ਵੀ ਕਾਲਜ ਨੇ ਆਪਣੇ ਬੈਂਕਰਪਸੀ ਸ਼ੋਅ ਕਰ ਦਿੱਤੀ ਹੈ, ਹੂੰ। ਔਰ ਜਿਹੜਾ ਆਪਣਾ ਇਹ ਕੇਸ ਹੁਣ ਉੱਥੋਂ ਦੀ ਇੱਕ ਲਾਅ ਫਰਮ ਜਿਹੜੀ ਹੈਗੀ ਰਿਚਰ ਕਰਕੇ ਉਹਨਾਂ ਕੋਲ ਆ, ਜਿਹੜੇ ਇਸ ਪੂਰੇ ਮਸਲੇ ਨੂੰ ਦੇਖਦੇ ਪਏ ਆ। ਹੂੰ। ਸੋ 17 ਜਨਵਰੀ ਨੂੰ ਪਹਿਲੀ ਕੋਰਟ ਹੀਅਰਿੰਗ ਸੀਗੀ, ਜਿਹਦੇ ਵਿੱਚ ਲਾਈਕ ਰਿਚਰ ਵੱਲੋਂ ਵੀ ਸੀਗੇ ਔਰ ਅਸੀਂ ਸਟੂਡੈਂਟਸ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ। ਔਰ ਜਿਹਦੀ ਰਿਪੋਰਟ ਇਹ ਆਈ ਕਿ ਰਿਚਰ ਜਿਹੜੀ ਲਾਅ ਫਰਮ ਹੈਗੀ ਆ, ਦੇ ਆਰ ਡੂਇੰਗ ਕਿ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਅਸੀਂ ਲਾਈਕ ਬਾਇਰਸ ਲੱਭ ਰਹੇ ਹਾਂ ਕਿ ਜਿਹੜੇ ਕਾਲਜ ਨੂੰ ਖਰੀਦ ਲੈਣ ਜਾਂ ਇਹਨਾਂ ਦੀ ਪ੍ਰੋਪਰਟੀ ਨੂੰ ਖਰੀਦ ਲੈਣ, ਔਰ ਜੋ ਉਹਨਾਂ ਦੇ ਬਾਅਦ ਜੋ ਫੰਡ ਇਸ਼ੂ ਹੋਏਗਾ ਜਾਂ ਫੰਡ ਮਿਲਣਗੇ ਉਹਨਾਂ ਦੇ ਬੇਸ ਤੇ ਅਸੀਂ ਰਿਫੰਡ ਕਰਾਂਗੇ ਐਜ਼ ਪਰ ਕੰਪਰੋਮਾਈਜ਼। ਐਜ਼ ਪਰ ਕੰਪਰੋਮਾਈਜ਼ ਉਹਨਾਂ ਨੇ ਐਡ ਕਰਤਾ ਕਿ ਅਸੀਂ ਆਪਣੀ ਮਰਜ਼ੀ ਨਾਲ ਦੇਵਾਂਗੇ, ਚਾਹੇ ਡਿਡਕਟ ਕਰਕੇ ਦਈਏ, ਤੁਹਾਨੂੰ 40% ਦਈਏ, 20% ਦਈਏ ਜਾਂ 50% ਦਈਏ। ਸੋ ਉਸ ਤੋਂ ਬਾਅਦ ਫਿਰ ਹੁਣ ਨੈਕਸਟ ਜਿਹੜੀ ਕੋਰਟ ਨੇ ਹੀਅਰਿੰਗ ਦਿੱਤੀ ਹੈ 28 ਫੈਬ ਨੂੰ ਦਿੱਤੀ ਹੈ, ਜਿਹ 'ਚ ਉਹ ਕਹਿ ਰਹੇ ਕਿ ਅਸੀਂ ਮੋਸਟਲੀ 100% ਇਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ। ਬਟ ਹੁਣ ਜਿਹੜੇ ਇੰਡੀਆ ਬੈਠੇ ਸਟੂਡੈਂਟਸ ਨੇ ਜਾਂ ਮੌਂਟਰੀਅਲ ਬੈਠੇ ਸਟੂਡੈਂਟਸ ਨੇ, ਉਹ ਇਸ ਟਾਈਮ ਪੈਨਿਕ ਨੇ, ਬਿਕੋਜ਼ ਸਾਰਿਆਂ ਨੂੰ ਪਤਾ ਹੈ ਕਿ ਸਟੂਡੈਂਟਸ ਨੂੰ ਉਹ ਸਾਈਡ ਤੇ ਰੱਖ ਰਹੇ ਨੇ। ਅਗਰ ਉਹ ਪ੍ਰੋਪਰਟੀ ਸੇਲ ਵੀ ਕਰਦੇ ਨੇ ਤਾਂ ਜਿਹੜਾ ਆਲਰੇਡੀ ਹੋਰ ਵੀ ਉਹਨਾਂ ਦੇ ਆਪਣੇ ਕ੍ਰੈਡੀਟਰਸ ਹੈਗੇ ਨੇ, ਜਿਨ੍ਹਾਂ ਤੋਂ ਉਹਨਾਂ ਨੇ ਲੋਨ ਲਏ ਨਾ ਕੁਛ ਨੇ, ਉਹਨਾਂ ਨੂੰ ਪਹਿਲਾਂ ਪਹਿਲ ਦੇਣਗੇ, ਚਾਹੇ ਉਹ ਬੈਂਕ ਹੈ ਜਾਂ ਕੋਈ ਹੋਰ ਹੈ। ਸੋ ਸਟੂਡੈਂਟ ਸਭ ਤੋਂ ਲਾਸਟ 'ਚ ਆਉਣਗੇ। ਤੋਂ ਅੱਜ ਇੱਕ ਸਾਨੂੰ ਇੱਕ ਡਾਕੂਮੈਂਟ ਵੀ ਮਿਲਿਆ, ਉਹਦੇ 'ਚ ਜਿਹੜਾ ਸਟੂਡੈਂਟਸ ਦਾ ਕਲੇਮ ਹੈਗਾ ਉਹਨੂੰ ਅਨਸਿਕਿਉਰਡ ਕ੍ਰੈਡੀਟਰ 'ਚ ਰੱਖਿਆ ਗਿਆ, ਮਤਲਬ ਸਟੂਡੈਂਟਸ ਨੂੰ ਇੱਕ ਸਾਈਡ ਤੇ ਰੱਖਿਆ ਗਿਆ। ਸਟੂਡੈਂਟਸ ਉਹਨਾਂ ਲਈ ਇੰਪੋਰਟੈਂਸ ਨਹੀਂ ਹੈਗਾ ਇਸ ਟਾਈਮ। ਸੋ ਉਸ ਤੋਂ ਬਾਅਦ ਅਸੀਂ ਰੀਸੈਂਟਲੀ ਲਾਸਟ ਵੀਕ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਇੱਕ ਮੀਟਿੰਗ ਕੀਤੀ ਸੀ ਚੰਡੀਗੜ੍ਹ ਵਿੱਚ, ਜਿਹ 'ਚ ਡਿਸਾਈਡ ਕੀਤਾ ਗਿਆ ਸੀਗਾ ਕਿ 2 ਫੈਬ ਨੂੰ ਅਸੀਂ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਾਂਗੇ ਔਰ ਉੱਥੇ ਅਸੀਂ ਡਿਸਾਈਡ ਕਰਾਂਗੇ ਕਿ ਨੈਕਸਟ ਅਸੀਂ ਪ੍ਰੋਟੈਸਟ ਕਰਨਾ ਹੈ ਜਾਂ ਕੀ ਕਰਨਾ ਹੈ, ਤਾਂ ਜੋ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਉਹ ਸਾਡੀ ਗੱਲ ਨੂੰ ਸੁਣੇ ਔਰ ਉਹ ਕੈਨੇਡੀਅਨ ਮਿਨਿਸਟਰੀ ਨਾਲ ਗੱਲ ਕਰੇ। ਬਿਕੋਜ਼ ਹੁਣ ਇਹ ਇੱਦਾਂ ਤਾਂ ਹੈ ਨਹੀਂ ਮੁੱਦਾ ਕਿ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਹੈ, ਅਸੀਂ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਨਹੀਂ ਲੜ ਰਹੇ। ਸਾਡਾ ਲੜਾਈ ਹੈਗੀ ਕੈਨੇਡੀਅਨ ਗਵਰਨਮੈਂਟ ਨਾਲ, ਔਰ ਕੈਨੇਡੀਅਨ ਗਵਰਨਮੈਂਟ ਨਾਲ ਸਾਡੀ ਮਿਨਿਸਟਰੀ ਹੀ ਫਾਈਟ ਕਰ ਸਕਦੀ ਹੈ ਔਰ ਅਸੀਂ ਨਹੀਂ ਕਰ ਸਕਦੇ। ਸੋ ਅਸੀਂ ਆਪਣੀ ਆਵਾਜ਼ ਚੱਕ ਰਹੇ ਹਾਂ ਮੀਡੀਆ ਦੇ ਥਰੂ, ਲਾਈਕ ਜਾਂ ਸੋਸ਼ਲ ਮੀਡੀਆ ਦੇ ਥਰੂ, ਟਵਿੱਟਰ ਦੇ ਥਰੂ, ਕਿ ਸਾਡੀ ਗੱਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੱਕ ਜਾਵੇ, ਉਹ ਜਿਹੜੇ ਵਿੱਚ ਇਨਵੋਲਵ ਹੋਵੇ ਔਰ ਉਸ ਤੋਂ ਬਾਅਦ ਸਾਡੀ ਗੱਲ ਅੱਗੇ ਤੁਰੇ। ਔਰ ਉਹਦੇ ਵਿੱਚ ਇੱਕ ਲੇਟੈਸਟ ਅਪਡੇਟ ਅੱਜ ਹੋਈ ਹੈ ਕਿ ਅੱਜ ਸਾਡੀ ਮੀਟਿੰਗ 1 ਘੰਟਾ ਹੋਈ ਆ। ਇੱਕ ਮਿੰਟ ਮੈਂ ਉਹਨਾਂ ਦਾ ਤੁਹਾਨੂੰ ਨਾਮ ਦੱਸੂ, ਇੱਕ ਮਿੰਟ ਹੋਲਡ ਕਰਿਓ। ਹਾਂਜੀ ਹਾਂਜੀ। ਹਾਂ, ਉਹ ਪੰਜਾਬ ਗਵਰਨਮੈਂਟ ਦੇ ਆਫੀਸ਼ੀਅਲਸ ਹੈਗੇ ਨੇ, ਡਾਕਟਰ ਸੰਦੀਪ ਸਿੰਘ ਕੌੜਾ, ਐਡਵਾਈਜ਼ਰ ਟੂ ਗਵਰਨਮੈਂਟ ਆਫ ਪੰਜਾਬ, ਸਕਿੱਲ ਡਿਵੈਲਪਮੈਂਟ ਐਂਡ ਟੈਕਨੀਕਲ ਐਜੂਕੇਸ਼ਨ। ਉਹਨਾਂ ਨਾਲ ਸਾਡੀ 1 ਘੰਟਾ ਮੀਟਿੰਗ ਹੋਈ ਹੈ। ਅਸੀਂ ਸਟੂਡੈਂਟ ਸੀਗੇ, ਮੌਂਟਰੀਅਲ ਤੋਂ ਵੀ ਸਟੂਡੈਂਟ ਸੀਗੇ, ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਹੁਣ ਅਸੀਂ ਆਉਣ ਵਾਲੇ 1-2 ਦਿਨਾਂ 'ਚ IRCC ਔਰ ਕੈਨੇਡੀਅਨ ਜਿਹੜੇ ਐਜੂਕੇਸ਼ਨ ਦੇ ਆਫੀਸ਼ੀਅਲਸ ਹੈਗੇ ਉਹਨਾਂ ਨਾਲ ਬੈਠ ਕੇ ਇਸ ਮੁੱਦੇ ਤੇ ਬੈਠਾਂਗੇ। ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਇਸ ਦਾ ਸੋਲੂਸ਼ਨ ਜ਼ਰੂਰ ਲੱਭਾਂਗੇ। ਔਰ ਮਤਲਬ ਕਿ ਜਿਹੜੇ ਵੀ ਸਾਡੇ ਸਟੂਡੈਂਟ ਇੰਡੀਆ ਬੈਠੇ ਨੇ ਔਰ ਮੌਂਟਰੀਅਲ ਬੈਠੇ ਨੇ, ਜਿਹੜੇ ਸਫਰ ਕਰ ਰਹੇ ਹਨ, ਉਹਨਾਂ ਨੂੰ ਇੱਕ ਪ੍ਰੋਟੈਕਸ਼ਨ ਦਾ ਭਰੋਸਾ ਦਿਵਾਇਆ ਜਾਵੇ ਕਿ ਨਹੀਂ, ਤੁਹਾਡਾ ਫਿਊਚਰ ਔਰ ਮਨੀ ਦੋਨੋਂ ਇੱਥੇ ਸੇਫ ਹੈਗੇ ਨੇ। ਸੋ ਫਿਲਹਾਲ ਦੀ ਕੜੀ ਇਹ ਲੇਟੈਸਟ ਅਪਡੇਟ ਹੈਗੀ ਹੈ। ਓਕੇ, ਬਿਲਕੁਲ। ਗੁਰਵਿੰਦਰ, ਤੁਹਾਡੇ ਨਾਲ ਜਦੋਂ ਕੰਟੈਕਟ ਕੀਤਾ ਗਿਆ ਸੀਗਾ, ਸੋ ਤੁਸੀਂ ਸਾਰੀ ਇਸ ਗੱਲ ਨੂੰ ਬਿਆਨ ਕੀਤਾ ਸੀਗਾ। ਗੁਰਵਿੰਦਰ, ਤੁਸੀਂ ਐਮ ਕਾਲਜ ਤੇ ਹੋ, ਰਾਈਟ? ਐਮ ਕਾਲਜ ਦੇ ਵਿੱਚ ਜਦੋਂ ਤੁਸੀਂ ਐਡਮਿਸ਼ਨ ਲਿੱਤੀ ਸੀ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਉੱਥੇ ਐਡਮਿਸ਼ਨ ਲਿੱਤਿਆਂ ਨੂੰ? ਤੇ ਟਿਲ ਦੈਨ ਜਦੋਂ ਐਡਮਿਸ਼ਨ ਲਿੱਤੀ ਸੀ, ਉਦੋਂ ਦੇ ਹਾਲਾਤ ਜਿਹੜੇ ਨੇ, ਕੀ ਤੁਹਾਨੂੰ ਬਿਲਕੁਲ ਵੀ ਉਹਦੇ ਬਾਰੇ ਪਤਾ ਨਹੀਂ ਸੀਗਾ? ਹਾਂਜੀ ਮੈਮ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਦੋਂ ਅਸੀਂ ਐਮ ਕਾਲਜ ਦੇ ਵਿੱਚ ਮੰਨ ਲਓ ਅਸੀਂ ਮਈ 2020 ਸਾਡਾ ਇਨਟੇਕ ਸੀਗਾ, ਮਈ ਐਮ ਕਾਲਜ ਦਾ ਪ੍ਰੋਜੈਕਟ ਮੈਨੇਜਮੈਂਟ ਦਾ ਮੈਂ ਸਟੂਡੈਂਟ ਹਾਂ, ਹੈ ਨਾ। ਤੇ ਇਸ ਮਤਲਬ ਕਿ ਅਸੀਂ ਫੈਬ ਦੇ ਐਂਡ ਦੇ ਵਿੱਚ ਅਸੀਂ ਫੀਸ ਭਰੀ ਆ, ਹੈ ਨਾ। ਤੇ ਉਸ ਤੋਂ ਬਾਅਦ ਚਲੋ ਕੋਵਿਡ ਆ ਗਿਆ, ਹੈ ਨਾ। ਤੇ ਕੋਵਿਡ ਆਉਣ ਦੇ ਕਰਕੇ 6-7 ਮਹੀਨੇ ਸਾਡੇ ਲੰਘ ਗਏ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੁਬਾਰੇ ਜਿਹੜਾ CAQ ਸਾਡੇ ਆਏ ਆ ਸਾਰੇ ਬੱਚਿਆਂ ਦੇ, ਹੈ ਨਾ, ਤੇ ਉਹ CAQ ਆਏ ਆ, CAQ ਆਲਮੋਸਟ ਆ ਗਏ ਸੀਗੇ ਸਾਰੇ ਬੱਚਿਆਂ ਦੇ। ਉਸ ਤੋਂ ਬਾਅਦ AIPI ਜਿਹੜੇ ਅਪਰੂਵਲ ਐਂਡ ਪ੍ਰਿੰਸੀਪਲ ਇਹਨਾਂ ਨੇ ਵੰਡੇ ਆ ਨਾ, ਪਹਿਲਾਂ ਬਾਈ ਨੇ ਗੈਰੀ ਬਾਈ ਨੇ ਉਹ ਸਾਰਾ ਕੁਝ ਕਲੀਅਰ ਹੀ ਕਰਤਾ ਵੀ ਇਹ AIP ਇੱਕ ਤਰੀਕੇ ਨਾਲ ਏਜੰਟਾਂ ਨੇ ਬੱਚਿਆਂ ਨੂੰ ਇਹ ਕਿਹਾ ਵੀ ਇਹ 97% ਵੀਜ਼ਾ, ਤੁਹਾਡਾ ਵੀਜ਼ਾ ਤਾਂ ਹੀ ਰਿਜੈਕਟ ਹੋਊਗਾ ਜੇ ਤੁਹਾਡੇ ਕਿਸੇ ਮੈਡੀਕਲ ਦੇ ਵਿੱਚ ਦਿੱਕਤ ਹੈ, ਕੋਈ ਤੁਸੀਂ ਨੇ ਫਰਾਡ ਡਾਕੂਮੈਂਟਸ ਲਾਏ ਆ, ਜਾਂ ਤੁਹਾਡੇ ਕੋਈ ਬਾਇਓਮੈਟ੍ਰਿਕਸ ਦੇ ਵਿੱਚ ਦਿੱਕਤ ਹੈ। ਤੁਹਾਡੇ ਜਿਹੜੇ ਸਾਰੇ ਡਾਕੂਮੈਂਟਸ ਆ ਜਾਂ IELTS ਸਕੋਰ ਆ ਜਾਂ ਤੁਹਾਡੀ ਅਕੈਡਮਿਕ ਆ, ਸਾਰਾ ਕੁਝ ਚੈੱਕ ਕਰਕੇ ਫਿਰ ਤੁਹਾਨੂੰ AIP ਦਿੱਤੀ ਗਈ ਆ। AIP ਦਾ ਮੀਨਸ ਇਹ ਸੀਗਾ ਵੀ ਇਹ ਕਾਲਜਾਂ ਨੇ ਇਧਰੋਂ ਏਜੰਟਾਂ ਨੂੰ ਕਿਹਾ ਤੇ ਏਜੰਟਾਂ ਨੇ ਅੱਗੇ ਬੱਚਿਆਂ ਦੇ ਉੱਤੇ ਪ੍ਰੈਸ਼ਰ ਪਾਇਆ, ਤੁਸੀਂ ਆਨਲਾਈਨ ਕਲਾਸਿਸ ਜਿਹੜੀਆਂ ਨੇ ਉਹ ਜੁਆਇਨ ਕਰੋ। ਸਾਡੇ ਕਾਲਜ ਨੇ ਬਹੁਤ ਸਾਡੇ ਤੇ ਨਾ ਉਹ ਕੀਤਾ ਵੀ ਅਸੀਂ ਤੁਹਾਨੂੰ ਲੈਪਟਾਪ ਦੇਵਾਂਗੇ, ਜਾਂ ਮੰਨ ਕੇ ਚਲੋ ਇੱਕ ਤਰੀਕੇ ਨਾਲ ਜਾਲ ਵਿਛਾਇਆ, ਬੱਚਿਆਂ ਨੂੰ ਆਨਲਾਈਨ ਕਲਾਸਾਂ ਲਵਾਈਆਂ ਇੰਡੀਆ ਤੋਂ ਬੈਠੇ ਬੈਠਿਆਂ ਨੂੰ। ਤੇ ਉਸ ਤੋਂ ਬਾਅਦ ਕੀ ਹੋਇਆ, ਦਸੰਬਰ ਦੇ ਵਿੱਚ ਇਹਨਾਂ ਦਾ
ਆਲਮੋਸਟ ਜਿਹੜੇ ਸੀਗੇ CAQ ਰਿਜੈਕਸ਼ਨ ਮਤਲਬ ਕਿ ਉਹ ਪੈ ਗਏ ਸੀਗੇ ਆਪਣੇ ਇੱਕ ਤਰੀਕੇ ਨਾਲ ਤੁਸੀਂ ਲਾ ਲਓ ਸਸਪੈਂਡ ਕਰਤੇ ਸੀਗੇ ਗਵਰਨਮੈਂਟ ਨੇ। ਉਹਦਾ ਸਾਨੂੰ ਨਾ ਤਾਂ ਕੋਈ IRCC ਦੀ ਮਿਨਿਸਟਰੀ ਨੇ, ਨਾ ਸਾਨੂੰ ਕਿਸੇ ਕਾਲਜ ਨੇ, ਕਿਸੇ ਨੇ ਵੀ ਸਾਨੂੰ ਉਹਦੇ ਬਾਰੇ ਨਹੀਂ ਦੱਸਿਆ, ਨਾ ਕੋਈ ਸਾਨੂੰ ਉਹਦੇ ਬਾਰੇ ਮੇਲ ਆਈ ਆ। ਤੇ ਬੱਚੇ ਮੰਨ ਕੇ ਚੱਲੋ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਅਲੱਗ-ਅਲੱਗ ਕਾਲਜਸ ਤੋਂ ਅੱਗੇ ਦੀ ਅੱਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਆ। ਸਾਨੂੰ ਹਲੇ ਵੀ M ਕਾਲਜ ਨੇ, ਮੈਨੂੰ ਪਰਸਨਲੀ M ਕਾਲਜ ਵੱਲੋਂ ਇੱਕ ਵੀ ਮੇਲ ਨਹੀਂ ਆਈ ਹੈਗੀ ਵੀ ਤੁਹਾਡਾ ਕਾਲਜ ਲੱਗੂਗਾ ਜਾਂ ਨਾ ਲੱਗੂਗਾ ਜਾਂ ਕੀ ਤੁਹਾਡਾ ਮੁੱਦਾ ਹੋ ਗਿਆ ਜਾਂ ਅਸੀਂ ਬੈਂਕਰਪਟ ਹੋ ਗਿਆ, ਕੋਈ ਮੇਲ ਨਹੀਂ ਆਈ। CCSQ ਤੇ ਜਿਹੜਾ CDE ਕਾਲਜ ਆ ਉਹਨਾਂ ਨੂੰ ਮੇਲਸ ਆਈਆਂ ਨਹੀਂ ਆ, ਸਾਨੂੰ ਪਰਸਨਲੀ ਮੈਨੂੰ ਕੋਈ ਮੇਲ ਨਹੀਂ ਆਈ ਹੈਗੀ M ਕਾਲਜ ਦੇ ਬੱਚਿਆਂ ਨੂੰ। 10 ਨੂੰ ਅਸੀਂ ਗਏ ਆ ਉੱਥੇ ਤੇ ਬੰਦ ਪਿਆ ਨਾ, ਤਾਲਾ ਲੱਗਿਆ ਹੋਇਆ ਉਹਨੂੰ ਕਾਲਜ ਨੂੰ। 29 ਨਵੰਬਰ ਨੂੰ ਇਹਨਾਂ ਨੇ ਓਮਿਕਰੋਨ ਦਾ ਬਹਾਨਾ ਬਣਾ ਕੇ 27 ਨਵੰਬਰ ਨੂੰ ਖੈਰ ਕਿਊਬਿਕ ਦੇ ਵਿੱਚ ਆਇਆ ਕੁਝ ਕੁ ਕੇਸ, ਤੇ ਇਹਨਾਂ ਨੇ 29 ਨਵੰਬਰ ਨੂੰ ਹੀ ਸਾਨੂੰ ਛੁੱਟੀਆਂ ਕਰਤੀਆਂ, ਵਿੰਟਰ ਬ੍ਰੇਕਸ ਕਹਿੰਦੇ ਆ ਜਿਨ੍ਹਾਂ ਨੂੰ। ਤੇ ਉਹ 29 ਨਵੰਬਰ ਤੋਂ ਇਹਨਾਂ ਨੇ ਕਹਿਤਾ ਵੀ ਅਸੀਂ 10 ਨੂੰ ਖੋਲਾਂਗੇ ਸੱਦੇ, ਬਲਕਿ ਇੱਕ ਭੱਜਣ ਦਾ ਤਰੀਕਾ ਬਣਾ ਲਿਆ ਵੀ ਅਸੀਂ ਛੁੱਟੀਆਂ ਛੇਤੀ ਹੀ ਕਰਤੀਆਂ, ਜਦ ਕਿ ਬਾਕੀ ਕਾਲਜ ਸੀ ਜਿਹੜੇ ਉਹ ਲੱਗ ਰਹੇ ਸੀਗੇ, ਬਾਕੀ ਮੌਂਟਰੀਅਲ ਦੇ ਕਾਲਜ ਸੀ ਜਿਹੜੇ। ਤੇ ਇਹਨਾਂ ਨੇ ਇਸ ਤਰੀਕੇ ਨਾਲ ਮੰਨ ਕੇ ਚੱਲੋ 10 ਤੋਂ ਮਤਲਬ 6-7 ਤੱਕ ਸਾਡੀਆਂ ਜਿਹੜੀਆਂ ਮੋਡਲ, ਪਹਿਲਾਂ ਮੋਡਲ ਚੱਲਦਾ ਸੀਗਾ ਸਾਡਾ, ਉਹ ਬੰਦ ਕਰਤਾ ਇਹਨਾਂ ਨੇ। ਤੇ ਓਮਨੀ ਬਾਕਸ ਦਾ ਇੱਕ ਨਵਾਂ ਇਹ ਲੈ ਕੇ ਆਏ ਜਿਹੜਾ ਕਿ ਜਿਹਦੇ ਉੱਤੇ ਸਾਰੀਆਂ ਅਸਾਈਨਮੈਂਟਸ ਹੋ ਗਈਆਂ, ਸਾਡੇ ਕ੍ਰੈਡਿਟ ਸਕੋਰ ਹੋ ਗਏ, ਸਾਡੇ ਕਲਾਸਿਸ ਦੇ ਲਿੰਕਸ ਆਉਂਦੇ ਸੀਗੇ ਜਿਹੜੇ ਉਹਦੇ ਉੱਤੇ ਆਉਂਦੇ ਸੀਗੇ ਉਹ, ਤੇ ਉਹਦੇ ਉੱਤੇ ਇਹ ਆ ਗਿਆ ਸਾਡੇ ਮਤਲਬ ਕਿ ਦਸੰਬਰ ਦੇ ਐਂਡ ਦੇ ਵਿੱਚ ਆਇਆ ਵੀ ਤੁਹਾਡਾ ਜਿਹੜਾ ਉਹਦੀਆਂ ਸਰਵਿਸਿਜ਼ ਨੇਗੀਆਂ ਜਿਹੜੀਆਂ ਉਹ ਸਸਪੈਂਡ ਕਰਤੀਆਂ, ਕਿ ਉਹ ਐਕਸਪੈਕਟਡ ਨੇਗੇ ਰਿਜ਼ਿਊਮ ਹੋਣਗੀਆਂ ਟਿਲ ਜੂਨ 2022। ਤੇ ਹੁਣ ਤੁਸੀਂ ਇਹ ਲਾ ਲਓ ਐਕਸਪੈਕਟਡ ਨੇਗੀਆਂ ਉਹ। ਉਸ ਤੋਂ ਬਾਅਦ ਚਲੋ ਸਾਨੂੰ ਅੱਗੇ ਦੀ ਅੱਗੇ ਪਤਾ ਲੱਗਿਆ ਵੀ ਹਾਂ ਇਹ ਕਾਲਜ ਆ ਜਿਹੜੇ ਬੈਂਕਰਪਟ ਹੋ ਗਿਆ। 10 ਨੂੰ ਗਏ ਅਸੀਂ, 10 ਨੂੰ ਵੀ ਕਾਲਜ ਬੰਦ ਆ ਨਾ, ਕੋਈ ਵੀ ਨਹੀਂ ਸੀਗਾ ਉੱਥੇ। ਤੇ ਫਿਰ ਅਸੀਂ 17 ਨੂੰ ਗਏ ਉੱਥੇ, ਤੇ 17 ਨੂੰ ਵੀ ਚਲੋ 17 ਨੂੰ ਸੀਗਾ ਵੀ ਹਾਂ ਕਾਲਜ ਇੱਥੇ ਖੁੱਲਣੇ ਸਾਰੇ ਹਨਾ, ਤੇ ਉਹ 17 ਨੂੰ ਵੀ ਬੰਦ ਪਏ ਉੱਥੇ ਕਾਲਜਸ। ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਐਡੇ ਕ ਬੇਸ਼ਰਮ ਹੈ ਇਹ ਕਾਲਜ ਵਾਲੇ, ਇਹਨਾਂ ਨੇ ਬੱਚਿਆਂ ਨੂੰ ਇੱਕ ਦੱਸਣਾ ਵੀ ਮੁਨਕਰ ਨਹੀਂ ਸਮਝਿਆ ਵੀ ਹਾਂ ਅਸੀਂ ਇਹਨਾਂ ਨੇ ਫੀਸਾਂ ਭਰਾ ਲਈਆਂ। ਮੇਰੇ ਨਾਲ ਦੇ ਜਿੰਨੇ ਵੀ ਬੱਚੇ ਕਲਾਸ ਦੇ ਵਿੱਚ ਸਾਰਿਆਂ ਨੇ ਆਲਮੋਸਟ ਵੀਜ਼ਾ ਆਉਣ ਤੋਂ ਬਾਅਦ ਅਗਲੇ ਸਾਲ ਦੀਆਂ ਫੀਸਾਂ ਦਾ ਇਹਨਾਂ ਨੇ ਮਤਲਬ ਕਿ ਐਵੇਂ ਫਰਮਾਨ ਜਾਰੀ ਕਰਤਾ ਵੀ ਜੇ ਕਿਸੇ ਦਾ 21 ਸਤੰਬਰ ਨੂੰ ਵੀਜ਼ਾ ਆਇਆ ਤਾਂ 30 ਸਤੰਬਰ ਤੱਕ ਤੁਸੀਂ ਫੀਸ ਨੈਕਸਟ ਈਅਰ ਦੀ ਭਰਨੀ ਹੀ ਭਰਨੀ ਹੈ। ਤੇ 30,000 ਰੁਪਇਆ ਬੱਚਿਆਂ ਤੋਂ ਇਹਨਾਂ ਨੇ ਲੈ ਲਿਆ। ਤੇ ਜਿਹੜੇ ਬੱਚੇ ਇੰਡੀਆ ਦੇ ਵਿੱਚ ਬੈਠੇ ਆ, ਦੱਸਿਆ ਬਾਈ ਨੇ ਵੀ ਉਹ ਜੁਲਾਈ ਦੇ ਬੈਠੇ ਆ ਹਨਾ, ਤੇ ਜੁਲਾਈ ਦੇ ਬੈਠੇ ਹੋਏ ਹੁਣ ਤੱਕ ਉਹ ਸਿਰਫ ਵੇਟ ਹੀ ਕਰ ਰਿਹਾ, ਮੇਲ ਤੇ ਮੇਲ ਕਰ ਰਿਹਾ। ਤੇ ਇੱਕ ਤੁਹਾਨੂੰ ਹੋਰ ਵੀ ਦੱਸਦਾ ਮੈਂ, ਇਹਦੇ ਵਿੱਚ IRCC ਦਾ ਵੀ ਓਨਾ ਹੀ ਹਿੱਸਾ ਹਨਾ। IRCC ਨੂੰ ਅਸੀਂ ਨੇ ਮਤਲਬ ਕਿ IRCC ਪਹਿਲਾਂ ਇਹ ਚੀਜ਼ ਹੋਣ ਤੋਂ ਪਹਿਲਾਂ ਜੇ ਕੋਈ ਉਹਨਾਂ ਨੂੰ ਟਵੀਟ ਕਰਦਾ ਸੀ ਤਾਂ ਉਹ ਰੀਟਵੀਟ ਕਰਦੇ ਸੀਗੇ ਨਾਲ। ਉਸ ਤੋਂ ਬਾਅਦ ਮੁੱਦਾ ਇੰਨਾ ਕੁ ਭਖਿਆ ਸਾਡਾ ਵੀ, ਕਿਉਂਕਿ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਹੋ ਕੀ ਰਿਹਾ ਪਿੱਛੇ ਹਨਾ, ਪਰਦੇ ਦੇ ਪਿੱਛੇ ਹੋ ਕੀ ਰਿਹਾ। ਕਿਉਂਕਿ ਜਿਹੜੇ ਇਹਨਾਂ ਦਾ M ਕਾਲਜ ਇਹਨਾਂ ਦਾ ਜਾਂ ਇਹਨਾਂ ਨੇ ਜਿਹੜੇ ਕੋਈ ਰਾਈਜ਼ਿੰਗ ਫੀਨਿਕਸ ਇਹਨਾਂ ਨੇ ਦੱਸਣਾ ਤਾਂ ਕੀ ਆ ਸਾਨੂੰ ਸਰਕਾਰ ਨੇ ਵੀ ਕੁਝ ਨਹੀਂ ਦੱਸਿਆ ਹੈਗਾ, ਕੋਈ ਡਾਕੂਮੈਂਟ ਨਹੀਂ ਆਇਆ। ਅਸੀਂ IRCC ਨੂੰ ਮੇਲ ਟਵੀਟ ਤੇ ਟਵੀਟ ਮੇਲਸ ਕੀਤੀਆਂ, MPs ਨੂੰ ਮੇਲਸ ਕੀਤੀਆਂ, ਤੇ ਸਾਰਾ ਕੁਝ ਕੀਤਾ, ਤੇ ਇਹਨਾਂ ਨੇ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ। ਨਾ ਤਾਂ IRCC ਨੇ ਕੋਈ ਰੀਟਵੀਟ ਕੀਤੀ ਆ, ਨਾ ਸਾਨੂੰ ਕੁਝ ਦੱਸਿਆ। ਉਸ ਤੋਂ ਬਾਅਦ ਆ ਕੇ ਸਿੱਧੀਆਂ ਇਹਨਾਂ ਨੇ ਰਿਫਿਊਜ਼ਲਾਂ ਦਿੱਤੀਆਂ ਬੱਚਿਆਂ ਨੂੰ। ਆਲਮੋਸਟ 90 to 95% ਬੱਚਿਆਂ ਨੂੰ ਰਿਫਿਊਜ਼ਲਸ ਆਈਆਂ ਨੇਗੀਆਂ ਸਾਡੇ ਕਾਲਜਸ ਦੇ ਜਿਹੜੇ ਬੱਚੇ CAQ ਇਹਨਾਂ ਦਾ ਸਸਪੈਂਡ ਹੋਇਆ ਸੀ 10 ਕਾਲਜਸ ਦਾ। ਤੇ ਉਸ ਤੋਂ ਬਾਅਦ ਹੁਣ ਤੁਸੀਂ ਇਹ ਲਾ ਕੇ ਚੱਲੋ ਵੀ ਹੁਣ ਵੀ ਇਹ ਐਡੇ ਕ ਬੇਸ਼ਰਮ ਆ ਵੀ ਇਹਨਾਂ ਨੇ ਕੁਛ ਵੀ ਬੱਚਿਆਂ ਦਾ ਹਨਾ ਇੱਕ ਤਰੀਕੇ ਨਾਲ ਭੱਜ ਗਏ ਆ ਇਹ, ਤੇ ਅਨਸਿਕਿਉਰਡ ਕੈਟੇਗਰੀ ਦੇ ਵਿੱਚ ਬੱਚਿਆਂ ਨੂੰ ਰੱਖਤਾ, ਜਿਹਦੇ ਵਿੱਚ ਬੱਚਿਆਂ ਦੇ ਜਿਹੜੇ ਫੰਡਸ ਆ ਉਹ 1 ਕਰੋੜ ਕੁਛ ਕੁ ਲੱਖ ਹਨਾ ਅੱਗੇ ਡਾਲਰਸ ਦੇ ਵਿੱਚ ਬਣਦੇ ਆ। ਤੇ ਉਹ ਇੰਨੇ ਕ ਬੱਚੇ ਹਰਾਸ ਹੋ ਰਹੇ ਆ M ਕਾਲਜ ਦੇ ਜਿਨ੍ਹਾਂ ਦੀ ਸਟੱਡੀ ਨਹੀਂ ਕੰਪਲੀਟ ਹੋਈ। ਸਾਡਾ ਹੁਣ ਸਤੰਬਰ ਦੇ ਵਿੱਚ ਕੰਪਲੀਟ ਹੋਣਾ ਸੀਗਾ, ਇਸ ਸਤੰਬਰ 2022 ਦੇ ਵਿੱਚ ਸਾਡੀ ਸਟੱਡੀ ਕੰਪਲੀਟ ਹੋਣੀ ਸੀਗੀ। ਤੇ ਸਾਨੂੰ ਹੁਣ ਇਹ ਲਾ ਕੇ ਚੱਲੋ ਵੀ ਇਹਨਾਂ ਨੇ ਜਨਵਰੀ-ਫਰਵਰੀ ਵਾਲਿਆਂ ਨੂੰ ਕਹਿਤਾ ਵੀ ਹਾਂ ਤੁਹਾਡੀ ਅਸੀਂ ਸਟੱਡੀ ਕੰਪਲੀਟ ਕਰਵਾਵਾਂਗੇ। ਤੇ ਜਿਹੜੇ ਦੂਜੇ ਆ ਅਸੀਂ ਉਹਨਾਂ ਵਾਸਤੇ ਕੋਈ ਲੱਭਾਂਗੇ ਜਾਂ ਕੁਝ ਵੀ ਕਰਾਂਗੇ, ਮਤਲਬ ਏਦਾਂ ਦਾ ਇਹਨਾਂ ਨੇ ਕੀਤੇ ਆ ਜਿਹੜੇ ਲਾ ਲਓ ਬੱਚਿਆਂ ਨੂੰ ਕਿਹਾ ਹਨਾ ਵੀ ਅਸੀਂ ਕਰਾਂਗੇ। ਪਰ ਸਾਨੂੰ ਨਾ ਤਾਂ ਕੋਈ ਕਾਲਜ ਟਰਾਂਸਕ੍ਰਿਪਟ ਭੇਜ ਰਿਹਾ, ਨਾ ਕੋਈ ਡਾਕੂਮੈਂਟ ਭੇਜ ਰਿਹਾ, ਨਾ ਕੋਈ ਮੇਲ ਦਾ ਰਿਪਲਾਈ ਆ ਰਿਹਾ, ਕੁਝ ਵੀ ਨਹੀਂ ਆ ਰਿਹਾ ਸਾਨੂੰ। ਤੇ ਤੁਸੀਂ ਇਹ ਲਾ ਕੇ ਚੱਲੋ ਵੀ ਹੁਣ ਅਸੀਂ ਤਾਂ ਇੱਕ ਤਰੀਕੇ ਨਾਲ ਫਸ ਗਏ ਆ ਵੀ ਸਾਨੂੰ ਕੋਈ ਰਾਹ ਨਹੀਂ ਦੱਸਦਾ ਹੈਗਾ ਅੱਗੇ। ਜੇ ਅਸੀਂ ਕਿਸੇ ਏਜੰਟ ਆਉਂਦੇ ਆ ਤਾਂ ਏਜੰਟ ਇਹ ਕਹਿੰਦੇ ਆ ਉਹੀ ਪੈਸਿਆਂ ਦਾ ਲਾਲਚ ਦੇ ਕੇ ਹਨਾ ਵੀ ਤੁਸੀਂ ਕਾਲਜ ਚੇਂਜ ਕਰ ਲਓ, ਤੁਹਾਡਾ ਅਸੀਂ ਆਹ ਕਾਲਜ ਦੇ ਵਿੱਚ ਕਰਵਾ ਦਿੰਦੇ ਆ, ਇੱਕ ਤੁਹਾਡੀ ਫੀਸ ਇਹ ਲੱਗੂਗੀ ਜਾਂ ਇਹ ਲੱਗੂਗੀ। ਉਹ ਆਪਦੇ ਤਰੀਕੇ ਵਰਤ ਰਿਹਾ ਵੀ ਹਾਂ ਅਸੀਂ ਕਾਲਜ ਚੇਂਜ ਕਰਵਾ ਦਿਆਂਗੇ। ਨਾ ਤਾਂ ਇਹ ਸਾਨੂੰ ਕੋਈ ਕ੍ਰੈਡਿਟ ਸਕੋਰ ਦੇ ਰਿਹਾ, ਨਾ ਕੋਈ ਟਰਾਂਸਕ੍ਰਿਪਟ ਦੇ ਰਿਹਾ, ਤੇ ਕੁਝ ਵੀ ਨਹੀਂ ਦੇ ਰਹੇ। ਮਤਲਬ ਕਿ ਚਲੋ ਤੁਸੀਂ ਬੱਚਿਆਂ ਨੂੰ ਇਹਨਾਂ ਨੇ ਫਸਾਤਾ ਆ, ਤੇ ਸਾਡਾ ਕੋਈ ਵੀ ਕਸੂਰ ਨਹੀਂ ਹੈਗਾ। ਅਸੀਂ ਪ੍ਰੋਪਰਲੀ ਕਲਾਸਾਂ ਲਾ ਰਹੇ ਸੀਗੇ, ਸਾਰੇ ਬੱਚੇ ਅਸਾਈਨਮੈਂਟਾਂ ਬਣਾ ਰਿਹਾ। ਤੇ ਸਰਕਾਰ ਨੂੰ ਵੀ ਇਹ ਚਾਹੀਦਾ ਵੀ ਜੇ ਬੱਚੇ ਇੰਨਾ ਕੁ ਮਤਲਬ ਬੱਚੇ 'ਚ ਜੇ ਕੋਈ ਕਸੂਰ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ। ਹੁਣ ਇੱਥੇ ਸਾਰਾ ਕਸੂਰਵਾਰ ਜਿਹੜੇ ਆ ਉਹ ਜਿਹੜੇ ਕਾਲਜ ਦੇ ਮਾਲਕ ਨੇ ਉਹੀ ਨੇ, ਠੀਕ ਹੈ ਨਾ। ਉਹਨਾਂ ਨੇ ਪੈਸਾ ਖਾਦਾ ਹੈਗਾ ਤੇ ਉਹਨਾਂ ਨੇ ਹੀ ਸਾਰੇ ਜਿਹੜੇ ਮੰਨ ਕੇ ਚਲੋ ਤੁਸੀਂ ਮਲਾਈ ਲੈ ਗਏ ਉੱਪਰੋਂ ਲਾ ਕੇ, ਤੇ ਹੁਣ ਸਾਨੂੰ ਤੁਸੀਂ ਇਹ ਲਾ ਲਓ ਵੀ ਅਸੀਂ ਇੱਕ ਤਰੀਕੇ ਨਾਲ ਫਸ ਗਏ ਹਾਂ, ਸਾਨੂੰ ਕੋਈ ਰਾਹ ਹੀ ਨਹੀਂ ਦਿਸ ਰਿਹਾ ਹੁਣ, ਠੀਕ ਹੈ ਨਾ।
ਤੇ ਅਸੀਂ ਤਾਂ ਹੁਣ ਮੰਗ ਸਰਕਾਰ ਨਾਲ ਹੀ ਇਹੀ ਰਾਬਤਾ ਕਾਇਮ ਕਰਾਂਗੇ ਵੀ ਜਿਹੜੇ ਸਰਕਾਰ ਦੇ ਜੀ ਐਮਪੀਜ਼ ਆ ਜਾਂ ਐਮਐਲਏ ਜੋ ਵੀ ਹੈ ਇੱਥੇ ਜਾਂ ਇੰਡੀਆ ਦੇ ਵਿੱਚ ਬੈਠੇ ਆ, ਅਸੀਂ ਉਹਨਾਂ ਤੇ ਪ੍ਰੈਸ਼ਰ ਪਾਈਏ ਤੇ ਸਾਡੀ ਗੱਲ ਉਹਨਾਂ ਤੱਕ ਪਹੁੰਚੇ ਤੇ ਸਾਡਾ ਕੋਈ ਨਾ ਕੋਈ ਹੀਲਾ ਕੀਤਾ ਜਾਵੇ। ਜਿਨ੍ਹਾਂ ਦੀ ਸਟੱਡੀ ਕੰਪਲੀਟ ਹੋਣ ਵਾਲੀ ਉਹਨਾਂ ਦੀ ਸਟੱਡੀ ਕੰਪਲੀਟ ਕਰਵਾਈ ਜਾਵੇ, ਜਿਨ੍ਹਾਂ ਦਾ ਰਿਫੰਡ ਆ ਉਹ ਬੱਚਿਆਂ ਨੂੰ ਰਿਫੰਡ ਉਹਨਾਂ ਨੂੰ ਪੂਰਾ ਕੀਤਾ ਜਾਵੇ। ਜੀ ਦੀਪਾਕਸ਼ੀ, ਤੁਹਾਡੇ ਕਾਲਜ ਦੇ ਕੀ ਹਾਲਾਤ ਨੇ? CCSQ ਤੋਂ ਕੀ ਤੁਹਾਨੂੰ ਕੋਈ ਈਮੇਲ ਆਈ? ਤੁਹਾਨੂੰ ਇਹਨਾਂ ਹਾਲਾਤਾਂ ਬਾਰੇ ਕਿਵੇਂ ਪਤਾ ਲੱਗਿਆ? ਕਿਉਂਕਿ ਜਿਵੇਂ ਐਮ ਕਾਲਜ ਦੀ ਰਿਪੋਰਟ ਹੈ, ਐਮ ਕਾਲਜ ਦੇ ਜਿਹੜੇ ਵਿਦਿਆਰਥੀ ਉਹਨਾਂ ਨੇ ਸਾਰੀ ਆਪਣੀ ਖੱਜਲ ਖੁਆਰੀ ਦੱਸੀ ਹੈ, CCSQ 'ਚ ਉਸ ਦੌਰਾਨ ਕੀ ਕੁਝ ਚੱਲ ਰਿਹਾ ਸੀਗਾ? CCSQ 'ਚ ਵੀ ਸੇਮ ਹੀ ਸੀਗਾ, ਬਸ ਮੇਲਸ ਜ਼ਰੂਰ ਆਈਆਂ। ਮੇਲਸ ਦੇ ਅੰਦਰ ਸਾਨੂੰ ਇੰਪੋਰਟੈਂਟ ਡਾਕੂਮੈਂਟਸ ਆਏ ਜਿਹਦੇ ਅੰਦਰ ਇਹ ਦੱਸਿਆ ਗਿਆ ਕਿ ਹਜੇ ਸਾਡਾ ਕਾਲਜ ਬੈਂਕਰਪਟ ਨਹੀਂ ਹੋਇਆ, ਨਾ ਹੀ ਕਿਸੇ ਰਿਸੀਵਰਸ਼ਿਪ ਦੇ ਅੰਦਰ ਹੈਗਾ, ਤੁਸੀਂ ਵੇਟ ਕਰੋ। ਕੋਰਟ ਦੇ ਅੰਦਰ ਹੀਅਰਿੰਗਸ ਚੱਲ ਰਹੀ ਹੈ, ਤੁਹਾਨੂੰ ਹੀਅਰਿੰਗਸ ਤੋਂ ਬਾਅਦ ਰਿਜ਼ਲਟ ਦੇਣਗੇ ਕਿ ਤੁਹਾਡੀ ਸਟੱਡੀ ਅੱਗੇ ਕੰਟੀਨਿਊ ਹੋਏਗੀ ਜਾਂ ਨਹੀਂ ਹੋਏਗੀ। ਤੁਹਾਡਾ ਕਾਲਜ ਹਜੇ ਟੈਂਪਰੇਰੀ ਪੌਜ਼ ਤੇ ਚਲਾ ਗਿਆ, ਬਟ ਹੁਣ ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਟੈਂਪਰੇਰੀ ਪੌਜ਼ ਵੀ ਪਰਮਾਨੈਂਟ ਬਣਦਾ ਜਾ ਰਿਹਾ, ਕਿਉਂਕਿ ਹੁਣ ਇਹ ਕਿਹਾ ਜਾ ਰਿਹਾ ਕਿ ਬੱਚਿਆਂ ਨੂੰ ਰਿਫੰਡ ਦਿੱਤਾ ਜਾਏਗਾ, ਅੱਗੇ ਬੱਚੇ ਦੀ ਸਟੱਡੀ ਕੰਟੀਨਿਊ ਨਹੀਂ ਹੋਏਗੀ। ਤੇ ਅੱਜ ਸਾਡਾ ਫਿਊਚਰ ਜਿਹੜਾ ਉਹ ਬਿਲਕੁਲ ਦਾਅ ਤੇ ਲੱਗਾ ਹੋਇਆ ਹੈ। ਇੱਥੇ ਇਸ ਟਾਈਮ ਤੇ ਨਾ ਅਸੀਂ ਆਪਣੇ CAQs ਨੂੰ ਐਕਸਟੈਂਡ ਕਰ ਪਾ ਰਹੇ, ਕਿਉਂਕਿ ਕਾਫੀ ਬੱਚੇ ਇੱਥੇ ਹੈਗੇ ਆ ਜਿਨ੍ਹਾਂ ਦੇ CAQs ਅਪ੍ਰੈਲ ਦੇ ਅੰਦਰ ਖਤਮ ਹੋ ਰਹੇ ਆ, ਨਾ ਆਪਾਂ ਆਪਣੇ CAQs ਨੂੰ ਐਕਸਟੈਂਡ ਕਰ ਪਾ ਰਹੇ ਹਾਂ, ਨਾ ਸਟੱਡੀ ਪਰਮਿਟ। ਤੇ ਇਸ ਟਾਈਮ ਤੇ ਪੂਰਾ ਸਟੇਟਸ ਹਿਲ ਗਿਆ ਸਾਡਾ, ਕਿਉਂਕਿ ਆਪਾਂ ਇੱਥੇ ਆਏ ਸੀ ਔਨ ਦਾ ਸਟੱਡੀ ਪਰਮਿਟਸ। ਸਟੱਡੀ ਪਰਮਿਟ ਹੀ ਅਗਰ ਅੱਜ ਸਾਡੇ ਕੋਲ ਨਹੀਂ ਰਹੇਗਾ, ਅਸੀਂ ਇੱਥੇ ਇਲੀਗਲ ਹੋ ਜਾਵਾਂਗੇ। ਬਿਲਕੁਲ ਬਿਲਕੁਲ। ਇੰਟਰਨੈਸ਼ਨਲ ਇੰਡੀਅਨ ਸਟੂਡੈਂਟਸ ਬਹੁਤ ਜ਼ਿਆਦਾ ਸਫਰ ਕਰ ਰਹੇ ਆ, ਮੈਂਟਲੀ ਹਰਾਸ ਹੋ ਰਹੇ ਆ। ਕਾਫੀ ਬੱਚਿਆਂ ਨਾਲ ਗੱਲ ਹੋ ਰਹੀ ਹੈ ਜਿਹੜੇ ਕਹਿ ਰਹੇ ਕਿ ਅਸੀਂ ਸੁਸਾਈਡ ਕਰਨ ਦਾ ਸੋਚ ਰਹੇ ਹਾਂ, ਕਿਉਂਕਿ ਨਾ ਹੁਣ ਪੈਰੈਂਟਸ ਕੁਝ ਕਰ ਪਾ ਰਹੇ ਆ, ਨਾ ਬੱਚੇ ਕੁਝ ਕਰ ਪਾ ਰਹੇ ਆ। ਬਿਲਕੁਲ ਬਿਲਕੁਲ। ਜਸਪ੍ਰੀਤ, ਤੁਹਾਡੇ ਕਾਲਜ ਦਾ ਵੀ ਜਾਣਨਾ ਚਾਹਾਂਗੇ ਕਿ CDE ਕਾਲਜ ਦੇ ਵਿੱਚ ਜਿਹੜੀ ਹੈ ਉਹ ਕਿਵੇਂ ਦੇ ਹਾਲਾਤ ਰਹੇ ਨੇ, ਤੁਹਾਨੂੰ ਕਿਵੇਂ ਇਸ ਚੀਜ਼ ਬਾਰੇ ਪਤਾ ਲੱਗਿਆ, ਤੇ ਇਸ ਵੇਲੇ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਹੈ ਉਹ ਕੀ ਚੱਲ ਰਹੀ ਹੈ? ਕਿੰਨਾ ਬੱਚਾ ਤੁਹਾਡੇ ਕਾਲਜ ਦਾ ਖੱਜਲ ਹੋ ਰਿਹਾ? ਹਾਂਜੀ, ਸਾਡੇ ਨਾਲ ਵੀ ਸੇਮ ਹੀ ਹੋਇਆ ਜਿੱਦਾਂ ਗੁਰਵਿੰਦਰ ਭਾਜੀ, ਗੈਰੀ ਭਾਜੀ ਤੇ ਦੀਪਾਕਸ਼ੀ ਨੇ ਦੱਸਿਆ। ਸਾਡੇ ਨਾਲ ਵੀ ਇਦਾਂ ਹੀ ਸੇਮ ਹੋਇਆ, ਬਟ ਸਾਨੂੰ ਮੇਲਸ ਆਈਆਂ 28 ਨੂੰ, ਸਾਨੂੰ ਮੇਲਸ ਆਈਆਂ ਕਿ ਤੁਹਾਡਾ ਕਾਲਜ ਜਿਹੜਾ ਆ ਤੁਹਾਨੂੰ ਵਕੇਸ਼ਨ ਦਿੰਦਾ ਪਿਆ ਹੈ ਓਮਨੀਕਰੋਨ ਕਰਕੇ, ਤੇ ਤੁਹਾਡਾ 10 ਨੂੰ ਦੁਬਾਰਾ ਓਪਨ ਹੋਏਗਾ 10 ਜਨ ਨੂੰ। ਤੇ ਉਸ ਤੋਂ ਬਾਅਦ ਸਾਨੂੰ ਫਿਰ 8 ਤੇ 9 ਨੂੰ ਮੇਲਸ ਹੁੰਦੀਆਂ ਆ ਕਿ ਤੁਹਾਡੇ ਕਾਲਜ ਦਾ ਇੱਦਾਂ ਦਾ ਕੇਸ ਪੈ ਗਿਆ ਆ ਬੈਂਕਰਪਟੀ ਦਾ, ਸੋ ਇਸ ਕਰਕੇ ਤੁਹਾਡਾ ਕਾਲਜ ਜਿਹੜਾ ਆ ਅਜੇ ਤੱਕ ਜਿਹੜੀ ਤੁਹਾਡੀ ਸਟੱਡੀ ਆ ਉਹ ਟੈਂਪਰੇਰੀ ਪੋਜ਼ ਹੋ ਰਹੀ ਆ। ਬਟ ਹੁਣ ਜਿੱਦਾਂ ਜਿੱਦਾਂ ਟਾਈਮ ਲੰਘਦਾ ਪਿਆ ਆ, ਜਿੱਦਾਂ ਦੀ ਨੇ ਦੱਸਿਆ, ਸਾਡਾ ਟੈਂਪਰੇਰੀ ਪੋਜ਼ ਆ ਜਿਹੜਾ ਉਹ ਪਰਮਾਨੈਂਟ ਬਣਦਾ ਜਾ ਰਿਹਾ ਆ। ਹੁਣ ਕਈ ਬੱਚੇ ਇੱਥੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ CAQ ਜਿਹੜੇ ਆ ਉਹ ਐਕਸਟੈਂਡ ਕਰਾਉਣ ਵਾਲੇ ਆ, ਕਈਆਂ ਦੇ ਅਪ੍ਰੈਲ ਦੇ ਵਿੱਚ ਐਕਸਪਾਇਰ ਹੋ ਜਾਣੇ ਆ। ਹੁਣ ਉਹ ਐਕਸਟੈਂਡ ਨਹੀਂ ਕਰਦੇ ਪਏ ਕਿਉਂਕਿ ਉਹ ਕਹਿ ਰਹੇ ਆ ਕਿ ਤੁਹਾਡਾ ਕਾਲਜ ਜਿਹੜਾ ਇਹ ਹੈ ਨਹੀਂ IRCC ਦੀ ਵੈਬਸਾਈਟ ਤੇ ਇਹਦਾ DLI ਨੰਬਰ ਨਹੀਂ ਹੈਗਾ। ਬਟ ਜਦੋਂ ਆਪਾਂ ਇੱਥੇ ਆਏ ਸੀਗੇ ਉਦੋਂ ਇਹਦਾ DLI ਨੰਬਰ ਸੀਗਾ, ਬਟ ਹੁਣ ਜਿਹੜਾ DLI ਨੰਬਰ ਇਹਦਾ ਨਹੀਂ ਰਿਹਾ। ਇਹ ਗਵਰਨਮੈਂਟ ਵੀ ਇਹਦੇ ਵਿੱਚ ਹੀ ਆ, ਇਹ ਸਭ ਕੁਝ ਜਿਹੜਾ ਆ ਇਹ ਵਿੱਚ ਰਲੇ ਹੋਏ ਆ, ਤੇ ਇਹ ਦਿੱਕਤ ਬਹੁਤ ਆ ਰਹੀ ਆ। ਹੁਣ ਫਿਰ ਇੱਦਾਂ ਆਪਾਂ ਇਲੀਗਲੀ ਹੋ ਜਾਵਾਂਗੇ, ਇੱਥੇ ਲੀਗਲ ਨਹੀਂ ਰਹਿ ਸਕਦੇ ਫਿਰ ਆਪਾਂ, ਸਾਨੂੰ ਇਹ ਪ੍ਰੋਬਲਮ ਬਹੁਤ ਆ ਰਹੀ ਆ। ਫਿਰ ਜਿਹੜੇ ਇੰਟਰਨੈਸ਼ਨਲ ਜਿਹੜੇ ਬੱਚੇ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਵੀ ਕਾਫੀ ਪ੍ਰੋਬਲਮ ਆ ਰਹੀ ਆ। ਜਿੱਦਾਂ ਦੀ ਨੇ ਦੱਸਿਆ ਉਹ ਮੈਂਟਲੀ ਬਹੁਤ ਮਤਲਬ ਸੁਸਾਈਡ ਦਾ ਸੋਚਦੇ ਪਏ ਆ, ਜਿਹੜੀ ਕਿ ਬਹੁਤ ਹੀ ਗਲਤ ਗੱਲ ਆ। ਬਟ ਹੁਣ ਇਸ ਟਾਈਮ ਤੇ ਉਹ ਕੁਝ ਕਰ ਵੀ ਨਹੀਂ ਸਕਦੇ, ਉਹਨਾਂ ਦਾ ਕਿਤੇ ਵੀ ਜ਼ੋਰ ਨਹੀਂ ਚੱਲਦਾ ਪਿਆ। ਸਾਨੂੰ ਇਦਾਂ ਦੀਆਂ ਦਿੱਕਤਾਂ ਦਾ ਬਹੁਤ ਤੇ ਫੇਸ ਕਰਨੀਆਂ ਪੈਂਦੀਆਂ। ਬਿਲਕੁਲ। ਗੁਰਵਿੰਦਰ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸਾਰੇ ਹੁਣ ਕਰ ਕੀ ਰਹੇ ਹੋ? ਲਾਈਕ ਸਿਰਫ ਫਾਈਟ, ਤੁਹਾਡਾ ਸਿਰਫ ਇੱਕ ਹੀ ਰਹਿ ਗਿਆ ਰੋਲ ਵੀ ਹੁਣ ਸਿਰਫ ਫਾਈਟ ਕਰਨੀ ਪੈਣੀ ਹੈ? ਦੀਪਾਕਸ਼ੀ ਨੇ ਦੱਸਿਆ, ਜਿਸ ਤਰੀਕੇ ਨਾਲ ਜਸਪ੍ਰੀਤ ਨੇ ਦੱਸਿਆ ਵੀ ਜਿਹੜੇ ਬੱਚੇ ਹੈਗੇ ਨੇ ਇਸ ਵੇਲੇ ਸੁਸਾਈਡ ਤੱਕ ਉਹਨਾਂ ਦੇ ਦਿਮਾਗ 'ਚ ਆ ਰਿਹਾ। ਔਰ ਓਵਰਆਲ ਜਦੋਂ ਸਾਡੇ ਪੈਰੈਂਟਸ ਸਾਨੂੰ ਭੇਜਦੇ ਨੇ, ਐਡਮਿਸ਼ਨ ਸਟੂਡੈਂਟ ਜਿਹੜਾ ਇਕਾਨਮੀ ਦੇ ਵਿੱਚ ਕੈਨੇਡੀਅਨ ਇਕਾਨਮੀ ਦਾ ਸਭ ਤੋਂ ਬੈਸਟ ਜਿਹੜਾ ਮਹੱਤਵਪੂਰਨ ਰੋਲ ਨਿਭਾਉਂਦਾ ਹੈਗਾ, ਔਰ ਅੱਜ ਜੋ ਸੜਕਾਂ 'ਤੇ ਕਿਸ ਤਰੀਕੇ ਨਾਲ ਖੱਜਲ ਹੋ ਰਿਹਾ, ਕੋਈ ਬਾਂਹ ਨਹੀਂ ਫੜ ਰਿਹਾ ਹੈਗਾ। ਤੁਸੀਂ ਇਹਨਾਂ ਦਿਨਾਂ ਦੇ ਵਿੱਚ ਹੁਣ ਸਾਰੇ ਕਰ ਕੀ ਰਹੇ ਹੋ? ਤੁਹਾਡੀ ਕੋਈ ਆਪਸੀ ਜਿਹੜੀ ਹੈ ਤਿੰਨੋਂ ਕਾਲਜਸ ਦੇ ਸਟੂਡੈਂਟਸ ਮਿਲ ਕੇ ਕੋਈ ਵਿਉਂਤਬੰਦੀ ਚੱਲ ਰਹੀ ਹੈ ਵੀ ਅੱਗੇ ਕਰਨਾ ਕੀ ਹੈ, ਤੇ ਕੋਈ ਅੱਗੇ ਦੀ ਰਾਹ ਕੋਈ ਤੁਹਾਨੂੰ ਲੱਗਦਾ ਕਿ ਕੋਈ ਇੱਦਾਂ ਹੈਗਾ ਵੀ ਤੁਹਾਡੀ ਹੈਲਪ ਕਰ ਪਾ ਰਿਹਾ? ਕੈਨੇਡੀਅਨ ਗਵਰਨਮੈਂਟ ਤੱਕ ਤੁਹਾਡੀ ਕੋਈ ਪਹੁੰਚ ਹੋ ਪਾ ਰਹੀ ਹੈ ਇਸ ਮੁਤਲਕ? ਹਾਂਜੀ, ਓਬਵੀਅਸਲੀ ਆ, ਜਿਵੇਂ ਤੁਸੀਂ ਕਿਹਾ ਵੀ ਹੈ ਨਾ, ਬੱਚੇ ਜਿਹੜੇ ਸੁਸਾਈਡ ਕਰਨ ਵਾਲਾ ਜਿਹੜਾ ਉਹ ਇੱਕ ਹੈ ਪੱਖ ਹੈ ਨਾ, ਕਿਉਂਕਿ 2-2 ਸਾਲ ਹੋ ਗਿਆ ਬੱਚਿਆਂ ਨੂੰ ਪੈਸੇ ਭਰਿਆ ਨੂੰ, ਤੇ ਓਬਵੀਅਸਲੀ ਜਦੋਂ ਇਹਨਾਂ ਟਾਈਮ ਬੱਚਿਆਂ ਨੇ ਵਿਆਜ ਵੀ ਭਰਿਆ ਤੇ ਬੱਚਿਆਂ ਦਾ ਕੁਝ ਬਣਿਆ ਵੀ ਨਹੀਂ, ਤੇ ਉਹ ਪੈਸੇ ਵਾਪਸ ਮੁੜੇ ਵੀ ਹੈ ਨਹੀਂ। ਇੱਕ ਤਾਂ ਇਹ ਹੁੰਦਾ ਨਾ ਵੀ ਸਾਡਾ ਚਲੋ 2 ਸਾਲ ਬਾਅਦ ਪੈਸੇ ਤਾਂ ਚੱਲ ਸਾਡੇ ਮੁੜੇ, ਉਹਨਾਂ ਦਾ ਕੁਝ ਵੀ ਹੈ ਨਹੀਂ। ਉਹਨਾਂ ਨੂੰ ਇੱਕ ਮੰਨ ਕੇ ਚਲੋ ਇਹਨਾਂ ਨੇ ਕੋਈ ਮੇਲ ਵੀ ਨਹੀਂ, ਉਹਨਾਂ ਦੀ ਰਿਪਲਾਈ ਨਹੀਂ ਕਰ ਰਹੇ ਹੈਗੇ। ਦੂਜਾ ਨੰਬਰ ਜਿਹੜਾ ਤੁਸੀਂ ਕਿਹਾ ਵੀ ਹੈ ਨਾ, ਜਿਹੜਾ ਅਸੀਂ ਬੱਚੇ ਜਿਹੜੇ ਸਾਰੇ ਅਸੀਂ ਕੀ ਕਰ ਰਹੇ ਹਾਂ, ਤੇ ਅਸੀਂ ਨੇ ਪਹਿਲਾਂ ਤੁਹਾਨੂੰ ਦੱਸਿਆ ਵੀ ਅਸੀਂ ਨੇ ਪਰਸੋਂ ਇੱਕ ਪ੍ਰੋਟੈਸਟ ਕੀਤਾ ਸੀਗਾ ਇੱਥੇ ਲਸਾਲ ਗੁਰਦੁਆਰਾ ਦੇ ਵਿੱਚ, ਤੇ ਉਹਦੇ ਮੰਨ ਕੇ ਚਲੋ ਮੀਡੀਆ ਕਵਰੇਜ ਹੋਈ ਆ ਥੋੜੀ ਬਹੁਤੀ।
ਤੇ ਅਸੀਂ ਸਾਰੇ ਬੱਚੇ ਇਕੱਠੇ ਹੋਏ ਤੇ ਠੰਡ ਦੇ ਕਰਕੇ ਚਲੋ ਉਹ ਆਪਾਂ ਕਹਿ ਸਕਦੇ ਆ ਵੀ ਥੋੜਾ ਜਿਹਾ ਅੜਿੱਕਾ ਆ ਜਾਂਦਾ ਠੰਡ ਦਾ, ਹਾਂਜੀ ਪਰ ਬਿਲਕੁਲ। ਫਿਰ ਵੀ ਬੱਚੇ ਉੱਥੇ ਬਹੁਤ ਜ਼ਿਆਦਾ ਬੱਚੇ ਬਰੈਂਪਟਨ ਤੋਂ ਵੀ ਪਹੁੰਚੇ, ਮੌਂਟਰੀਅਲ ਤੋਂ ਵੀ ਪਹੁੰਚੇ ਤੇ ਤਿੰਨੇ ਕਾਲਜਸ ਦੇ ਬੱਚੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਪਹੁੰਚੇ। ਤੇ ਉੱਥੇ ਇੱਕੋ ਹੀ ਗੱਲ ਇਹ ਹੋਈ ਆ ਸਾਡੀ ਵੀ ਆਪਾਂ ਨੇ ਅੱਗੇ ਕੀ ਕਰਨਾ, ਤੇ ਉਹਦੀ ਮੀਟਿੰਗ ਹੋਈ ਆ ਤੇ ਇੱਕ ਕਮੇਟੀ ਬਣਾਈ ਗਈ ਹੈ ਸਾਰੇ ਬੱਚਿਆਂ ਵੱਲੋਂ, ਤਿੰਨੇ ਕਾਲਜਸ ਦੇ ਕੁਝ ਬੱਚੇ ਲੈ ਕੇ ਅਸੀਂ ਇੱਕ ਕਮੇਟੀ ਬਣਾਈ ਹੈ। ਤੇ ਉਹ ਕਮੇਟੀ ਜਿਹੜੀ ਹੈ ਉਹਦੇ ਵਿੱਚ ਅਸੀਂ ਇੱਕ ਡਿਸਾਈਡ ਕੀਤਾ ਵੀ ਹਨਾ ਅਸੀਂ ਇਸ ਤੋਂ ਬਾਅਦ ਅਗਲਾ ਸਟੈਪ ਕੀ ਲੈਣਾ। ਅਗਲੇ ਸਟੈਪ ਦੇ ਵਿੱਚ ਇਹ ਕੀਤਾ ਗਿਆ ਵੀ ਇੱਕ ਪ੍ਰੋਟੈਸਟ ਇੱਕ ਹੋਰ ਵਧੀਆ ਤਰੀਕੇ ਦਾ ਕੀਤਾ ਜਾਊਗਾ ਇੱਥੇ ਮੌਂਟਰੀਅਲ ਦੇ ਵਿੱਚ, ਗੱਡੀਆਂ ਦੇ ਵਿੱਚ ਕੀਤਾ ਜਾਊਗਾ ਜਾਂ ਪੈਦਲ ਤੁਰ ਕੇ ਕੀਤਾ ਜਾਊਗਾ, ਉਹ ਹਲੇ ਡਿਸਾਈਡ ਨਹੀਂ ਹੋ ਪਾਇਆ ਸਾਡੇ ਤੋਂ। ਤੇ ਅਸੀਂ ਮੰਨ ਕੇ ਚਲੋ ਜਿਹੜੇ ਮੀਡੀਆ ਚੈਨਲਸ ਹੈ ਜਿਵੇਂ ਤੁਹਾਡਾ ਚੈਨਲ ਹੋ ਗਿਆ, ਜਾਂ ਮੀਡੀਆ ਦੇ ਥਰੂ ਜਾਂ ਕੋਈ MP MLAs ਆ, ਜਿਵੇਂ ਸਾਨੂੰ ਇੱਕ ਆਟਵਾ ਤੋਂ ਮਿਲਿਆ, ਉਹ ਕਹਿ ਰਿਹਾ ਵੀ ਅਸੀਂ MP ਵਾਸਤੇ ਨਾ ਅੱਗੇ ਰਨ ਕਰਾਂਗੇ, ਉਹਨਾਂ ਦੇ ਨਾਲ ਸਾਡੀ ਅੱਜ ਮੀਟਿੰਗ ਆ ਸ਼ਾਮ ਨੂੰ ਜ਼ੂਮ ਦੇ ਉੱਤੇ, ਅਸੀਂ ਮੀਟਿੰਗ ਕਰਨੀ ਉਹਨਾਂ ਦੇ ਨਾਲ, ਤੇ ਉਹ ਕਹਿ ਰਿਹਾ ਸਾਨੂੰ ਕਿ ਹਾਂ ਅਸੀਂ ਤੁਹਾਡੀ ਹੈਲਪ ਕਰਾਂਗੇ। ਤੇ ਐਵੇਂ ਕਰਕੇ ਬਹੁਤ ਜ਼ਿਆਦਾ ਲੋਕ ਹੈ ਜਿਹੜੇ ਬਹੁਤ ਸਪੋਰਟਿਵ ਵੀ ਲੋਕ ਹੈ ਇੱਥੇ, ਜਿਹੜੇ MP ਜਾਂ MLAs ਨਾਲ ਜਿਨ੍ਹਾਂ ਦੇ ਲਿੰਕ ਹੈਗੇ ਆ ਜਾਂ ਖੁਦ ਵੀ ਹੈਗੇ ਆ ਉਹ, ਠੀਕ ਹੈ, ਜਿਵੇਂ ਇੱਥੇ ਅੰਜੂ ਢਿੱਲੋਂ ਹੋ ਗਏ ਉਹਨਾਂ ਦੇ ਅੱਗੇ ਲਿੰਕ ਹੈਗੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ, ਕਿਉਂਕਿ ਸਾਡੀ ਕੋਈ ਵੀ ਇਹਦੇ ਵਿੱਚ ਮੰਨ ਕੇ ਚਲੋ ਸਾਡੀ ਕੋਈ ਗਲਤੀ ਹੈ ਨਹੀਂ, ਸਾਰੀ ਗਲਤੀ ਹੈ ਜਿਹੜੀ ਉਹ ਸਰਕਾਰ ਦੀ ਵੀ ਵਿੱਚ ਆ, ਠੀਕ ਹੈ, ਤੇ ਏਜੰਟਾਂ ਦੀ ਵੀ ਆ, ਤੇ ਸਭ ਤੋਂ ਵੱਡੀ ਗਲਤੀ ਜਿਹੜੇ ਕਾਲਜਸ ਦੇ ਜਿਹੜੇ ਅੱਗੇ ਓਨਰ ਆ ਹਨਾ ਉਹਨਾਂ ਦੀ ਗਲਤੀ ਆ ਸਭ ਤੋਂ ਵੱਡੀ, ਤੇ ਸਾਡੀ ਤਾਂ ਕੋਈ ਗਲਤੀ ਹੈ ਨਹੀਂ। ਤੇ ਅਸੀਂ ਉਹੀ ਆ ਵੀ ਅਸੀਂ ਕਿਉਂਕਿ ਇਹ ਸਿਰਫ ਕਿਸੇ ਇੱਕ ਸਟੂਡੈਂਟ ਜਾਂ 10 ਸਟੂਡੈਂਟ ਦੀ ਗੱਲ ਨਹੀਂ ਹੈ, ਇਹਦੇ ਵਿੱਚ ਬਹੁਤ ਸਾਰਾ ਸਟੂਡੈਂਟ ਖੱਜਲ ਹੋ ਰਿਹਾ। ਓਵਰਆਲ ਜਿਹੜੇ ਬੱਚੇ ਐਡਮਿਸ਼ਨ ਲੈ ਚੁੱਕੇ ਸੀਗੇ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈਗੀ ਹੈ ਇਹਨਾਂ ਕਾਲਜਸ ਦੇ ਵਿੱਚ। ਹਾਂਜੀ, ਉਹ 1177 ਦੇ ਅਰਾਊਂਡ ਬੱਚੇ ਇਹਨਾਂ ਨੇ ਦੱਸਿਆ, ਇੱਕ ਆਪਦੇ ਜਿਹੜੇ ਡਾਕੂਮੈਂਟਸ ਆਏ ਹੈਗੇ ਉਹਦੇ ਵਿੱਚ 1177 ਬੱਚੇ ਇਹਨਾਂ ਨੇ ਦੱਸਿਆ, ਤੇ ਉਹਦੇ ਵਿੱਚ ਆਲਮੋਸਟ 500 ਬੱਚੇ ਜਿਹੜੇ ਇੱਧਰ ਕੈਨੇਡਾ ਦੇ ਵਿੱਚ ਆ, ਤੇ ਬਾਕੀ ਦੇਖੋ ਤੁਸੀਂ ਬਾਕੀ ਉਧਰ ਬੱਚੇ ਬੈਠੇ ਆ, ਤੇ ਗਿਣਤੀ ਬਹੁਤ ਜ਼ਿਆਦਾ ਆ ਇਹ, ਤੇ ਉਹਨਾਂ ਦਾ ਜੇ ਟੋਟਲ ਅਮਾਉਂਟ ਵੀ ਲਾ ਕੇ ਚੱਲੀਏ ਤਾਂ ਆਪਾਂ ਕਰੋੜਾਂ ਡਾਲਰ ਦੇ ਵਿੱਚ ਬਣਦਾ। ਹਾਂਜੀ, ਤੇ ਤੁਸੀਂ ਇਹ ਲਾ ਕੇ ਚੱਲੋ ਇਹਨਾਂ ਨੂੰ ਉਹ ਹੁਣ ਜਿਹੜੇ ਪੈਸੇ ਉਹ ਮਾਰਨ ਦੀ ਤਾਕ ਦੇ ਵਿੱਚ ਹੀ ਨੇ। ਇਹਨਾਂ ਨੇ ਕੋਈ ਉਹੀ ਕਿਹਾ ਵੀ ਕੰਪਰੋਮਾਈਜ਼, ਬਾਈ ਨੇ ਜਿਵੇਂ ਕਿਹਾ ਵੀ ਕੰਪਰੋਮਾਈਜ਼ ਅਸੀਂ ਕਰਾਂਗੇ, ਤੇ ਇਹਨਾਂ ਨੇ ਮਤਲਬ ਉਹ ਕੰਪਰੋਮਾਈਜ਼ ਦਾ ਮਤਲਬ ਇਹੀ ਆ ਵੀ ਹਾਂ ਅਸੀਂ ਕੋਈ ਤੁਹਾਡੇ ਕੱਟ ਕੇ ਮੋੜਾਂਗੇ ਜਾਂ ਕਿਵੇਂ ਮੋੜਾਂਗੇ, ਬੱਚਿਆਂ ਦੇ ਪੈਸੇ ਮਤਲਬ ਸਿੱਧੇ ਤਰੀਕੇ ਨਾਲ ਮਾਰਨ ਦੀ ਤਾਕ ਦੇ ਵਿੱਚ ਨੇ ਇਹ, ਤੇ ਅਸੀਂ ਐਵੇਂ ਨਹੀਂ ਹੋਣ ਦੇਵਾਂਗੇ। ਤੇ ਅਸੀਂ ਉਹੀ ਯੂਨਾਈਟਿਡ ਹੋ ਕੇ ਲੜ ਰਹੇ ਹਾਂ ਸਾਰੇ ਬੱਚੇ, ਤੇ ਸਾਰੇ ਬੱਚਿਆਂ ਨੂੰ ਇਕੱਠੇ ਕਰ ਰਹੇ ਹਾਂ ਇੱਕ ਪਲੇਟਫਾਰਮ ਦੇ ਉੱਪਰ, ਤੇ ਅਸੀਂ ਬੱਚਿਆਂ ਦੇ ਸਾਰਿਆਂ ਦੇ ਜਿੰਨੇ ਇੰਡੀਆ ਦੇ ਵਿੱਚ ਬੈਠੇ ਆ ਉਹਨਾਂ ਦੀ ਸਾਰਿਆਂ ਦੀ ਵੀ ਕਦੋਂ ਤੁਸੀਂ ਪੈਸੇ ਭਰਿਆ ਤੇ ਕਦੋਂ ਰਿਫੰਡ ਵਾਸਤੇ ਅਪਲਾਈ ਕੀਤਾ, ਉਹ ਸਾਰਾ ਡਾਟਾ ਅਸੀਂ ਇਕੱਠਾ ਕਰ ਰਹੇ ਹਾਂ। ਤੇ ਅਸੀਂ ਉਹ ਸਾਰੇ ਡਾਟਾ ਨੂੰ ਇਕੱਠਾ ਕਰਕੇ ਇੱਕ ਜਿਹੜੇ ਇੱਥੋਂ ਦੇ ਮੰਨ ਲਓ ਚਾਹੇ ਸਾਨੂੰ ਕੋਈ ਲਾਅ ਫਾਰਮ ਕਰਨੀ ਪਵੇ, ਚਾਹੇ ਸਾਨੂੰ ਵਕੀਲ ਕਰਨਾ ਪਵੇ, ਜਿਵੇਂ ਇੰਡੀਆ ਦੇ ਵਿੱਚ ਕਰ ਰਿਹਾ ਬੱਚੇ, ਅਸੀਂ ਕੈਨੇਡਾ ਦੇ ਵਿੱਚ ਵੀ ਉਹ ਕਰਾਂਗੇ। ਕੋਈ ਸਾਨੂੰ ਜੇ ਸਾਨੂੰ ਮਤਲਬ ਕਿ ਕੋਰਟ ਤੱਕ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਤੇ ਪ੍ਰੋਟੈਸਟ ਵੀ ਕਰਾਂਗੇ, ਤੇ ਬਾਕੀ MP MLAs ਨਾਲ ਕੰਟੈਕਟ ਕਰਾਂਗੇ ਤਾਂ ਸਾਡੀ ਜਿਹੜੀ ਆ ਮਦਦ ਕੀਤੀ ਜਾਵੇ। ਬਿਲਕੁਲ। ਗੈਰੀ, ਅਸੀਂ ਇੰਡੀਅਨ ਐਂਗਲ ਤੋਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਇਸ ਵੇਲੇ ਜਿਹੜਾ ਤਮਾਮ ਬੱਚਾ ਭਾਰਤ ਦੇ ਵਿੱਚ ਖੱਜਲ ਹੋ ਰਿਹਾ, ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਇੱਥੇ ਐਡਮਿਸ਼ਨ ਲੈਣੀ ਸੀਗੀ, ਉਹਨਾਂ ਦੇ ਹਾਲਾਤ ਇਸ ਵੇਲੇ ਕੀ ਨਜ਼ਰ ਆ ਰਹੇ ਨੇ? ਦੇਖੋ, ਜਦੋਂ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੁੰਦੀ ਹੈ, ਸਭ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਉਹ ਹੁੰਦਾ ਕਿ ਉਸ ਕਾਲਜ ਬਾਰੇ ਸਮਝਣਾ, ਉਹਦੀ ਜਾਂਚ ਪੜਤਾਲ ਕਰਨੀ, ਉਹ ਕੈਨੇਡੀਅਨ ਗਵਰਨਮੈਂਟ ਦੇ ਅੰਡਰ ਹੈ ਕਾਲਜ ਨਹੀਂ, IRCC ਦੇ ਅੰਡਰ ਕੀ ਚੱਲ ਰਿਹਾ, ਉਹਦੀ ਜਾਂਚ ਪੜਤਾਲ ਬਹੁਤ ਜ਼ਰੂਰੀ ਹੁੰਦੀ ਹੈ, ਇੰਪੋਰਟੈਂਟ ਚੀਜ਼ ਹੈਗੀ ਹੈ ਇਹ। ਮੈਂ ਕੁਐਸਚਨ ਕੰਪਲੀਟ ਕਰਾਂਗੀ ਗੈਰੀ, ਇੱਕ ਕਾਲਰ ਆਪਣੇ ਨਾਲ ਜੁੜ ਰਹੇ ਨੇ, ਨਾਲ ਆਪਾਂ ਉਹਨਾਂ ਦੀ ਵੀ ਗੱਲ ਸੁਣ ਰਹੇ ਹਾਂ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੀ ਜੀ ਸਤਿ ਸ੍ਰੀ ਅਕਾਲ, ਤੇ ਆਪਣੇ ਸਾਰੇ ਬੱਚਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਜਿਹੜਾ ਇਹਨਾਂ ਦੀ ਦਿਖਦਾਰੀ ਜਿਹੜੀ ਘਟਨਾ ਮੈਂ ਸੁਣੀ ਆ ਸਾਰੀ, ਇਹਦੇ ਵਿੱਚ ਵੈਸੇ ਤਾਂ ਗੌਰਮੈਂਟ ਕੈਨੇਡੀਅਨ ਗੌਰਮੈਂਟ ਦੀ ਜਿਹੜੀ ਇਨਵੋਲਵੇਸ਼ਨ ਹੈ ਸਟੂਡੈਂਟ ਦੀ, ਜਦੋਂ ਕਿ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਦਾ ਇਹ ਚਲਾਇਆ ਸੀ ਨਾ ਪ੍ਰੋਸੈਸ, ਉਦੋਂ ਵੀ ਲੋਕਾਂ ਨੇ ਸਿਆਣਿਆਂ ਨੇ ਰੌਲਾ ਪਾਇਆ ਸੀਗਾ ਵੀ ਤੁਸੀਂ ਇਹਨੂੰ ਚਲਾਉਣ ਤੋਂ ਪਹਿਲਾਂ ਇਹਨੂੰ ਸੇਫ ਰੱਖੋ, ਕਿ ਜਦੋਂ ਇੰਟਰਨੈਸ਼ਨਲ ਸ਼ਬਦ ਲੱਗ ਜਾਂਦਾ ਤਾਂ ਉਹ ਜਿਹੜੇ ਕੋਈ ਵੀ ਬੰਦਾ ਜਿਹੜਾ ਆਉਂਦਾ ਹੈ ਉਹ ਜਿਹੜੀ ਕੰਟਰੀ ਦੇ ਵਿੱਚ ਆਉਂਦਾ ਤਾਂ ਕੰਟਰੀ ਦੀ ਗੌਰਮੈਂਟ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਇਹ ਹੁਣ ਬੱਚੇ ਵਿਚਾਰੇ ਕਿੰਨੇ ਜੰਗ ਆ ਔਰ ਇਹਨਾਂ ਨੇ ਆਪਣਾ ਜੀਵਨ ਦਾਅ ਤੇ ਲਾਤਾ, ਔਰ ਕੈਨੇਡੀਅਨ ਗੌਰਮੈਂਟ ਨੇ ਜਿਹੜੀ ਪ੍ਰਾਈਵੇਟ 2-2 ਰੂਮਾਂ ਦੇ ਵਿੱਚ ਕਾਲਜ ਖੋਲੀ ਬੈਠੇ ਆ ਲੋਕ, ਇਹਨਾਂ ਦਾ ਕੋਈ ਬਾਉਂਡ ਨਹੀਂਗਾ, ਤੇ ਫਿਰ ਇਹ ਰਿਸਪੌਂਸਿਬਿਲਿਟੀ ਕਿਹਦੀ ਹੈ? ਰਿਸਪੌਂਸਿਬਿਲਿਟੀ ਤਾਂ ਕੈਨੇਡੀਅਨ ਗਵਰਨਮੈਂਟ ਦੀ ਹੈ ਕਿ ਉਹ ਜਿਹੜੇ ਹੁਣ ਇਹ ਤਾਂ 25-30 ਹਜ਼ਾਰ ਡਾਲਰ ਕੈਨੇਡੀਅਨ ਉਹਨਾਂ ਨੂੰ ਜਮ੍ਹਾਂ ਕਰ ਦਿੰਦਾ, ਤੇ ਉਹਦੇ ਵਿੱਚ ਉਹ ਪੈਸਾ ਗਵਰਨਮੈਂਟ ਨੂੰ ਵੀ ਜਾਂਦਾ ਹੈ, ਤੇ ਗਵਰਨਮੈਂਟ ਦੀ ਤਾਂ ਸੁੱਤੀ ਪਈ ਬਿਲਕੁਲ। ਤੁਸੀਂ ਡਾਊਨਟਾਊਨ 'ਚ ਜਾ ਕੇ ਦੇਖੋ, ਕਈ ਜਿਹੜੇ ਅੱਜ ਤੋਂ 4 ਸਾਲ ਪਹਿਲਾਂ 2 ਰੂਮਾਂ ਦੇ ਵਿੱਚ 50 ਸਟੂਡੈਂਟ ਰੱਖੇ ਵੇ ਉਹਨਾਂ ਦੇ, ਔਰ ਬੱਚਿਆਂ ਨੂੰ ਉਹ ਫੇਰ ਇੰਨਾ ਤੰਗ ਕਰਦੇ ਆ ਕਿ ਉਹ ਵਿਚਾਰੇ ਪੜ੍ਹਨਗੇ ਉੱਥੇ। ਸੋ ਇਹ ਸਾਰਾ ਜਿਹੜਾ ਇਹ ਮੁੱਦਾ ਹੈ ਇਹ ਤਾਂ ਗਵਰਨਮੈਂਟ ਦਾ,
ਹੁਣ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਨੇ ਉਹ ਜਦੋਂ ਉਹ ਅਨਲੀਗਲ ਜਿਹੜੀਆਂ ਚੀਜ਼ਾਂ ਉਹਨਾਂ ਨੇ ਖੋਲੀਆਂ ਹੁਣ ਉਹ ਭੱਜ ਗਏ, ਇਹ ਕੋਈ ਸੋਲੂਸ਼ਨ ਥੋੜੋ ਆ ਜਾਂ ਕੋਈ ਆਨਸਰ ਥੋੜੋ ਹੈ। ਬਿਲਕੁਲ ਬਿਲਕੁਲ। ਸੋ ਮੈਂ ਤਾਂ ਇਹਨਾਂ ਬੱਚਿਆਂ ਨੂੰ ਇਹੀ ਰਿਕੁਐਸਟ ਕਰੂੰਗਾ ਵੀ ਤੁਸੀਂ ਥੋੜੇ ਜਿਹਾ ਸਟਰੋਂਗ ਹੋਵੋ, ਤੁਸੀਂ ਸਾਨੂੰ ਵੀ ਦੱਸੋ ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕੀਏ। ਬਿਲਕੁਲ ਬਰਾੜ ਸਾਹਿਬ, ਬਰਾੜ ਸਾਹਿਬ ਇਹ ਚੀਜ਼ ਨਹੀਂ ਹੁੰਦੀ ਸੁਸਾਈਡ ਕਰਨਾ ਕੋਈ, ਇਹ ਤੁਸੀਂ ਸਮਝਾਓ ਜੀ। ਸਾਰੇ ਤੁਸੀਂ। ਬਿਲਕੁਲ ਬਿਲਕੁਲ। ਕੋਈ ਗੱਲ ਨਹੀਂ, ਸਮੱਸਿਆ ਦਾ ਹੱਲ ਹੋ ਜਾਊਗਾ। ਅਸੀਂ ਇੱਥੇ ਕਿੰਨੇ ਬੈਠੇ ਆ ਪੰਜਾਬੀ ਲੋਕ, ਅਸੀਂ ਤੁਹਾਡੀ ਬਾਹ ਫੜਾਂਗੇ, ਕਿਉਂ ਨਾ ਫੜਾਂਗੇ ਅਸੀਂ। ਬਿਲਕੁਲ ਬਰਾੜ ਸਾਹਿਬ, ਮੈਂ ਸੀਰੀਅਸਲੀ ਪ੍ਰੋਸੈਸ ਨੂੰ ਚਲਾਓ, ਪ੍ਰੋਸੈਸ ਚਲਾ ਕੇ ਸਾਨੂੰ ਦੱਸੋ ਤੁਸੀਂ ਕਿੱਥੇ ਵੀ ਆ। ਮੇਰਾ ਨੰਬਰ ਇੱਥੇ ਆ ਗਿਆ ਹੋਊਗਾ, ਮੇਰੇ ਜੇ ਜਿੰਨੀ ਕੁ ਮੈਂ ਹੈਲਪ ਕਰ ਸਕਦਾ ਮੈਂ ਤੁਹਾਡੀ ਕਰੂੰਗਾ। ਬਰਾੜ ਸਾਹਿਬ ਕਰੂੰਗਾ, ਹੋਰ ਬਹੁਤ ਬੰਦੇ ਹੈਗੇ ਆ ਜੀ। ਬਰਾੜ ਸਾਹਿਬ, ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਨੇ, ਇਹਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਲੋੜ ਹੈ। ਸਟੂਡੈਂਟਸ ਜਿਹੜੇ ਨੇ ਉਹ ਸਰਮਾਇਆ ਹੁੰਦੇ ਨੇ ਕਿਸੇ ਵੀ ਕੰਟਰੀ ਦਾ, ਔਰ ਇਸ ਵੇਲੇ ਜਿਹੜੀ ਖੱਜਲ ਖੁਆਰੀ ਨਾਲ ਇਹ ਨਜਿੱਠ ਰਹੇ ਨੇ, ਨਾ ਸਿਰਫ ਇਹ ਵਿਦਿਆਰਥੀ ਸੜਕਾਂ ਤੇ ਉਤਰ ਕੇ ਪ੍ਰੋਟੈਸਟ ਕਰਨ ਜਾਂ ਸਰਕਾਰਾਂ ਅੱਗੇ ਬੈਠਣ, ਇੱਥੇ तमाम ਜਿਹੜੇ ਤੁਹਾਡੇ ਵਰਗੇ ਪਹਿਲਾਂ ਤੋਂ ਲੋਕ ਇੱਥੇ ਆ ਕੇ ਬੈਠੇ ਨੇ, ਸਿਟੀਜ਼ਨ ਨੇ, ਉਹਨਾਂ ਨੂੰ ਵੀ ਇਹਨਾਂ ਬੱਚਿਆਂ ਦੀ ਜਿਹੜੀ ਹੈ ਹੈਲਪ ਕਰਨੀ ਬਣਦੀ ਹੈ। ਤੁਸੀਂ ਆਪਣੇ ਪੱਧਰ ਦੇ ਉੱਤੇ ਵੀ ਕਿਸੇ ਵੀ ਤਰੀਕੇ ਨਾਲ ਸਾਰਿਆਂ ਤੱਕ ਰਾਬਤਾ ਕਾਇਮ ਕਰੋ ਔਰ ਇਹਨਾਂ ਬੱਚਿਆਂ ਦੀ ਕਿਸੇ ਵੀ ਤਰੀਕੇ ਨਾਲ ਹੈਲਪ ਕੀਤੀ ਜਾਏ। ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਲੈ ਕੇ ਆਓ ਇੱਥੇ, ਫਿਰ ਉਹਨਾਂ ਨੂੰ ਸਵਾਲ ਜਵਾਬ ਸਾਹਮਣੇ ਪੁੱਛੇ ਜਾਣ ਵੀ ਇੱਥੇ ਆ ਜਿਹੜਾ ਪ੍ਰੋਸੈਸ ਹੈ ਇਹ ਟੋਟਲੀ ਰੋਂਗ ਹੈ, ਕਿਉਂਕਿ ਇਹ ਪ੍ਰੋਸੈਸ ਤਾਂ ਬਿਲਕੁਲ ਨਹੀਂ ਠੀਕ। ਮੇਰੇ ਤਾਂ ਇੰਨੇ ਵਿਚਾਰ ਆ, ਜੇ ਮੈਂ ਤਾਂ ਇਹਨਾਂ ਦੇ ਨਾਲ ਖੜਾ ਹੋ, ਮੇਰੇ ਵਰਗੇ ਮੇਰਾ ਖਿਆਲ ਲੱਖਾਂ ਹੀ ਲੋਕ ਇਹਨਾਂ ਦੇ ਨਾਲ ਖੜਨਗੇ, ਕਿਉਂਕਿ ਬੱਚੇ ਆ, ਇਹ ਸਾਡੇ ਹੀ ਬੱਚੇ ਆ। ਬੱਚਾ ਕੋਈ ਵੀ ਹੋਵੇ, ਕਿਸੇ ਵੀ ਨੇਸ਼ਨ ਦਾ ਹੋਵੇ, ਕਿਉਂਕਿ ਕੈਨੇਡਾ ਇੱਥੇ ਇੱਕ ਪਾਸੇ ਅਸੀਂ ਹਿਊਮਨ ਰਾਈਟਸ ਲਈ ਲੜ ਰਹੇ ਆ, ਦੁਨੀਆ ਦੇ ਵਿੱਚ ਅਸੀਂ ਰੌਲਾ ਪਾਉਂਦੇ। ਸੋ ਮੇਰੇ ਵਿਚਾਰ ਇਹ ਹੈ ਕਿ ਥੋੜਾ ਜਿਹਾ ਸਟਰੋਂਗ ਹੋਣ, ਇਸ ਪਾਸੇ ਨੂੰ ਕਦੇ ਨਹੀਂ ਜਾਣਾ ਚਾਹੀਦਾ। ਕੋਈ ਗੱਲ ਨਹੀਂ, ਜੀਵਨ ਹੈ, ਜੀਵਨ ਦੇ ਵਿੱਚ ਤੁਹਾਨੂੰ ਚੈਲੰਜ ਆਇਆ, ਇਸ ਨੂੰ ਕਬੂਲ ਕਰੋ। ਸੋ ਤਕੜੇ ਹੋ ਪੁੱਤ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਮੇਰੇ ਵਰਗੇ ਲੱਖਾਂ ਹੀ ਲੋਕ ਤੁਹਾਡੇ ਨਾਲ ਖੜਨਗੇ। ਤੁਸੀਂ ਸਾਨੂੰ ਦੱਸਿਓ ਕੀ ਕਰਨਾ। ਅਸੀਂ ਮੈਂਬਰ ਆਫ ਪਾਰਲੀਮੈਂਟ, ਮਿਨਿਸਟਰ ਤੱਕ ਜਿਹੜੀ ਵੀ ਅਸੀਂ ਅਪਰੋਚ ਕਰ ਸਕਦੇ ਆ ਉਹ ਤੁਹਾਡੀ ਅਸੀਂ ਸਪੋਰਟ ਕਰਾਂਗੇ। ਸੋ ਇਹ ਸਮਾਂ ਦੇਣ ਦਾ ਸ਼ਹਿਰੀ ਜੀ ਥੈਂਕ ਯੂ। ਤੁਸੀਂ ਇਹਨਾਂ ਨੂੰ ਲੈ ਕੇ ਆਏ ਆ, ਬੱਚਿਆਂ ਨੂੰ ਇਹਨਾਂ ਦੇ ਕਿਉਂਕਿ ਇਹ ਜੀਵਨ ਬੜਾ ਔਖਾ ਹੁੰਦਾ ਜਦੋਂ ਇੱਕ ਬਗਾਨੇ ਦੇਸ਼ ਦੇ ਵਿੱਚ ਆ ਕੇ ਇੱਕ ਫਾਈਨੈਂਸ਼ੀਅਲੀ ਬੰਦਾ ਤੰਗ ਹੋ ਜੇ, ਦੂਜਾ ਉਹਦਾ ਕੋਈ ਫਿਊਚਰ, ਕਿਉਂਕਿ ਹਰ ਬੰਦਾ ਫਿਊਚਰ ਲਈ ਕੈਨੇਡਾ ਚਾਹੁੰਦਾ, ਆਪਣਾ ਸਾਰਾ ਜੀਵਨ ਦਾਅ ਤੇ ਲਾ ਕੇ ਆਉਂਦੇ ਪੰਜਾਬ ਤੋਂ, ਆਪਣੀਆਂ ਜ਼ਮੀਨਾਂ, ਆਪਣੇ ਮਾਂ ਪਿਓ, ਉਹ ਵਿਚਾਰੇ ਪਿੱਛੇ ਕੀ ਸੋਚਦੇ ਹੋਣਗੇ। ਸੋ ਸਾਨੂੰ ਇਹ ਮੁੱਦੇ ਨੂੰ ਉਠਾਉਣਾ ਚਾਹੀਦਾ, ਸਾਨੂੰ ਸੈਲਫਿਸ਼ ਨਹੀਂ ਹੋਣਾ ਚਾਹੀਦਾ। ਅਸੀਂ ਪੰਜਾਬੀ ਆ, ਅਸੀਂ ਸਿੱਖ ਆ, ਅਸੀਂ ਕੁਝ ਵੀ ਆ, ਪਰ ਅਸੀਂ ਇਨਸਾਨ ਆ। ਰਾਈਟ, ਇੱਕ ਇਨਸਾਨ ਜਿਹੜੇ ਇਹ ਵੀ ਇਨਸਾਨ ਆ, ਸਾਡੀ ਅੰਸ਼ ਆ। ਜਾਨਵਰ ਵੀ ਆਪਣੀ ਅੰਸ਼ ਲਈ ਲੜਦੇ ਆ, ਅਸੀਂ ਤਾਂ ਇਨਸਾਨ ਆ, ਫਿਰ ਸਾਨੂੰ ਲੜਨਾ ਚਾਹੀਦਾ। ਸੋ ਤੁਹਾਡਾ ਵੀ ਧੰਨਵਾਦ, ਤੁਹਾਡੇ ਟੀਵੀ ਚੈਨਲ ਦਾ ਵੀ, ਕਿ ਤੁਸੀਂ ਇਹ ਮੁੱਦਾ ਲੈ ਕੇ ਆਏ। ਇਹ ਜਿਹੇ ਮੁੱਦੇ ਲਿਆਉਣੇ ਚਾਹੀਦੇ ਕਿਉਂਕਿ ਸਾਨੂੰ ਪਤਾ ਲੱਗੇ ਕਿ ਕੀ ਹੋ ਰਿਹਾ, ਕਿਉਂਕਿ ਇਹ ਤਾਂ ਪੈਸੇ ਬਣਾਉਣ ਵਾਲੇ ਲੋਕ ਆਏ। ਅਫਸਰ ਥੋੜੋ ਵੀ ਕਹਿ ਦੋ ਵੀ ਉਹ ਤਾਂ ਜੀ ਬੈਂਕਰਪਸੀ ਹੋ ਗਏ ਤੇ ਚਲੇ ਗਏ। ਸੋ ਤਕੜੇ ਹੋ ਕੇ ਲੜੋ। ਜਿੱਥੇ ਸਾਡੀ ਵੀ ਲੋੜ ਆ ਸਾਨੂੰ ਦੱਸਿਓ, ਤੁਸੀਂ, ਮੇਰਾ ਨੰਬਰ ਹੈਗਾ, ਮੈਨੂੰ ਦੱਸਿਓ, ਮੈਂ ਹੋਰ ਬੰਦਿਆਂ ਨੂੰ ਇਕੱਠੇ ਕਰੂੰਗਾ, ਸਪੋਰਟ ਕਰਾਂਗੇ। ਓਕੇ ਜੀ, ਥੈਂਕ ਯੂ ਜੀ, ਤੁਹਾਡਾ ਸਮਾਂ ਦੇਣ। ਬਿਲਕੁਲ ਡਾਕਟਰ ਸਾਹਿਬ, ਥੈਂਕ ਯੂ ਜੀ। ਥੈਂਕ ਯੂ। ਤੁਹਾਡੇ ਸਾਰੇ ਸਟੂਡੈਂਟਸ ਲਈ ਇੱਕ ਵਧੀਆ ਗੱਲ ਹੈ ਕਿ ਜਿਹੜੇ ਇੱਥੋਂ ਦੇ ਲੋਕ ਹੈ ਉਹ ਇਸ ਮੁੱਦੇ ਨੂੰ ਪ੍ਰੋਪਰ ਜਾਣਦੇ ਵੀ ਨੇ ਔਰ ਇਸ ਮੁਤਲਕ ਉਹ ਗੱਲਬਾਤ ਵੀ ਕਰ ਰਹੇ ਨੇ, ਕਾਲ ਵੀ ਕਰਦੇ ਨੇ ਔਰ ਬਕਾਇਦਾ ਤੁਹਾਨੂੰ ਇਸ ਸੰਬੰਧੀ ਹੌਸਲਾ ਵੀ ਦੇ ਰਹੇ ਨੇ ਕਿ ਤੁਹਾਡੇ ਨਾਲ ਸਾਰੇ ਖੜੇ ਹੋਏ ਨੇ। ਸੋ ਇਹ ਜਿਹੜੇ ਸਟੂਡੈਂਟਸ ਗੈਰੀ, ਮੈਂ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗੀ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਨੇ, ਦੀਪਾਕਸ਼ੀ, ਗੁਰਵਿੰਦਰ, ਜਸਪ੍ਰੀਤ ਔਰ ਹੋਰ ਜਿਹੜੇ ਜਿੰਨੇ ਜ਼ਿਆਦਾ ਵਿਦਿਆਰਥੀ ਨੇ ਕਾਲਜਿਸ ਦੇ ਵਿੱਚ, ਇਹ ਆਪਣੀ ਫਾਈਟ ਲੜ ਰਹੇ ਨੇ ਆਪਣੇ ਤੌਰ ਤੇ ਉੱਤੇ, ਕਿਉਂਕਿ ਕੈਨੇਡਾ ਦੇ ਵਿੱਚ ਬੈਠੇ ਨੇ। ਵੱਡੀ ਖੱਜਲ ਖੁਆਰੀ ਹੁੰਦੀ ਹੈ ਜਿਹੜੇ ਇੰਡੀਆ ਦੇ ਵਿੱਚ ਬੈਠੇ, ਜਿਨ੍ਹਾਂ ਨੇ ਬਹੁਤ ਸਾਰੀਆਂ ਫੀਸਾਂ ਆਲਰੇਡੀ ਭਰ ਚੁੱਕੇ ਨੇ, ਉਹ ਨਾ ਤਾਂ ਇੱਥੇ ਪਹੁੰਚ ਪਾਏ ਕਿਉਂਕਿ ਉਹਨਾਂ ਦਾ ਸਾਲ ਇਹ ਵਾਲਾ ਸ਼ੁਰੂ ਹੋਣਾ ਸੀ 2022। ਬੜੇ ਸੁਪਨੇ ਸੀਗੇ ਸਾਰਿਆਂ ਦੇ ਔਰ ਕਈਆਂ ਦੇ ਉਸ ਤੋਂ ਪਹਿਲਾਂ ਦੇ ਆਉਣ ਦੇ ਸੁਪਨੇ ਸੀਗੇ ਕੈਨੇਡਾ ਦੇ ਵਿੱਚ, ਕੈਨੇਡਾ ਦੇ ਕਾਲਜਿਸ ਦੇ ਵਿੱਚ ਜਾਵਾਂਗੇ, ਐਡਮਿਸ਼ਨ ਲਾਂਗੇ, ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਉਹ ਇਸ ਵੇਲੇ ਵਾਕਈ ਜਿਹੜੇ ਟਰੋਮਾ ਤੋਂ ਇਸ ਵੇਲੇ ਗੁਜ਼ਰ ਰਹੇ ਨੇ ਜਾਂ ਉਹ ਖੁਦਕੁਸ਼ੀ ਦੀਆਂ ਗੱਲਾਂ ਕਰ ਰਹੇ ਨੇ, ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਵਰਗੇ ਜਿਹੜੇ ਲੋਕ ਹੈ ਅਗਵਾਈ ਕਰ ਰਹੇ ਨੇ ਸਟੂਡੈਂਟਸ ਦੀ, ਉਹਨਾਂ ਨੂੰ ਤਸੱਲੀ ਦੇਣ, ਹੌਸਲਾ ਦੇਣ ਤੇ ਮੁੱਦਾ ਜਿਹੜਾ ਸੋਲਵ ਮਿਲ ਕੇ ਹੋ ਸਕਦਾ ਹੈਗਾ। ਗੈਰੀ, ਮੈਂ ਤੁਹਾਡੇ ਨਾਲ ਸਵਾਲ ਹੀ ਕਰ ਰਹੀ ਸੀ ਕਿ ਜਦੋਂ ਐਡਮਿਸ਼ਨ ਕਰਾਈ ਜਾਂਦੀ ਹੈ ਤਾਂ ਕਾਲਜਿਸ ਦੀ ਬੜੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ। ਇੱਕ ਆਪਣੇ ਤੌਰ ਦੇ ਉੱਤੇ ਇੱਕ ਐਡਾ ਵੱਡਾ ਇੱਕ ਕਹਿ ਸਕਦੇ ਹਾਂ ਵੀ ਧੰਦਾ ਜਿਹੜਾ ਚੱਲ ਰਿਹਾ, ਇੱਕ ਬਿਜ਼ਨਸ ਜਿਹੜਾ ਕੰਸਲਟੈਂਟਸ ਦਾ ਚੱਲਦਾ ਹੈਗਾ, ਜਿਨ੍ਹਾਂ ਨੇ ਆਪਣੀ ਦੁਕਾਨ ਹੀ ਇੱਥੇ ਚਲਾਉਣੀ ਹੁੰਦੀ, ਚਾਹੇ ਉਹ ਜਿਹਨੂੰ ਭੇਜਣਾ ਕਿਸੇ ਵੀ ਕੰਟਰੀ ਦੇ ਵਿੱਚ ਕਿਤੇ ਵੀ ਸੁੱਟ ਦੇਣੋ, ਅਸੀਂ ਜ਼ਿਆਦਾ ਧਿਆਨ ਨਹੀਂ ਦਿੰਦੇ। ਅਸੀਂ ਪੂਰੀ ਤਰ੍ਹਾਂ ਡਿਪੈਂਡ ਕਰਦੇ ਹਾਂ ਉਸ ਕੰਸਲਟੈਂਟ ਦੇ ਉੱਤੇ ਵੀ ਉਹ ਸਾਨੂੰ ਬਸ ਕੈਨੇਡਾ ਪਹੁੰਚਾ ਦੇ, ਬਸ ਉਹ ਸਾਨੂੰ ਆਸਟ੍ਰੇਲੀਆ ਪਹੁੰਚਾ ਦੇ, UK ਪਹੁੰਚਾ ਦੇ, ਕਿਤੇ ਵੀ ਉਹ ਸਾਨੂੰ ਪਹੁੰਚਾਏ, ਅਸੀਂ ਨਿਕਲ ਜਾਵਾਂਗੇ ਇਸ ਸਿਚੁਏਸ਼ਨ 'ਚੋਂ, ਪਰ ਇੱਕ ਵਾਰੀ ਬਾਹਰ ਜਾਣਾ। ਇੱਕ ਪੁਆਇੰਟ ਇਹ ਬਹੁਤ ਸੈੱਟ ਹੁੰਦਾ। ਹੁਣ ਜਦੋਂ ਇਹ ਕਾਲਜ ਦੀ ਜਿਹੜੀ RPI ਗਰੁੱਪ ਹੈ, ਇਹਨਾਂ ਦੀ ਇਨਫੋਰਮੇਸ਼ਨ ਪਹਿਲਾਂ ਵੀ ਮਿਲ ਚੁੱਕੀ ਹੈ ਵੀ ਇਹ ਪਹਿਲਾਂ ਇਹਨਾਂ ਦੇ ਉੱਤੇ ਬੈਨ ਲੱਗਿਆ ਸੀ ਵੀ ਇੰਟਰਨੈਸ਼ਨਲ ਸਟੂਡੈਂਟ ਨਹੀਂ ਬੁਲਾਉਣਗੇ। 2001 ਦੇ ਵਿੱਚ ਜਾ ਕੇ ਇਹਨਾਂ ਨੂੰ ਫਿਰ ਤੋਂ ਇਸ ਚੀਜ਼ ਦੀ ਅਥਾਰਟੀ ਮਿਲੀ ਹੈ।
ਕੀ ਉਸ ਚੀਜ਼ ਦੀ ਛਾਣਬੀਨ ਨਹੀਂ ਕੀਤੀ ਗਈ ਜਦੋਂ ਇੰਨੇ ਸਾਰੇ ਉੱਥੇ ਬੈਠੇ ਸਟੂਡੈਂਟਸ ਨੇ ਇਹਨਾਂ ਦੇ ਕਾਲਜਸ ਦੇ ਵਿੱਚ ਐਡਮਿਸ਼ਨ ਲਿੱਤੀ? ਇਸ ਚੀਜ਼ ਦੀ ਜਾਂਚ ਪੜਤਾਲ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ। ਐਕਚੁਅਲੀ ਮੈਮ ਐਮ ਕਾਲਜ ਦੀ ਜਿਹੜੀ ਮਾਰਕੀਟਿੰਗ ਇੰਡੀਆ 'ਚ ਹੋਈ ਹੈ ਜਾਂ ਆਲ ਓਵਰ ਆਪਾਂ ਕਹਿ ਲਈਏ ਕਿ ਸਾਰੇ ਪਾਸੇ ਚਾਹੇ ਇੰਡੀਆ ਜਾਂ ਹੋਰ ਵੀ ਕੰਟਰੀਜ਼ 'ਚ, ਉਹ ਇੱਕ ਬੈਸਟ ਵੇ ਐਜੂਕੇਸ਼ਨ ਦੇ ਥਰੂ ਹੋਈ ਹੈ। ਲਾਈਕ ਜਿਹੜੀ ਇਹਨਾਂ ਨੇ ਮਾਰਕੀਟਿੰਗ ਕੀਤੀ ਹੈ ਕਾਫੀ ਹਾਈ ਸਕੇਲ ਤੇ ਕੀਤੀ, ਕਿ ਫ੍ਰੀ ਲੈਪਟਾਪ, ਫ੍ਰੀ ਜਿਮ ਫੈਸਿਲਿਟੀ, ਫ੍ਰੀ ਪੂਲ, ਫ੍ਰੀ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਸ਼ੋਰਟ ਚ ਵੀ ਚੋਗਾ ਪਾਇਆ ਗਿਆ, ਵੱਧ ਤੋਂ ਵੱਧ ਚੋਗਾ ਜਿਹੜਾ ਵਿਦਿਆਰਥੀਆਂ ਨੂੰ ਪਾ ਦਿੱਤਾ ਗਿਆ, ਕਿਉਂਕਿ ਇੱਕ ਤਰ੍ਹਾਂ ਕਹਿ ਸਕਦੇ ਹਾਂ। ਕਿਉਂਕਿ ਪ੍ਰਾਈਵੇਟ ਕਾਲਜਸ ਦੀ ਹਿਸਟਰੀ ਅਸੀਂ ਜਾਣਦੇ ਹਾਂ ਕਿ ਪ੍ਰਾਈਵੇਟ ਕਾਲਜਸ ਖੱਜਲ ਕਰਦੇ ਨੇ ਬੱਚਿਆਂ ਨੂੰ। ਹਾਂ ਨਹੀਂ ਮੈਮ, ਇੱਕ ਹੋਰ ਦੱਸਦਾ, ਕਿਉਂਕਿ ਹੁਣ ਕਈ ਪ੍ਰਾਈਵੇਟ ਕਾਲਜਸ ਹੈਗੇ ਆ ਜਿਹਨੂੰ ਆਪਾਂ ਦੇਖੋ ਸਭ ਇੰਡੀਆ 'ਚ ਬੈਠੇ ਸਟੂਡੈਂਟਸ, ਈਵਨ ਚਾਹੇ ਕੋਈ ਕੰਸਲਟੈਂਟ ਕਹਿ ਲਓ ਜਾਂ ਕੈਨੇਡਾ 'ਚ ਬੈਠੇ ਸਟੂਡੈਂਟ, ਇੱਕੋ ਹੀ ਜ਼ਰੀਆ ਆ ਕਾਲਜ ਜੈਨੂਨ ਹੈਗਾ ਕਿ ਨਹੀਂ ਹੈਗਾ ਸਾਡੇ ਕੋਲ ਚੈੱਕ ਕਰਨ ਦਾ, ਕਿ ਉਹ DLA ਅਪਰੂਵਡ ਹੈਗਾ ਕਿ ਨਹੀਂ ਹੈਗਾ, ਉਹਦੇ ਕੋਲ PGWP ਹੈਗਾ ਕਿ ਨਹੀਂ ਹੈਗਾ। ਅਸੀਂ ਉਹੀ ਚੈੱਕ ਕਰਦੇ ਹਾਂ ਕਿ ਹਾਂ ਇਹ ਅਵੇਲੇਬਲ ਆ, ਸੋ ਦਿਸ ਇਜ਼ ਦਾ ਬੈਸਟ ਕਾਲਜ। ਕਿਉਂਕਿ ਹੁਣ ਕਈ ਪ੍ਰਾਈਵੇਟ ਕਾਲਜ ਹੈਗੇ ਜਿੱਦਾਂ ਐਸਐਂਡਾ ਕਾਲਜ ਹੈ, AOL ਹੈਗਾ, ਜਿਨ੍ਹਾਂ ਕੋਲ DLI ਔਰ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਹੈਗਾ, ਠੀਕ ਹੈ ਨਾ ਜੀ। ਤੇ ਸਟੂਡੈਂਟ ਇੱਦਾਂ ਹੀ ਡਿਫਰੈਂਸ਼ੀਏਟ ਕਰਦੇ ਆ ਵੀ ਅਸੀਂ ਇਹ ਦੇਖਣਾ ਵੀ ਕਿਹੜਾ DLI ਲਿਸਟ 'ਚ ਆ ਰਿਹਾ ਆ ਔਰ ਕਿਹਦੇ ਕੋਲ ਪੋਸਟ ਸਟੱਡੀ ਵਰਕ ਪਰਮਿਟ ਹੈਗਾ ਆ। ਹੁਣ ਜਦੋਂ 19 'ਚ ਫਾਈਲਸ ਲੱਗਣੀਆਂ ਸਟਾਰਟ ਹੋਈਆਂ ਐਮ ਕਾਲਜ ਦੀਆਂ, ਮਤਲਬ ਵੀਜ਼ਾਸ ਆ ਰਹੇ ਸੀਗੇ, ਮਤਲਬ ਇਹ ਨਹੀਂ ਹੈ ਕਿ ਸ਼ੁਰੂ ਤੋਂ ਹੀ ਫਰੋਡ ਚੱਲਦਾ ਆ ਰਿਹਾ, ਵੀਜ਼ਾਸ ਆ ਰਹੇ ਸੀਗੇ। ਇਹ ਤਾਂ ਜਦੋਂ ਕੋਵਿਡ ਦੇ ਦੌਰਾਨ ਲੋਕਡਾਊਨ ਲੱਗਾ ਉਸ ਤੋਂ ਬਾਅਦ ਜੋ ਮਤਲਬ ਕਿ ਵਿੱਚ ਚੇਂਜਿਸ ਹੋਈਆਂ ਆ, ਜੋ ਸਾਰਾ ਕੁਛ ਇਹਨਾਂ ਦੇ ਆਪਸ 'ਚ ਚੱਲ ਰਿਹਾ ਸੀਗਾ ਇਹਨਾਂ ਦੇ ਡਾਇਰੈਕਟਰਸ ਦੇ ਵਿੱਚ, ਕਿਉਂਕਿ ਹੁਣ ਜਿਹੜਾ ਬੈਸਟ ਵੇ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਮਿਸਟਰ ਰੋਹਿਤ ਉੱਪਲ, ਉਹਨਾਂ ਦਾ ਵੀ ਇੱਕ ਐਫੀਡੇਵਿਟ ਸਾਹਮਣੇ ਆਇਆ ਆ। ਉਹਦੇ 'ਚ ਉਹਨਾਂ ਨੇ ਲਿਖਿਆ ਕਿ ਉਹਨਾਂ ਨਾਲ ਇੱਕ ਸੈਟਲਮੈਂਟ ਐਗਰੀਮੈਂਟ ਹੋਇਆ ਸੀਗਾ ਜਿਹੜੇ ਬਾਕੀ ਡਾਇਰੈਕਟਰ ਸੀਗੇ ਇਸ ਗਰੁੱਪ ਦੇ, ਤੇ ਉਹਦੇ ਅਕੋਰਡਿੰਗਲੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਤਲਬ ਜਿਹੜੇ ਕੈਰੋਲ ਜਾਂ ਹੋਰ ਇਹਨਾਂ ਦੀ ਫੈਮਿਲੀ ਸੀਗੀ, ਗਰੁੱਪ ਸੀਗਾ ਜਿਹੜਾ RPS ਗਰੁੱਪ, ਇਹ ਕਾਲਜ ਨੂੰ ਬੰਦ ਕਰਨਾ ਚਾਹੁੰਦਾ ਸੀਗਾ। ਤੇ ਬੈਸਟ ਵੇ ਵਾਲੇ ਕਹਿ ਰਹੇ ਸੀਗੇ ਕਿ ਅਸੀਂ ਇਨਸਿਸਟ ਕਰ ਰਹੇ ਸੀਗੇ ਕਿ ਕਾਲਜ ਬੰਦ ਨਾ ਕਰੋ ਔਰ ਜਿਹੜੇ ਸਟੂਡੈਂਟ ਦਾ ਰਿਫੰਡ ਆਣਾ ਉਹ ਤੁਸੀਂ ਦੇਵੋ। ਬਟ ਉਹ ਕਹਿੰਦਾ ਕਿ ਆਈ ਵਾਸ ਸ਼ੌਕਡ ਕਿ ਜਦੋਂ ਕੋਰਟ ਹੀਅਰਿੰਗ ਜਾਂ ਇਹ ਸਾਰਾ ਕੁਝ ਸਟਾਰਟ ਹੋਇਆ ਤਾਂ ਮੈਨੂੰ ਸ਼ੌਕ ਲੱਗਾ ਕਿ ਇਹ ਕਿਸ ਪਾਸੇ ਨੂੰ ਚੱਲ ਪਏ ਨੇ। ਸੋ ਮਤਲਬ ਕਿ ਇਹ ਬਹੁਤ ਇਹਨਾਂ ਦਾ ਆਪਸੀ ਇੰਟਰਨਲ ਇਸ਼ੂ ਵੀ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ ਔਰ ਕਿਤੇ ਨਾ ਕਿਤੇ IRCC ਨੂੰ ਪਤਾ ਸੀਗਾ, ਕਿਉਂਕਿ ਕੋਵਿਡ ਤੋਂ ਬਾਅਦ ਜਦੋਂ 1 ਸਾਲ ਬਾਅਦ ਟਰੈਵਲ ਸਟਾਰਟ ਹੋਇਆ ਆ, ਬਾਕੀ ਪ੍ਰੋਵਿੰਸਿਸ ਦੇ ਵੀਜ਼ਾਸ ਆਣੇ ਸਟਾਰਟ ਹੋ ਗਏ ਸੀਗੇ, ਸਿਰਫ ਮੌਂਟਰੀਅਲ ਦੇ ਵੀਜ਼ਾਸ ਨਹੀਂ ਆ ਰਹੇ ਸੀ। ਮੀਨਸ ਈਵਨ IRCC ਨੂੰ ਵੀ ਪਤਾ ਸੀ, ਗਵਰਨਮੈਂਟ ਨੂੰ ਵੀ ਪਤਾ ਸੀ ਕੋਈ ਇਸ਼ੂ ਹੈਗਾ ਜਾਂ ਅਸੀਂ ਵੀਜ਼ਾਸ ਨਹੀਂ ਦੇਣੇ। ਤਾਂ ਦੈਟ ਟਾਈਮ ਕਿਉਂ ਨਹੀਂ ਸਟੂਡੈਂਟਸ ਨੂੰ ਇਹਨਾਂ ਨੇ ਵਾਰਨ ਕੀਤਾ, ਕਿਉਂਕਿ ਉਸ ਟਾਈਮ ਵੀ ਨਵੀਆਂ ਐਪਲੀਕੇਸ਼ਨਸ ਲੱਗ ਰਹੀਆਂ ਸੀਗੀਆਂ ਇਹਨਾਂ ਕਾਲਜਸ ਦੀਆਂ ਜੀ, ਕਿਉਂਕਿ ਜਿਹੜੇ ਫਸ ਗਏ ਉਹ ਤਾਂ ਫਸ ਗਏ, ਹੁਣ ਤੁਸੀਂ ਜਿਹੜੇ ਨਵੇਂ ਫਸ ਰਹੇ ਉਹਨਾਂ ਨੂੰ ਤਾਂ ਤੁਹਾਨੂੰ ਬਚਾਉਣਾ ਚਾਹੀਦਾ ਆ। ਮੈਂ ਮਤਲਬ ਸਮਝਦਾ ਕਿ ਸਾਰੇ ਰਿਸਪੌਂਸੀਬਲ ਹੈਗੇ ਨੇ, ਸਾਰਿਆਂ ਦੀ ਗਲਤੀ ਹੈ ਔਰ ਜਿਹੜੇ ਭੁਗਤ ਰਹੇ ਨੇ ਉਹ ਸਟੂਡੈਂਟਸ ਤੇ ਮਤਲਬ ਬੱਚੇ ਭੁਗਤ ਰਹੇ ਨੇ ਉਹ। ਬਿਲਕੁਲ। ਦੀਪਾਕਸ਼ੀ, ਇਸ ਵੇਲੇ ਜਦੋਂ ਘਰੋਂ ਕਾਲ ਆਉਂਦੀ ਹੈ ਤੇ ਜਦੋਂ ਪੈਰੈਂਟਸ ਪੁੱਛਦੇ ਨੇ ਕਿ ਕੀ ਚੱਲ ਰਿਹਾ ਹੈ ਕੀ ਨਹੀਂ, ਕਿਉਂਕਿ ਇਹ ਮੁੱਦਾ ਸਭ ਤੱਕ ਪਹੁੰਚ ਗਿਆ ਹੋਇਆ, ਤੁਹਾਡੇ ਘਰਦਿਆਂ ਨੂੰ ਵੀ ਪਤਾ ਚੱਲ ਗਿਆ ਹੋਣਾ, ਤੇ ਕੀ ਫਿਰ ਉਹਨਾਂ ਨੂੰ ਕੀ ਦੱਸਦੇ ਹੋ, ਕਿਵੇਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਕੀ ਭਰੋਸਾ ਉਹਨਾਂ ਨੂੰ ਦਿੰਦੇ ਹੋ, ਤੇ ਤੁਹਾਨੂੰ ਸਪੈਸ਼ਲੀ ਖੁਦ ਨੂੰ ਕੀ ਉਮੀਦ ਲੱਗ ਰਹੀ ਹੈਗੀ ਹੈ? ਜੀ ਦੀਪਾਕਸ਼ੀ, ਤੁਹਾਡੀ ਆਵਾਜ਼ ਫਿਲਹਾਲ ਸਾਡੇ ਤੱਕ ਪਹੁੰਚ ਨਹੀਂ ਪਾ ਰਹੀ। ਹੈਲੋ ਜੀ, ਸੁਣ ਪਾ ਰਹੇ ਹਾਂ ਤੁਹਾਨੂੰ ਦੀਪਾਕਸ਼ੀ, ਹੁਣ ਬੋਲੋ। ਜਦੋਂ ਅਸੀਂ ਇੰਡੀਆ ਤੋਂ ਆਉਂਦੇ ਹਾਂ ਅਸੀਂ ਬਹੁਤ ਜ਼ਿਆਦਾ ਟਰਸਟ ਕਰਕੇ ਆਉਂਦੇ ਹਾਂ ਕੈਨੇਡਾ ਦੀ ਗਵਰਨਮੈਂਟ ਦੇ ਉੱਤੇ ਕਿ ਅਸੀਂ ਇੱਥੇ ਸੇਫ ਹੋਵਾਂਗੇ, ਐਜੂਕੇਸ਼ਨ ਬਹੁਤ ਵਧੀਆ ਹੈ। ਲੇਕਿਨ ਅੱਜ ਕੁਛ ਵੀ ਜਦੋਂ ਨਹੀਂ ਹੋ ਰਿਹਾ, ਇੰਨੇ ਜ਼ਿਆਦਾ ਟਵੀਟਸ ਕੀਤੇ ਜਾ ਰਹੇ ਨੇ, ਮੇਲਸ ਕੀਤੀਆਂ ਜਾ ਰਹੀਆਂ ਨੇ, ਹੁਣ ਲੈਟਰਸ ਪੋਸਟ ਕਰਨ ਦਾ ਵੀ ਸੋਚਿਆ ਜਾ ਰਿਹਾ ਕਿ ਗਵਰਨਮੈਂਟ ਨੂੰ ਕੀਤੀਆਂ ਜਾਵੇ ਤਾਂ ਕਿ ਉਹ ਅੱਗੇ ਆ ਕੇ ਸਾਨੂੰ ਉਹਨਾਂ ਦੀ ਸਪੋਰਟ ਚਾਹੀਦੀ ਹੈ, ਉਹ ਜੋ ਨਹੀਂ ਮਿਲ ਰਹੀ। ਫੈਮਿਲੀ ਵੱਲੋਂ ਕਾਲਸ ਆਉਂਦੀਆਂ ਨੇ, ਅਸੀਂ ਭਰੋਸਾ ਦਿਲਾਉਂਦੇ ਹਾਂ ਕਿ ਹਾਂ ਅਸੀਂ ਫਾਈਟ ਕਰ ਰਹੇ ਹਾਂ ਐਂਡ ਦਾ ਰਿਜ਼ਲਟ ਨਿਕਲੇਗਾ। ਵੱਧ ਤੋਂ ਵੱਧ ਆਪਣੀ ਵੌਇਸ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਥਰੂ ਡਿਫਰੈਂਟ ਮੀਡੀਆਜ਼, ਲੇਕਿਨ ਅਜੇ ਤੱਕ ਕੁਝ ਵੀ ਨਹੀਂ ਹੋ ਰਿਹਾ। ਜੀ ਦੀਪਾਕਸ਼ੀ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ, ਇਸ ਤਰ੍ਹਾਂ ਹੈਗਾ ਜੀ, ਅੱਜ ਤੋਂ ਨਾ 6-7 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਨਾ ਆਪਣੇ ਬੰਦਿਆਂ ਨੇ ਆਪਣੇ ਸਟੂਡੈਂਟਾਂ ਨਾਲ ਬੜਾ ਵੱਡਾ ਧੋਖਾ ਕੀਤਾ ਸੀਗਾ। 40-50 ਹਜ਼ਾਰ ਸਟੂਡੈਂਟ ਪੰਜਾਬ ਦਾ ਆਸਟ੍ਰੇਲੀਆ ਤੋਂ ਮੁੜਿਆ ਸੀ, ਆ ਕੇ ਵਿਚਾਰੇ ਨਸ਼ਿਆਂ ਦੇ ਵਿੱਚ ਸਾਰੇ ਘਰ ਬਰਬਾਦ ਹੋ ਗਏ ਜੀ। ਇੱਥੇ ਦੇਖੋ, ਸ਼ਹਿਰੀ ਗੱਲ ਸੁਣੋ, 3-4 ਸਾਲ ਤੋਂ ਮੈਂ ਰੌਲਾ ਪਾ ਰਿਹਾ, ਸਾਰੇ ਟੀਵੀ ਚੈਨਲਾਂ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਇੱਥੇ ਜਿੰਨੇ ਵੀ ਪੰਜਾਬੀਆਂ ਨੇ, ਇੰਡੀਅਨ ਨੇ ਕਾਲਜ ਖੋਲ੍ਹੇ ਸਾਰੇ ਬੰਦ ਕਰਾਓ, ਇਹ ਸਾਰੇ ਠੱਗੀ ਮਾਰਨਗੇ। ਇਹ ਹਜੇ ਨਹੀਂ ਕੋਈ ਕੁਛ ਕਰ ਰਿਹਾ, ਨਾ ਕੋਈ MP ਕਰ ਰਿਹਾ,
ਨਾ ਕੋਈ ਹੋਰ ਕਰ ਰਿਹਾ। ਇੱਥੇ ਜਿੰਨੇ ਕਾਲਜ ਆ ਸਾਰੇ ਠੱਗੀ ਮਾਰਨਗੇ, ਜੀ ਸਾਰੇ ਜਿੰਨੇ ਇੰਡੀਆ ਨੇ ਕਾਲਜ ਖੋਲੇ ਸਾਰੇ ਬੰਦ ਕਰਾਓ। ਬਿਲਕੁਲ ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਸਰ। ਬਿਲਕੁਲ ਇਹ ਬਹੁਤ ਵੱਡੀ ਗੱਲ ਹੈ। ਜਸਪ੍ਰੀਤ, ਤੁਹਾਡੀ ਵੀ ਇਸ ਵੇਲੇ ਫੈਮਿਲੀ ਵਗੈਰਾ ਤੋਂ ਕਾਲਸ ਆਉਂਦੀਆਂ ਹੋਣੀਆਂ, ਕੀ ਲੱਗਦਾ ਹੈ ਜਿਵੇਂ ਕਿ ਸਾਡੇ ਕਾਲਰਸ ਨੇ ਸਾਰੇ ਕਾਲ ਕਰ ਰਹੇ ਨੇ ਵੀ ਜਦੋਂ ਇੰਡੀਅਨ ਸਟੂਡੈਂਟਸ ਜਦੋਂ ਹੁੰਦੇ ਨੇ ਹੈ ਨਾ, ਮਤਲਬ ਬਹੁਤ ਵੱਡੀ ਚੀਜ਼ ਹੁੰਦੀ ਹੈ ਵੀ ਸਟੂਡੈਂਟਸ ਨੇ ਇੱਥੇ ਆਉਣਾ ਤੇ ਆਪਣਾ ਫਿਊਚਰ ਬਣਾਉਣਾ। ਕੈਨੇਡੀਅਨ ਗਵਰਨਮੈਂਟ ਤਾਂ ਖੁਦ ਇਸ ਚੀਜ਼ ਨੂੰ ਮੰਨਦੀ ਹੈ ਵੀ ਇਕੋਨਮੀ ਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਉਹ ਸਟੂਡੈਂਟਸ ਦਾ ਹੈਗਾ, ਜਿਹੜੇ ਕਿ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ। ਤੇ ਹੁਣ ਕੀ ਲੱਗਦਾ, ਹੁਣ ਅੱਗੇ ਸੁਪਨੇ ਤਾਂ ਬੜੇ ਤੁਹਾਡੇ ਵੀ ਜ਼ਰੂਰ ਹੋਣਗੇ ਯਕੀਨਨ, ਤੇ ਅੱਗੇ ਕੀ ਲੱਗਦਾ ਫਾਈਟ ਲੰਬੀ ਲੜਨੀ ਪੈ ਸਕਦੀ ਹੈ ਜਾਂ ਫਿਰ ਕਿੱਥੋਂ ਤੱਕ ਪਹੁੰਚ ਕਰਨੀ ਪਏਗੀ? ਕੀ ਅੱਗੇ ਸਟ੍ਰੈਟਜੀ ਜਿਹੜੀ ਹੈ ਤੁਹਾਡੇ ਵੱਲੋਂ ਰਣਨੀਤੀ ਬਣਾਈ ਗਈ ਹੈ? ਅਜੇ ਤੱਕ ਤੇ ਲੱਗਦਾ ਹੈ ਲੰਬੀ ਲੜਨੀ ਪਏਗੀ, ਕਿਉਂਕਿ ਅਜੇ ਤੱਕ ਤੇ ਆਪਾਂ ਬਹੁਤ ਛੋਟਾ ਜਿਹਾ ਹੀ ਕੀਤਾ ਆ। ਅਜੇ ਤੱਕ ਤੇ 2-3 ਪ੍ਰੋਟੈਸਟ ਕੀਤੇ ਆ ਜਿਨ੍ਹਾਂ ਦੇ ਵਿੱਚ ਆਹੀ ਮੀਟਿੰਗਸ ਵਗੈਰਾ ਹੋਈਆਂ ਕਿ ਅੱਗੇ ਕੀ ਕਰਨਾ ਆ ਆਪਾਂ। ਹੁਣ ਇੱਕ ਕਮੇਟੀ ਬਣਾਈ ਆ ਜਿਹਦੇ ਵਿੱਚ ਅਸੀਂ ਸਾਰੇ ਕਾਲਜਿਸ ਦੇ ਸਟੂਡੈਂਟਸ ਜਿਹੜੇ ਆ ਉਹ ਮੈਂਬਰ ਬਣੇ ਆ। ਉਹ ਆਪਣੇ ਆਪਣੇ ਕਾਲਜਿਸ ਨੂੰ ਲੀਡ ਕਰ ਰਹੇ ਆ ਤੇ ਜਿਹੜੇ ਇੱਥੋਂ ਦੇ MP ਆ ਉਹਨਾਂ ਨੂੰ ਅਪਰੋਚ ਕਰਦੇ ਪਏ ਆ ਤਾਂ ਜੋ ਅਸੀਂ ਉਹਨਾਂ ਨਾਲ ਰਲ ਕੇ ਆਪਣੀ ਆਵਾਜ਼ ਨੂੰ ਹੋਰ ਉੱਤੇ ਚੁੱਕ ਸਕੀਏ। ਤੇ ਟਵੀਟਸ ਕਰ ਰਹੇ ਆ, ਇੱਦਾਂ ਹੀ ਸਾਰੇ ਪਾਸੇ ਕੁਛ ਨਾ ਕੁਛ ਸਾਰੇ ਕਰਦੇ ਪਏ ਆ ਤਾਂ ਜੋ ਸਾਰਿਆਂ ਨੂੰ ਇਹ ਮੁੱਦਾ ਪਤਾ ਲੱਗ ਸਕੇ ਤੇ ਸਾਰੇ ਜਾਗਰੂਕ ਹੋ ਸਕਣ। ਜੀ ਹਾਂਜੀ ਗੁਰਵਿੰਦਰ, ਕੀ ਲੱਗਦਾ ਹੈ ਹੁਣੇ ਇੱਕ ਸਾਡੇ ਕਾਲਰ ਜੁੜੇ ਸੀਗੇ ਨਾਲ ਤੇ ਉਹ ਕਹਿ ਰਹੇ ਸੀਗੇ ਵੀ ਜਿਹੜੇ ਖਾਸ ਕਰਕੇ ਜਿਹੜੇ ਪੰਜਾਬੀਆਂ ਦੇ ਕਾਲਜ ਹੁੰਦੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਫਰਾਡ ਜਿਹੜਾ ਹੁੰਦਾ ਹੈ। ਹੁਣ ਤੱਕ ਤਾਂ ਮੇਰੇ ਖਿਆਲ 'ਚ ਜਦੋਂ ਦਾ ਇਹ ਮਾਮਲਾ ਸਾਹਮਣੇ ਆਇਆ ਤੁਸੀਂ ਖੁਦ ਬਹੁਤ ਰਿਸਰਚ ਕਰ ਲਿਆ ਹੋਣਾ, ਕੀ ਲੱਗਦਾ ਹੈ ਪੰਜਾਬੀਆਂ ਦੇ ਕਾਲਜਸ ਦੇ ਵਿੱਚ ਜ਼ਿਆਦਾਤਰ ਇਹ ਚੀਜ਼ ਹੁੰਦੀ ਹੈ? ਇੰਡੀਅਨ ਕਾਲਜਸ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ ਚਲਾਉਂਦੇ ਹੁੰਦੇ ਨੇ, ਇੰਡੀਅਨਸ ਕਾਲਜਸ ਦੇ ਵਿੱਚ ਇਹ ਚੀਜ਼ ਹੋ ਰਹੀ ਹੈ? ਨਹੀਂ, ਉਹ ਤਾਂ ਤੁਹਾਡੀ ਗੱਲ ਸਹੀ ਆ। ਜਿਵੇਂ ਨਾ ਇੰਡੀਆ ਦੇ ਜਿਹੜੇ ਥੋੜੇ ਜਿਹੇ ਹੁੰਦੇ ਆ ਉਹ ਮੰਨ ਕੇ ਕਹਿ ਸਕਦੇ ਆਪਾਂ ਵੀ ਪਰਸੈਂਟੇਜ ਆ ਜਿਹੜੀ ਵੱਧ ਹੁੰਦੀ ਆ, ਜਿਹੜੇ ਇਹਨਾਂ ਦੇ ਇੰਡੀਆ ਦੇ ਕਾਲਜਸ ਹੁੰਦੇ ਆ ਉਹਨਾਂ ਦੇ ਵਿੱਚ ਪਰਸੈਂਟੇਜ ਵੱਧ ਹੁੰਦੀ ਆ। ਪਰ ਜੇ ਆਪਾਂ ਦੇਖੀਏ ਤਾਂ ਇਹ ਕਾਲਜਸ ਦੇ ਜਿਹੜੇ ਓਨਰ ਆ ਉਹ ਜੋਸਫ ਮਸਤੋਨੂੰ ਕਰਕੇ ਇਹ ਜਿਹਾ ਨਾਮ ਆ ਉਹਨਾਂ ਦਾ, ਤੇ ਉਹਨਾਂ ਦੀ ਇੱਕ ਪੂਰੀ ਫੈਮਿਲੀ ਆ ਹਨਾ, ਉਹਨਾਂ ਦੀ ਭੈਣ ਆ, ਉਹਨਾਂ ਦੀ ਮਾਂ ਆ, ਤੇ ਸਾਰੇ ਇਹ ਇੱਕ ਇਨਵੋਲਵ ਨੇ। ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸੋਲਲੀ ਜਿਹੜੇ ਇਕੱਲੇ ਇੰਡੀਅਨਸ ਨੇ ਜਾਂ ਇਕੱਲੇ ਪੰਜਾਬੀ ਆ ਉਹਨਾਂ ਦੇ ਵਿੱਚ ਹੁੰਦੀ ਆ, ਕਿਉਂਕਿ ਇੱਥੇ ਆਪਾਂ ਦੇਖ ਹੀ ਸਕਦੇ ਆਂਗੇ ਕਿਉਂਕਿ ਸਾਰੇ ਮਿਲੇ ਹੋਏ ਆ ਇਹ। ਠੀਕ ਹੈ, ਤੇ ਗਵਰਨਮੈਂਟ ਵੀ ਇੱਕ ਹੱਦ ਤੱਕ ਇਹਨਾਂ ਨਾਲ ਮਿਲੀ ਹੋਈ ਆ। ਜਿਵੇਂ ਆਪਾਂ ਗਵਰਨਮੈਂਟ ਨੂੰ ਕਹਿੰਦੇ ਆ ਜਾਂ IRCC ਨੂੰ ਕਹਿੰਦੇ ਆ ਵੀ ਅਸੀਂ ਟਵੀਟ ਕਰਦੇ ਆ ਜਾਂ ਰੀਟਵੀਟ, ਇੰਨੇ ਬੱਚੇ ਇੱਕ ਟ੍ਰੈਂਡਿੰਗ ਦੇ ਵਿੱਚ ਚਲਾਉਂਦੇ ਆ, ਤਾਂ IRCC ਦਾ ਇੱਕ ਇਹ ਬਣਦਾ ਨਾ ਮੁੱਦਾ ਵੀ ਹਾਂ ਅਸੀਂ ਕੁਝ ਕਹੀਏ ਬੱਚਿਆਂ ਨੂੰ, ਦੱਸੀਏ ਅਸੀਂ ਉਹਨਾਂ ਨੂੰ। ਤੇ ਸਾਰੀ ਜ਼ਿੰਮੇਵਾਰ ਆਪਾਂ ਇਕੱਲੇ ਇੰਡੀਅਨਸ ਨੂੰ ਨਹੀਂ ਕਹਿ ਸਕਦੇ ਵੀ ਇਕੱਲੇ ਇੰਡੀਅਨਸ ਇਹਦੇ ਵਿੱਚ। ਤੁਸੀਂ DLI ਦਿੱਤਾ ਤਾਂ ਤੁਸੀਂ DLI ਕਿਸ ਬੇਸ ਤੇ ਦਿੱਤਾ ਉਹਨਾਂ ਨੂੰ? ਕਿਉਂਕਿ ਉਹੀ ਗੱਲ ਗੈਰੀ ਭਾਜੀ ਨੇ ਪਹਿਲਾਂ ਗੱਲ ਕੀਤੀ ਆ ਵੀ ਹਾਂ DLI ਚੈੱਕ ਕਰਾਂਗੇ ਅਸੀਂ, ਤੇ ਪੋਸਟ ਗ੍ਰੈਜੂਏਟ ਜਿਹੜਾ ਵਰਕ ਪਰਮਿਟ ਆ ਅਸੀਂ ਉਹ ਚੈੱਕ ਕਰਾਂਗੇ। ਸਾਡੇ ਕੋਲੇ ਇਹ ਨਹੀਂ ਸਾਨੂੰ ਪਤਾ ਹੈਗਾ, ਜਿਵੇਂ ਤੁਸੀਂ ਚੈਨਲ ਚਲਾ ਰਹੇ ਹੋ, ਹੁਣ ਸਾਨੂੰ ਤੁਹਾਡਾ ਕੀ ਪਤਾ ਹਨਾ, ਤੁਸੀਂ ਚੈਨਲ ਪਿੱਛੋਂ ਕਿਹਦਾ ਗਰੁੱਪ ਹੈ ਜਾਂ ਕੁਝ ਵੀ, ਉਹ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ, ਇੰਟਰਨੈਟ ਦੇ ਉੱਪਰ ਨਹੀਂ ਹੁੰਦੀ। ਤੇ ਉਹ ਇਨਫੋਰਮੇਸ਼ਨ ਹੌਲੀ ਹੌਲੀ ਅੱਗੇ ਆਉਂਦੀ ਆ। ਜਦੋਂ ਕੋਈ ਮੁੱਦਾ ਭਖਦਾ ਤਾਂ ਅੱਗੇ ਦੀ ਅੱਗੇ, ਜਿਵੇਂ CCSQ ਤੋਂ ਕੁਝ ਪਤਾ ਲੱਗਿਆ ਸਾਨੂੰ, ਕੁਝ ਰਜਿਸਟਰ ਦੀ ਵੈਬਸਾਈਟ ਤੋਂ ਜਾ ਕੇ ਪਤਾ ਲੱਗਿਆ, ਤੇ ਆਪਾਂ ਕਹਿੰਦੇ ਆ ਵੀ ਸਾਰੇ ਹੀ ਇਨਵੋਲਵਡ ਆ ਇਹਦੇ ਵਿੱਚ। ਜਿੰਨੇ ਇੰਡੀਅਨਸ ਲਾ ਲਓ, ਇੰਡੀਅਨਸ ਥੋੜੇ ਜਿਹਾ ਆਪਾਂ ਪਰਸੈਂਟੇਜ ਕਹਿ ਸਕਦੇ ਵੀ ਹਾਂ ਜਿਹੜੇ ਇੰਡੀਅਨਸ ਆ ਜਾਂ ਪੰਜਾਬੀ ਆ ਉਹਨਾਂ ਦੇ ਕਾਲਜਸ ਆ ਜਾਂ ਕੋਈ ਉਹਨਾਂ ਦੇ ਜਿਹੜੇ ਧੰਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਉਹ ਤਰੀਕੇ ਕਹਿ ਸਕਦੇ ਆਪਾਂ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਗੰਦ ਪਾਉਂਦੇ ਆ ਜ਼ਿਆਦਾ। ਪਰ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਸਾਰੇ ਹੀ ਇਨਵੋਲਵਡ ਆ। ਜੋਸਫ ਵੀ ਵਿੱਚ ਹੀ ਆ, ਬੈਸਟਵੇ ਵਾਲੇ ਵੀ ਵਿੱਚ ਆ, ਰੀਹਲ ਵਾਲੇ ਵੀ ਵਿੱਚ ਹੀ ਆ, ਠੀਕ ਹੈ ਨਾ, ਵਿੱਚ ਹੀ IRCC ਆ ਜਿਨ੍ਹਾਂ ਨੇ ਇਹਨਾਂ ਨੂੰ DLI ਨੰਬਰ ਦਿੱਤਾ, ਗਵਰਨਮੈਂਟ ਆ, ਉਹ ਸਾਰੇ ਇਨਵੋਲਵਡ ਆ ਤੇ ਇਹਨਾਂ ਨੇ ਸਾਰਿਆਂ ਨੇ ਹੀ ਮਿਲ ਕੇ ਬੱਚਿਆਂ ਨੂੰ ਬੇਵਕੂਫ ਬਣਾਇਆ। ਜੀ ਗੁਰਵਿੰਦਰ, ਗੈਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ। ਗੈਰੀ, ਹੁਣ ਇਸ ਵੇਲੇ ਕੀ ਚੱਲ ਰਿਹਾ ਇੰਡੀਆ? ਤੁਸੀਂ ਕਿਹਾ ਵੀ ਹੁੰਦਾ ਇੰਡੀਅਨ ਗਵਰਨਮੈਂਟ ਤੱਕ ਵੀ ਤੁਸੀਂ ਪਹੁੰਚ ਜਿਹੜੀ ਹੈ ਆਪਣੇ ਤੌਰ ਦੇ ਉੱਤੇ ਕਰ ਰਹੇ ਹੋ, ਕਿ ਇਹਦੇ ਵਿੱਚ ਸਾਰੇ ਉਹ ਪਰਿਵਾਰ ਸ਼ਾਮਿਲ ਹੋ ਰਹੇ ਨੇ, ਸਾਰੇ ਉਹ ਬੱਚੇ ਸ਼ਾਮਿਲ ਨੇ ਜਿਹੜੇ ਇਸ ਵੇਲੇ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ? ਅੱਗੇ ਦੀ ਰਣਨੀਤੀ ਇੰਡੀਆ ਦੇ ਵਿੱਚ ਕੀ ਪਲਾਨ ਕੀਤੀ ਜਾ ਰਹੀ ਹੈ? ਐਕਚੁਅਲੀ ਮੈਮ 2 ਫੈਬ ਨੂੰ ਸਾਡੀ ਪ੍ਰੈਸ ਕਾਨਫਰੰਸ ਹੈਗੀ ਆ ਚੰਡੀਗੜ੍ਹ 'ਚ, ਤੇ ਪਹਿਲਾਂ ਤਾਂ ਅਸੀਂ ਡਿਸਾਈਡ ਕੀਤਾ ਸੀਗਾ ਕਿ ਅਸੀਂ ਹੁਣ ਨੈਕਸਟ ਪ੍ਰੋਟੈਸਟ ਕਰਾਂਗੇ ਜੋ ਵੀ ਕੌਂਸਲੇਟ ਹੈਗੇ ਕੈਨੇਡੀਅਨ ਜਿੱਦਾਂ ਵੀ ਹੈਗੇ। ਬਟ ਜਿੱਦਾਂ ਅੱਜ ਹੀ ਸਾਡੀ ਤੁਹਾਡੇ ਚੈਨਲ ਦੀ ਇੰਟਰਵਿਊ ਤੋਂ ਪਹਿਲਾਂ ਹੀ ਸਾਡੀ ਮੀਟਿੰਗ ਹੋਈ ਹੈ 15-20 ਮਿੰਟ ਪਹਿਲਾਂ, ਤੇ ਉਹ ਜਿਹੜੇ ਗਵਰਨਮੈਂਟ ਆਫੀਸ਼ੀਅਲ ਹੈਗੇ ਕਿ ਕਹਿੰਦੇ ਨਹੀਂ ਸਾਨੂੰ 2-3 ਦਿਨ ਦਾ ਟਾਈਮ ਦਿਓ, ਅਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ IRCC ਵਾਲੇ ਸਾਰਿਆਂ ਨੂੰ ਇਨਵੋਲਵ ਕਰਾਂਗੇ ਤੇ ਅਸੀਂ ਜ਼ਰੂਰ ਤੁਹਾਨੂੰ ਮੇਕ ਸ਼ੋਰ ਕਰਦੇ ਹਾਂ ਕਿ ਤੁਹਾਨੂੰ ਇਨਸਾਫ ਵੀ ਜ਼ਰੂਰ ਮਿਲੇਗਾ। ਸੋ ਹੁਣ ਅਸੀਂ ਜਿਹੜੀ ਨੈਕਸਟ ਜੋ ਵੀ ਸਾਡੀ ਰਣਨੀਤੀ ਰਹੇਗੀ ਹੁਣ ਉਹਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਹੀ ਰਹੇਗੀ ਵੀ ਉਹ ਕੀ ਇਹਦਾ ਰਿਜ਼ਲਟ ਕੱਢਦੇ ਨੇ ਜਾਂ ਜੋ ਵੀ ਹੈਗਾ ਆ। ਤੇ ਬਾਕੀ ਜੋ ਮੈਂ ਇੱਕ ਹੋਰ ਪੁਆਇੰਟ ਕਹਿਣਾ ਸੀ ਜੋ ਮੈਂ ਕਹਿਣਾ ਭੁੱਲ ਗਿਆ ਕਿ ਜੇ ਕੈਨੇਡੀਅਨ ਗਵਰਨਮੈਂਟ ਕਹਿ ਲਓ ਜਾਂ ਕਿਊਬਿਕ ਗਵਰਨਮੈਂਟ ਕਹਿ ਲਓ, ਤਾਂ ਅਗਰ ਇਸ ਟਾਈਮ ਉਹ ਇਸ ਸਕੈਂਡਲ ਦੇ ਅਗੇਂਸਟ ਨਹੀਂ ਖੜਦੇ, ਮਤਲਬ ਸਟੂਡੈਂਟ ਦਾ ਸਾਥ ਨਹੀਂ ਦਿੰਦੇ, ਤਾਂ ਜਿਹੜੇ ਬਾਕੀ ਕਾਲਜਸ ਨੇ ਉਹਨਾਂ ਨੂੰ ਵੀ ਇਹ ਇੱਕ ਹੌਸਲਾ ਮਿਲ ਜਾਣਾ ਵੀ ਲੈ ਇਹ ਤਾਂ ਤਰੀਕਾ ਹੀ ਬਹੁਤ ਵਧੀਆ ਪੈਸੇ ਕਮਾਉਣ ਦਾ ਕਿ ਸਟੂਡੈਂਟਸ ਤੋਂ ਪੈਸੇ ਠੱਗੋ
ਔਰ ਆਪਣੇ ਪੈਸੇ ਭਾਵੇਂ ਸਵਿਸ ਬੈਂਕ ਜਾਂ ਕਿਤੇ ਵੀ ਟ੍ਰਾਂਸਫਰ ਕਰਕੇ ਆਪਣੇ ਆਪ ਨੂੰ ਬਿਲਕੁਲ, ਬੈਂਕਰਪਟ ਸ਼ੋ ਕਰ ਦਿਓ, ਬਿਕੋਜ਼ ਇਹ ਤਾਂ ਐਮ ਕਾਲਜ ਇਹ ਗਰੁੱਪ ਸੀਗਾ ਜਿਹੜਾ ਸਾਹਮਣੇ ਆ ਗਿਆ। ਹੁਣ ਕੋਵਿਡ ਕਰਕੇ ਪਤਾ ਨਹੀਂ ਕਿੰਨੇ ਕਾਲਜਿਸ ਇਸ ਟਾਈਮ ਲੋਸਟ ਹੋਣੇ ਆ ਜਿਹੜੇ ਹਾਲੇ ਤੱਕ ਸਾਹਮਣੇ ਨਹੀਂ ਆਏ, ਬਟ ਜਦੋਂ ਉਹਨਾਂ ਨੂੰ ਇੱਕ ਆਈਡੀਆ ਮਿਲ ਜਾਣਾ ਕਿ ਅਸੀਂ ਇਦਾਂ ਵੀ ਕਰਕੇ ਨਿਕਲ ਸਕਦੇ ਹਾਂ, ਸੋ ਉਹਦੇ ਲਈ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ, ਸਟੂਡੈਂਟਸ ਨੂੰ ਇਨਸਾਫ ਮਿਲਣਾ ਚਾਹੀਦਾ। ਕਿਉਂਕਿ ਕਿਸੇ ਲੋਕਲ ਸਟੂਡੈਂਟ ਤੋਂ ਜਿਹੜਾ ਤੁਹਾਡਾ ਕੈਨੇਡੀਅਨ ਸਟੂਡੈਂਟ ਜਿਹੜੇ ਕੈਨੇਡੀਅਨ ਬੋਰਨ ਆ ਉਹਨਾਂ ਤੋਂ ਤੁਸੀਂ 3-4 ਹਜ਼ਾਰ ਇੱਕ ਸਮੈਸਟਰ ਦੀ ਫੀਸ ਲੈਂਦੇ ਹੋ, ਉਹੀ ਇੰਟਰਨੈਸ਼ਨਲ ਤੁਸੀਂ 14-15 ਹਜ਼ਾਰ ਲੈਂਦੇ ਹੋ, ਔਰ ਸਟੂਡੈਂਟਸ ਪੜ੍ਹਦੇ ਵੀ ਨੇ, ਔਰ ਇੰਨੀ 3-4 ਗੁਣਾ ਫੀਸ ਭਰਨ ਦੇ ਬਾਅਦ ਫਿਰ ਸਿਕਿਉਰਿਟੀ ਕੀ ਹੋਈ ਸਟੂਡੈਂਟਸ ਦੀ? ਇਹ ਸਾਡਾ ਗਵਰਨਮੈਂਟ ਨੂੰ ਸਵਾਲ ਆ। ਅਗਰ ਤੁਸੀਂ 4-5 ਗੁਣਾ ਫੀਸ ਲੈ ਰਹੇ ਹੋ ਤਾਂ ਉਹਨਾਂ ਦੀ ਸਿਕਿਉਰਿਟੀ ਵੀ ਰੱਖੋਗੇ, ਅਗਰ ਇਦਾਂ ਦੀ ਫਿਊਚਰ 'ਚ ਸਿਚੁਏਸ਼ਨ ਆਉਂਦੀ ਹੈ ਤਾਂ ਅਸੀਂ ਇਹਦਾ ਬੈਕਅਪ ਰੱਖੀਏ। ਬਿਲਕੁਲ ਗੁਰਵਿੰਦਰ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਰਕਾਰ ਤਾਂ ਵੀ ਇੰਨਾ ਇਗਨੋਰ ਵੀ ਕਰ ਰਹੀ ਹੈ ਜਾਂ ਜ਼ਿਆਦਾ ਹਜੇ ਇਸ ਚੀਜ਼ 'ਚ ਕੁਛ ਕੀਤਾ ਨਹੀਂ ਜਾ ਰਿਹਾ? ਕਿਤੇ ਨਾ ਕਿਤੇ ਉਹ ਵੀ ਸ਼ਾਇਦ ਇਹ ਚੀਜ਼ ਜਾਣਦੇ ਨੇ ਵੀ ਜਦੋਂ ਸਟੂਡੈਂਟਾਂ ਨੇ ਆਉਣਾ ਹੁੰਦਾ ਤਾਂ ਕੈਨੇਡਾ ਪ੍ਰਾਇਓਰਿਟੀ 'ਤੇ ਹੁੰਦਾ ਹੈ, ਕੈਨੇਡਾ ਆਉਣ ਲਈ ਹਰ ਕੋਈ ਤਿਆਰ ਹੈ। ਇੱਕ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਜਿੰਨਾ ਇਸ ਵੇਲੇ ਯੂਥ ਹੈਗਾ, ਪੰਜਾਬੀ ਨੇ, ਇੰਡੀਅਨ ਨੇ, ਉਹ ਸਾਰੇ ਕੈਨੇਡਾ ਨੂੰ ਆਉਣਾ ਚਾਹੁੰਦੇ ਆ। ਸੋ ਇੱਦਾਂ ਦੇ ਫਰਾਡ ਹੁੰਦੇ ਵੀ ਰਹਿਣਗੇ ਤਾਂ ਫਿਰ ਵੀ ਉਹਨਾਂ ਨੇ ਭੱਜ ਕੇ ਕੈਨੇਡਾ ਹੀ ਆਉਣਾ, ਇੱਕ ਇਹ ਮਾਈਂਡ ਸੈੱਟ ਵੀ ਹੁੰਦਾ। ਸੋ ਤੁਸੀਂ ਸਾਰੇ ਦੀਪਾਕਸ਼ੀ, ਜਸਪ੍ਰੀਤ, ਮੇਰਾ ਸਾਰਿਆਂ ਨੂੰ ਇਹ ਸਵਾਲ ਹੈਗਾ। ਗੁਰਵਿੰਦਰ, ਸ਼ੁਰੂਆਤ ਤੋਂ ਮੈਂ ਤੁਹਾਡਾ ਇਹ 'ਤੇ ਕਮੈਂਟ ਲੈਣਾ ਚਾਹਾਂਗੀ, ਉਸ ਤੋਂ ਬਾਅਦ ਮੈਂ ਦੀਪਾਕਸ਼ੀ, ਜਸਪ੍ਰੀਤ ਤੁਹਾਡਾ ਆਪਣਾ ਵੀ ਐਂਗਲ ਜਾਣਨਾ ਚਾਹਾਂਗੀ ਇਸ 'ਤੇ ਕੀ ਹੈਗਾ ਤੁਹਾਡਾ ਪਰਸਪੈਕਟਿਵ। ਗੁਰਵਿੰਦਰ, ਲੱਗਦਾ ਕਿ ਇਹ ਮਾਈਂਡ ਸੈੱਟ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਹਲਕਾ ਕਰ ਰਿਹਾ ਹੈਗਾ ਵੀ ਸਟੂਡੈਂਟਸ, ਔਰ ਇਸ ਤੋਂ ਇਲਾਵਾ ਇਹਦਾ ਇਫੈਕਟ ਹੋਰ ਕਿੱਥੋਂ ਤੱਕ ਜਾ ਸਕਦਾ? ਗੈਰੀ, ਇਹਦਾ ਮੈਂ ਤੁਹਾਡੇ ਤੋਂ ਵੀ ਲਾਂਗੀ ਜਵਾਬ ਬਾਅਦ ਦੇ ਵਿੱਚ ਕਿ ਇਹਦਾ ਇਫੈਕਟ ਨੈਗੇਟਿਵ ਜਿਹੜਾ ਉਹ ਕਿੰਨਾ ਕੁ ਪੈ ਸਕਦਾ ਹੈ। ਗੁਰਵਿੰਦਰ, ਸਭ ਤੋਂ ਪਹਿਲਾਂ ਤੁਹਾਡੇ ਤੋਂ। ਹਾਂਜੀ, ਇਹ ਸਹੀ ਗੱਲ ਆ ਵੀ ਹਾਂ ਜਿਹੜੇ ਬੱਚੇ ਆ ਹਨਾ ਆਪਣੇ ਪੰਜਾਬ, ਜ਼ਿਆਦਾਤਰ ਇਹਦਾ ਪੰਜਾਬ ਦਾ ਯੂਥ ਆ, ਉਹ ਬਾਹਰ ਆ ਰਹੇ ਆ, ਕੈਨੇਡਾ ਆ ਰਹੇ ਆ। ਕਿਉਂਕਿ ਇੱਕ ਬੰਦਾ ਕੀ ਦੇਖਦਾ ਪੰਜਾਬ ਦੇ, ਇਹਦੇ ਵਿੱਚ ਆਪਾਂ ਇਹ ਵੀ ਕਹਾਂਗੇ, ਚਲੋ ਆਪਾਂ ਮੁੱਦੇ ਨੂੰ ਭਟਕਾਂਗੇ ਨਹੀਂ, ਪਰ ਇੱਕ ਗੱਲ ਤਾਂ ਹੈਗੀ ਵਾ, ਜਿਹੜੇ ਪੰਜਾਬ ਦੀਆਂ ਨਕੰਮੀਆਂ ਸਰਕਾਰਾਂ ਨੇ ਜਾਂ ਜੋ ਲਾ ਲਓ ਇੰਡੀਅਨ ਗਵਰਨਮੈਂਟ ਆ ਜਾਂ ਕੋਈ ਵੀ ਆ, ਉਹ ਰੁਜ਼ਗਾਰ ਨਹੀਂ ਦੇ ਪਾ ਰਹੇ ਉੱਥੇ ਇੰਡੀਆ ਦੇ ਵਿੱਚ, ਇੱਕ ਸਿਕਿਉਰ ਫਿਊਚਰ ਨਹੀਂ ਹੈਗਾ। ਤਾਂ ਬੱਚੇ ਕੀ ਦੇਖਦੇ ਆ ਸਾਰੇ, ਜੋ ਮੈਂ ਦੇਖ ਕੇ ਆਇਆ ਜਾਂ ਕੋਈ ਵੀ ਹੋਰ ਬਾਈ ਮੇਰੇ ਨਾਲ ਮੰਜੋ, ਜਸਪ੍ਰੀਤ ਆ ਜਾਂ ਦੀਪਾਕਸ਼ੀ ਆ, ਅਸੀਂ ਇਹ ਦੇਖ ਕੇ ਆਏ ਆ ਵੀ ਇੱਧਰ ਸਾਨੂੰ ਇੱਕ ਸਿਕਿਉਰ ਫਿਊਚਰ ਮਿਲਦਾ, ਠੀਕ ਆ ਨਾ। ਕੈਨੇਡਾ ਦੇ ਵਿੱਚ ਸਾਨੂੰ ਇੱਕ ਫਿਊਚਰ ਦਿਸਦਾ ਨਾ, ਸਾਨੂੰ ਲੱਗਦਾ ਵੀ ਹਾਂ ਸਾਡਾ ਫਿਊਚਰ ਤੇ ਸਿਕਿਉਰ ਆ, ਤਾਂ ਅਸੀਂ ਤਾਂ ਕਰਕੇ ਇੱਕ ਕੰਮ ਦੇ ਭਾਲ ਦੇ ਵਿੱਚ, ਇੱਕ ਫਿਊਚਰ ਦੀ ਭਾਲ ਦੇ ਵਿੱਚ ਇੱਥੇ ਆਏ ਆ। ਤੇ ਓਬਵੀਅਸਲੀ ਆ ਵੀ ਹਾਂ ਇਹ ਮੁੱਦਾ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਵੀ ਹਾਂ ਇਹ ਬੱਚੇ ਆ ਜਿਹੜੇ ਵੀ ਇਹਨਾਂ ਨਾਲ ਫਰਾਡ ਕਰਕੇ ਅਸੀਂ ਭੱਜ ਜਾਵਾਂਗੇ ਜਾਂ ਕੁਝ ਵੀ, ਬੱਚੇ ਤਾਂ ਫਿਰ ਵੀ ਆਉਂਦੇ ਰਹਿਣਗੇ। ਉਹ ਗੱਲ ਇਹ ਮੁੱਦੇ ਨੂੰ ਹਲਕਾ ਕਰਦੀ ਆ, ਪਰ ਉਹ ਬਹੁਤਾ ਜ਼ਿਆਦਾ ਨਹੀਂ ਕਰਦੀ ਹੈਗੀ, ਕਿਉਂਕਿ ਅੱਜ ਅਸੀਂ ਯੂਨਾਈਟਿਡ ਹੋ ਕੇ ਲੜਨਾ ਹੈ। ਕਿਉਂਕਿ ਜੇ ਇਹ ਕੰਮ ਹੋ ਜਾਂਦਾ ਵੀ ਇਹ ਭੱਜ ਜਾਂਦੇ ਆ ਤਾਂ ਉਹੀ ਗੱਲ ਆ ਬਗੈਰੀ ਬਾਈ ਵਾਲੀ ਵੀ ਹਾਂ ਇਹ ਤਾਂ ਫਿਰ ਇਹਨਾਂ ਨੂੰ ਤਾਂ ਪਤਾ ਹੀ ਚੱਲ ਜਾਣਾ ਵੀ ਹਾਂ ਯਾਰ ਪੈਸੇ ਲੁੱਟੋ ਤੇ ਭੱਜ ਜਾਵੋ। ਪਰ ਅਸੀਂ ਇਹ ਚੀਜ਼ ਨਹੀਂ ਕਰਨ ਦੇਣੀ ਇਹਨਾਂ ਨੂੰ, ਤਾਂ ਕਰਕੇ ਅਸੀਂ ਸਾਰੇ ਹੀ ਯੂਨਾਈਟ ਹੋਏ ਆ, ਤੇ ਸਾਰੇ ਜਿੰਨੇ ਮੌਂਟਰੀਅਲ ਵਾਲੇ ਬੱਚੇ ਆ ਜਾਂ ਜਿੰਨੇ ਬੱਚੇ ਇੰਡੀਆ ਦੇ ਵਿੱਚ ਬੈਠੇ ਆ, ਅਸੀਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਇਹ ਲੈ ਕੇ ਚੱਲੋ, ਕਿਉਂਕਿ ਮੁੱਦਾ ਸਾਰਿਆਂ ਦਾ ਹੈ, ਤਾਂ ਸਾਰਿਆਂ ਨੂੰ ਇਕੱਠੇ ਕਰਕੇ ਚੱਲ ਰਹੇ ਆ। ਤੇ ਅਸੀਂ ਜ਼ਰੂਰ, ਕਿਉਂਕਿ ਸਾਡੇ ਸਾਹਮਣੇ ਇੱਕ ਕਿਸਾਨਾਂ ਦਾ ਜਿਹੜਾ ਸਕਸੈਸਫੁਲ ਹੋਇਆ ਪ੍ਰੋਟੈਸਟ ਆ ਨਾ, ਸਭ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੀ ਮੰਨ ਸਕਦੇ ਆਪਾਂ ਨੂੰ ਜਿਹੜਾ ਸਕਸੈਸਫੁਲ ਹੋਇਆ, ਤਾਂ ਸਾਨੂੰ ਉਹ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਵੀ ਹਾਂ ਕੁਝ ਵੀ ਪੋਸੀਬਲ ਹੈ ਤੇ ਅਸੀਂ ਕਰਾਂਗੇ। ਇੱਥੋਂ ਦੇ ਜਿੰਨੇ ਵੀ ਸਾਡੇ ਨਾਲ ਲੋਕ ਸਾਨੂੰ ਜੁਆਇਨ ਕਰਨਗੇ, ਉਹਨਾਂ ਦਾ ਅਸੀਂ ਸਾਥ ਲੈ ਕੇ, MP MLAs ਨੂੰ ਨਾਲ ਲੈ ਕੇ ਤੇ ਗਵਰਨਮੈਂਟ ਦੇ ਉੱਪਰ ਪ੍ਰੈਸ਼ਰ ਪਾ ਕੇ ਅਸੀਂ ਜ਼ਰੂਰ ਇਸ ਮੁੱਦੇ ਦਾ ਹੱਲ ਬਣਾਵਾਂਗੇ। ਜੇ ਨਹੀਂ ਕੀਤਾ ਗਿਆ ਤਾਂ ਇਹਨਾਂ ਨੇ ਉਹੀ ਕੰਮ ਹੋ ਜਾਣਾ ਵੀ ਹਾਂ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਤੇ ਭੱਜ ਜਾਣਾ, ਤੇ ਬੱਚੇ ਉਹੀ ਜਿਵੇਂ ਹੁਣ ਸਫਰ ਕਰ ਰਹੇ 2-2 ਸਾਲ ਦੇ, 2-2 ਸਾਲ ਨਾਲ ਤਾਂ ਖਰਾਬ ਹੋ ਗਏ ਬੱਚਿਆਂ ਦੇ, ਨਾਲੇ ਬੱਚਿਆਂ ਦੇ ਪੈਸੇ ਨਹੀਂ ਆਏ ਹੈਗੇ। ਫਿਰ ਇਹ ਤਾਂ ਇਹਨਾਂ ਦੇ ਮੰਨ ਕੇ ਚਲੋ ਵੀ ਇੱਕ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੋ ਜਾਣੀ ਆ, ਪਰ ਅਸੀਂ ਨੇ ਇਹ ਹੋਣ ਨਹੀਂ ਦੇਣਾ ਇਹਨਾਂ ਨੂੰ। ਜੀ ਦੀਪਾਕਸ਼ੀ, ਤੁਹਾਡਾ ਇਸ ਤੇ ਕੀ ਕਮੈਂਟ ਹੈ? ਕੱਲ ਨੂੰ ਕੋਈ ਵੀ ਬੱਚਾ ਕਿਊਬਿਕ ਜਾਂ ਇੱਥੇ ਆਉਣ ਦਾ 2 ਵਾਰੀ ਸੋਚੇਗਾ, ਕਿਉਂਕਿ ਇੱਥੇ ਜੇ ਅੱਜ ਸਰਕਾਰ ਕੁਝ ਨਹੀਂ ਬੋਲ ਰਹੀ ਕਿ ਬਹੁਤ ਜ਼ਿਆਦਾ ਟਰਸਟ ਇੱਕ ਪਹਿਲਾਂ ਤੋਂ ਹੀ ਸੀਗਾ ਕਿ ਹਾਂ ਅੱਜ ਕੈਨੇਡਾ ਦੀ ਗਵਰਨਮੈਂਟ ਸਾਡੇ ਬੱਚਿਆਂ ਦਾ ਇੱਥੇ ਕੁਝ ਕਰੇਗੀ, ਲੇਕਿਨ ਜੋ ਕਿ ਨਹੀਂ ਹੋ ਰਿਹਾ। ਇੱਥੇ ਟਰਸਟ ਇਸ਼ੂ ਬਹੁਤ ਜ਼ਿਆਦਾ ਸਾਨੂੰ ਫੇਸ ਕਰਨਾ ਪੈ ਰਿਹਾ ਗਵਰਨਮੈਂਟ ਵੱਲੋਂ। ਅੱਜ ਦੇ ਵਿੱਚ ਬੱਚਾ ਐਕਸਪਲੋਇਟ ਹੋ ਰਿਹਾ ਪੂਰੀ ਤਰੀਕੇ ਨਾਲ, ਪੈਸਾ ਵੀ ਗਿਆ, ਪੜ੍ਹਾਈ ਵੀ ਗਈ, ਫਿਊਚਰ ਵੀ ਗਿਆ। ਜਿਹੜੇ ਏਜੰਟ ਪਹਿਲਾਂ ਇਹ ਬੋਲਦੇ ਸੀਗੇ ਕਿ ਨਹੀਂ ਇਹ ਕਾਲਜਿਸ ਬਹੁਤ ਵਧੀਆ ਨੇ, ਅੱਜ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆ ਰਿਹਾ। ਅੱਜ ਇੱਥੋਂ ਦੇ ਏਜੰਟ ਜਾਂ ਇੰਡੀਆ ਦੇ ਵੀ ਏਜੰਟ ਇਹ ਬੋਲ ਰਹੇ ਆ ਕਿ ਨਹੀਂ ਤੁਸੀਂ ਇੱਦਾਂ ਕਰੋ, ਤੁਸੀਂ ਦੂਸਰੇ ਕਾਲਜਿਸ ਵਿੱਚ ਚਲੇ ਜਾਓ, ਇੱਥੋਂ ਟ੍ਰਾਂਸਕ੍ਰਿਪਟ ਫੜੋ, ਉੱਥੇ ਜਾਓ, ਸਾਨੂੰ ਦੱਸੋ, ਅਸੀਂ ਕਰਾ ਦਿੰਦੇ ਆ, ਸਾਡੇ ਲਿੰਕਸ ਹੈਗੇ ਆ ਉਹਨਾਂ ਨਾਲ, ਅਸੀਂ ਉੱਥੇ ਕਰਾ ਦਿੰਦੇ ਆ। ਕੀ ਸ਼ੋਰਿਟੀ, ਕਿਹੜੀ ਗਵਰਨਮੈਂਟ, ਕਿਹੜਾ ਏਜੰਟ ਇਹਨੂੰ ਸਾਨੂੰ ਹੁਣ ਇਹ ਸ਼ੋਰਿਟੀ ਦੇ ਰਿਹਾ ਹੈ ਕਿ ਹਾਂ ਅਸੀਂ ਕਿਸੇ ਹੋਰ ਕਾਲਜ 'ਚ ਜਾਂਦੇ ਆ, ਉਹ ਕਾਲਜ ਸਾਡੇ ਨਾਲ ਇੱਦਾਂ ਨਹੀਂ ਕਰੂਗਾ? ਬਿਲਕੁਲ, ਕਿਉਂਕਿ ਇਹ ਕਾਲਜ ਵੀ ਅੰਡਰ ਮੀਜ਼ ਦੇ ਹੈਗਾ ਸੀ, MEES, ਜੋ ਕਿ ਇੱਥੋਂ ਦੀ ਹਾਇਰ ਅਥਾਰਟੀ ਦੇ ਅੰਡਰ ਹੈ। ਅੱਜ ਉਹ ਅਥਾਰਟੀ ਕਿਉਂ ਸਾਨੂੰ ਰਿਸਪੌਂਸ ਨਹੀਂ ਕਰ ਰਹੀ? ਇੰਨਾ ਬੱਚਾ ਰੁਲ ਰਿਹਾ, ਉਹਨਾਂ ਬੱਚਿਆਂ ਦਾ ਰਿਸਪੌਂਸ ਕਿਉਂ ਨਹੀਂ ਕੀਤਾ ਜਾ ਰਿਹਾ? ਬਿਲਕੁਲ
ਜਸਪ੍ਰੀਤ, ਕਹਿੰਦੇ ਨੇ ਨਾ ਕਿ ਜਿਹੜਾ ਦੁੱਧ ਦਾ ਜਲਿਆ ਹੁੰਦਾ ਉਹ ਬਾਅਦ ਚੋਂ ਲੱਸੀ ਵੀ ਫੂਕ ਕੇ ਪੀਂਦਾ ਹੈ। ਇਸ ਵੇਲੇ ਬਾਂਹ ਫੜਨ ਵਾਲੇ ਤੁਹਾਨੂੰ ਕਈ ਦਿਖਾਈ ਦਿੰਦੇ ਹੋਣਗੇ, ਜਿਵੇਂ ਕਿ ਦੀਪਾਕਸ਼ੀ ਨੇ ਦੱਸਿਆ, ਗੁਰਿੰਦਰ ਨੇ ਦੱਸਿਆ ਕਿ ਵੀ ਸਾਡੇ ਕੋਲ ਕੰਸਲਟੈਂਟ ਹੁਣ ਕਈ ਆਉਂਦੇ ਨੇ, ਅਸੀਂ ਤੁਹਾਡਾ ਕੇਸ ਸੋਲਵ ਕਰਾ ਦਾਂਗੇ, ਅਸੀਂ ਇੱਦਾਂ ਕਰਦੇ, ਇੱਦਾਂ ਕਰੋ, ਤੁਹਾਨੂੰ ਕਈ ਤਰੀਕੇ ਦਾ ਮਾਰਗਦਰਸ਼ਨ ਵੀ ਥੋੜਾ ਕਰਦੇ ਹੋਣੇ ਆ ਵੀ ਅਸੀਂ ਆਹ ਕਰਾ ਦਾਂਗੇ, ਤਾਂ ਪੈਸਾ ਉਹ ਵੀ ਬਟੋਰੂਗੇ। ਇਸ ਵੇਲੇ ਜੇ ਕੋਈ ਠੀਕ ਵੀ ਮਤਲਬ ਕਰਨ ਲਈ ਅੱਗੇ ਆਇਆ, ਤੁਹਾਨੂੰ ਉਹ ਵੀ ਕਿਤੇ ਨਾ ਕਿਤੇ ਸ਼ੱਕੀ ਜਿਹਾ ਲੱਗਣ ਲੱਗ ਜਾਣਾ, ਕਿਉਂਕਿ ਤੁਹਾਡੇ ਨਾਲ ਨੋ ਡਾਊਟ ਫਰਾਡ ਜਿਹੜਾ ਉਹ ਛੋਟਾ ਨਹੀਂ, ਕਾਫੀ ਵੱਡਾ ਹੋਇਆ। ਸੋ ਇਹ ਕਿਤੇ ਨਾ ਕਿਤੇ ਤੁਹਾਨੂੰ ਡਰ ਹੁਣ ਤੁਹਾਡੇ ਅੰਦਰ ਆਲਰੇਡੀ ਪੈਦਾ ਹੋ ਗਿਆ ਹੋਣਾ ਵੀ ਪਤਾ ਨਹੀਂ ਇਹ ਵੀ ਹੈਲਪ ਕਰਨ ਲਈ ਅੱਗੇ ਆ ਰਿਹਾ, ਕਿਤੇ ਇਹ ਵੀ ਫਰਾਡ ਨਾ ਹੋਵੇ, ਰਾਈਟ? ਸੋ ਹੁਣ ਅਜਿਹੇ ਦੇ ਵਿੱਚ ਕਿੱਦਾਂ ਆਪਣੇ ਮਾਈਂਡ ਨੂੰ ਤੁਸੀਂ ਚਲਾ ਰਹੇ ਹੋ, ਕੀ ਲੱਗ ਰਿਹਾ ਅੱਗੇ, ਕਿਹਦੇ ਤੋਂ ਹੋਪ ਜਿਹੜੀ ਆ ਉਹ ਨਜ਼ਰ ਆਉਂਦੀ ਹੈ? ਹਾਂਜੀ, ਸਾਡੇ ਤੋਂ ਕਾਫੀ ਏਜੰਟਸ ਨੇ ਅਪਰੋਚ ਕੀਤੀ ਆ ਸਟੂਡੈਂਟਸ ਤੋਂ ਕਿ ਤੁਹਾਡੇ ਅਸੀਂ ਵੱਖਰੇ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਦਿੰਦੇ ਆ, ਸਾਨੂੰ ਤੁਸੀਂ ਲਾਸਟ ਸਮੈਸਟਰ ਜਿਹੜੀ $7,000 to $8,000 ਫੀਸ ਆ ਉਹ ਤੁਹਾਡੀ ਲੱਗੇਗੀ, ਤੇ ਤੁਹਾਡੇ ਜਿਹੜੇ ਵਰਕ ਪਰਮਿਟ ਆ ਉਹ ਤੁਹਾਨੂੰ ਮਿਲਣਗੇ, ਪੱਕਾ ਮਿਲਣਗੇ। ਬਟ ਉਹ ਕਹਿ ਤਾਂ ਰਹੇ ਆ, ਬਟ ਸਾਨੂੰ ਨਹੀਂ ਹੈ ਯਕੀਨ ਹੋ ਰਿਹਾ, ਕਿਉਂਕਿ ਅਸੀਂ ਪਹਿਲੇ ਵੀ ਸੁਣਿਆ ਸਭ ਕੁਝ, ਸਾਡੇ ਨਾਲ ਧੋਖਾ ਹੋਇਆ, ਸਾਨੂੰ ਬਿਲਕੁਲ ਨਹੀਂ ਯਕੀਨ ਹੋ ਰਿਹਾ ਕਿ ਸਾਨੂੰ ਕਿੱਦਾਂ ਮਿਲਣਗੇ। ਤੇ ਦੂਜੀ ਗੱਲ, ਆਪਾਂ ਪਹਿਲੇ ਵੀ ਫੀਸ ਭਰ ਚੁੱਕੇ ਆ, ਫਿਰ ਆਪਾਂ ਦੁਬਾਰਾ ਕਿਉਂ ਫੀਸ ਭਰੀਏ? ਇਹ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਕੁਝ ਬੱਚਿਆਂ ਨੂੰ ਆਪਾਂ ਫਸਾ ਲਈਏ ਇੱਧਰ, ਤਾਂ ਜੋ ਪ੍ਰੋਟੈਸਟ ਜਿਹੜਾ ਆ ਉਹ ਖਤਮ ਹੋ ਜਾਏ ਇਹਨਾਂ ਦਾ, ਤੇ ਇੱਥੇ ਹੀ ਗੱਲ ਰੁਕ ਜੇ। ਬਟ ਇੱਥੇ ਨਹੀਂ ਰੁਕਣ ਵਾਲੀ ਹੈਗੀ, ਇਹ ਉੱਪਰ ਜਾਏਗੀ। ਅਸੀਂ ਇਦਾਂ ਨਹੀਂ ਟੁੱਟਣਾ ਹੈਗਾ, ਆਪਾਂ ਯੂਨਾਈਟ ਹੋ ਕੇ ਲੜਨਾ ਆ। ਤੇ ਆਪਾਂ ਜਿਹੜੇ ਇੰਡੀਆ ਬੱਚੇ ਬੈਠੇ ਆ ਉਹਨਾਂ ਦੇ ਨਾਲ ਵੀ ਖੜੇ ਆ, ਆਪਾਂ ਉਹਨਾਂ ਲਈ ਵੀ ਲੜ ਰਹੇ ਆ। ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਲੜਨਾ ਆ, ਤਾਂ ਜੋ ਆਪਾਂ ਸਾਰਿਆਂ ਦੇ ਮਸਲੇ ਹੱਲ ਕਰ ਸਕੀਏ। ਤੇ ਆਹ ਵਿੱਚ ਇਦਾਂ ਦੇ ਬਹੁਤ ਹੋਣੇ, ਅੱਜ ਤੱਕ ਹੋਰ ਵੀ ਆਉਣਗੇ ਕਈ, ਜਿੰਨਾ ਟਾਈਮ ਪ੍ਰੋਟੈਸਟ ਚੱਲੇਗਾ। ਆਪਾਂ ਬਿਲਕੁਲ ਨਹੀਂ ਟੁੱਟਣਾ ਹੈਗਾ ਤੇ ਇਕੱਠੇ ਹੋ ਕੇ ਲੜਨਾ। ਮੈਂ ਤੇ ਆਹੀ ਕਹਿਣਾ ਚਾਹੁੰਦਾ ਹਾਂ। ਜੀ ਗੈਰੀ, ਇਸ ਵੇਲੇ ਇੰਡੀਆ ਦੇ ਵਿੱਚ ਜਿਹੜੇ ਬੱਚੇ ਬੈਠੇ ਹੋਏ ਨੇ, ਤੁਹਾਨੂੰ ਲੱਗਦਾ ਵੀ ਜਿਹੜਾ ਆਹ ਫਰਾਡ ਹੈ ਇਹ ਕਿਤੇ ਨਾ ਕਿਤੇ ਬੜਾ ਵੱਡਾ ਇੱਕ ਸਬਕ ਵੀ ਹੈ ਤੇ ਡਰ ਵੀ ਪੈਦਾ ਕਰ ਰਿਹਾ ਅੱਗੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਜਿਨ੍ਹਾਂ ਨੇ ਹੋਰ ਯੂਥ ਵੀ ਬਹੁਤ ਸਾਰੇ ਪਲਾਨ ਕਰਦਾ ਹੋਣਾ ਕੈਨੇਡਾ ਆਉਣ ਵਾਸਤੇ ਐਡਮਿਸ਼ਨ ਲੈਣ ਲਈ? ਤੁਹਾਨੂੰ ਲੱਗਦਾ ਵੀ ਇਹ ਕੇਸ ਜਿਹੜਾ ਐਡਾ ਵੱਡਾ ਫਰਾਡ ਸਾਹਮਣੇ ਆਇਆ, ਕਿਤੇ ਨਾ ਕਿਤੇ ਸਟੂਡੈਂਟਸ ਦੀ ਜਿਹੜੀ ਗਿਣਤੀ ਹੈਗੀ ਹੈ ਕੈਨੇਡਾ ਆਉਣ ਵਾਲਿਆਂ ਦੀ, ਇੰਟਰਨੈਸ਼ਨਲ ਵਿਦਿਆਰਥੀਆਂ ਦੀ, ਉਹਨਾਂ ਦੇ ਉੱਤੇ ਕੋਈ ਕਮੀ ਜਿਹੜੀ ਹੈ ਨਜ਼ਰ ਆ ਸਕਦੀ ਹੈ, ਕੋਈ ਅਸਰ ਪਾ ਸਕਦਾ ਹੈ, ਜਾਂ ਫਿਰ ਉਹੀ ਜਿਹੜਾ ਮਾਈਂਡ ਸੈਟ ਹੁੰਦਾ ਵੀ ਇੱਕ ਕੇਸ ਹੋ ਗਿਆ, ਕੋਈ ਗੱਲ ਨਹੀਂ, ਕੈਨੇਡਾ ਤਾਂ ਜਾਣਾ ਹੀ ਜਾਣਾ ਹੈ? ਐਕਚੁਅਲੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ। 2009-10 ਚ ਨਾ ਯੂਕੇ ਚ ਬਹੁਤ ਵੱਡਾ ਸਕੈਂਡਲ ਹੋਇਆ ਸੀਗਾ ਇਹ, ਕਿ ਉਸ ਟਾਈਮ ਮਤਲਬ ਵਿਦਆਊਟ ਆਇਲਸ ਕੁਛ ਵੀ ਨਹੀਂ ਦੇਖ ਦੂਖ ਕੇ ਤਾਂ ਬਹੁਤ ਵੀਜ਼ਾਸ ਲੱਗੇ ਸੀਗੇ, ਸਟੂਡੈਂਟਸ ਗਏ ਸੀਗੇ ਉੱਥੇ ਜਾ ਕੇ, ਜਿੰਨੇ ਪ੍ਰਾਈਵੇਟ ਕਾਲਜਿਸ ਸੀਗੇ ਬੰਦ ਹੋ ਗਏ, ਤੇ ਕਈ ਸਟੂਡੈਂਟਸ ਤੁਸੀਂ ਕਹਿ ਲਓ ਵੀ ਉੱਥੇ ਇਲੀਗਲ ਹੋ ਕੇ ਕਈ ਵਾਪਸ ਆ ਗਏ, ਉਹਨਾਂ ਦਾ ਕੋਈ ਰਿਫੰਡ ਨਹੀਂ ਹੋਇਆ, ਕੁਛ ਨਹੀਂ ਹੋਇਆ, ਉਹ ਫੀਸਾਂ ਲੈ ਕੇ ਤੋੜ ਗਏ ਸੀਗੇ। ਸੋ ਹੁਣ ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਯੂਕੇ ਵੀਜ਼ਾ ਫੇਰ ਸ਼ੁਰੂ ਹੋਏ ਆ। ਸਗੋਂ ਜੋ ਉਸ ਟਾਈਮ ਜੋ ਸਟੂਡੈਂਟਸ ਦਾ ਰਸ਼ ਸੀ ਉਸ ਤੋਂ 5 ਗੁਣਾ ਜ਼ਿਆਦਾ ਵੀਜ਼ਾ ਇਸ ਵਾਰ ਲੱਗੇ ਆ। ਸੋ ਜੋ ਮਰਜ਼ੀ ਹੋ ਜਾਏ, ਕਿਉਂਕਿ ਸਟੂਡੈਂਟਸ ਦੇ ਇੱਕ ਇੱਥੇ ਇੰਡੀਆ ਨਹੀਂ, ਪੰਜਾਬ 'ਚ ਇੱਕ ਮਾਈਂਡ ਸੈਟ ਆ ਕਿ ਇੱਥੇ ਸਾਡੀ ਤਰੱਕੀ ਹੈ ਨਹੀਂ, ਕਿਉਂਕਿ ਸਭ ਤੋਂ ਵੱਡਾ ਰੌਲਾ ਹੈਗਾ ਸਾਡੀ ਗੌਰਮੈਂਟਸ ਦਾ। ਨਾ ਤਾਂ ਪੰਜਾਬ 'ਚ ਕੋਈ ਇੰਡਸਟਰੀ ਹੈਗੀ ਹੈ, ਐਗਰੀਕਲਚਰ ਸੀ ਉਹਨੂੰ ਉੱਦਾਂ ਖਤਮ ਕਰ ਰਹੇ ਆ, ਤੁਹਾਡੇ ਸਾਹਮਣੇ ਆ, ਉਹ ਤਾਂ ਚਲੋ ਖਤਮ ਹੁੰਦੇ ਬਚੀ ਆ, ਬਟ ਸਟਿਲ ਇਹਨਾਂ ਨੇ ਇੱਥੇ ਰੁਕਣਾ ਨਹੀਂ ਆ। ਅੱਗੇ ਪਤਾ ਨਹੀਂ ਕੀ, ਹੁਣ ਪਾਣੀਆਂ ਦੀ ਵੰਡ ਹੋਣੀ ਹੈ, ਅੱਗੇ ਜਾ ਕੇ ਪਾਣੀਆਂ ਦਾ ਇਸ਼ੂ ਆ ਜਾਣਾ, ਤਾਂ ਪੰਜਾਬ ਨੂੰ ਤਾਂ ਇਹ ਖਤਮ ਕਰ ਰਿਹਾ। ਸੋ ਪੰਜਾਬ ਦੇ ਸਟੂਡੈਂਟ ਕੋਲ ਇਹੀ ਆਪਸ਼ਨਸ ਰਹਿ ਜਾਂਦੀਆਂ, ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ। ਸੋ ਉਹ ਤਾਂ ਕਮੀ ਨਹੀਂ ਆਏਗੀ, ਬਟ ਹਾਂ ਹੁਣ ਇਹ ਮੁੱਦੇ ਨੂੰ ਲੈ ਕੇ ਇੱਥੇ ਗੌਰਮੈਂਟ ਦਾ ਸਟੈਂਡ ਹੋਣਾ ਚਾਹੀਦਾ, ਕਿਉਂਕਿ ਕੈਨੇਡਾ ਦੀ ਇਕੋਨਮੀ 'ਚ ਬਹੁਤ ਵੱਡਾ ਰੋਲ ਹੈ ਇੰਟਰਨੈਸ਼ਨਲ ਸਟੂਡੈਂਟਸ ਦਾ। ਅਗਰ ਇੰਡੀਅਨ ਗੌਰਮੈਂਟ ਜਦੋਂ ਹੁਣ ਬੈਠਦੀ ਆ, ਅਗਰ ਸਾਡਾ ਇਸ਼ੂ ਮਿਨਿਸਟਰੀ ਤੱਕ ਜਾਂਦਾ ਹੈ ਔਰ ਦੋਨੇ ਮਿਨਿਸਟਰੀਜ਼ ਬੈਠਦੀਆਂ, ਉੱਥੇ ਅਗਰ ਗੱਲ ਕਰਨ ਕਿ ਅਗਰ ਤੁਸੀਂ ਸਾਡੇ ਸਟੂਡੈਂਟਸ ਦਾ ਇਹ ਇਸ਼ੂ ਸੌਰਟ ਆਊਟ ਨਹੀਂ ਕਰਦੇ, ਜਿਹੜੇ ਸਟੂਡੈਂਟਸ ਦੀ ਪੜ੍ਹਾਈ ਖਤਮ ਹੋ ਰਹੀ ਆ ਉਹਨਾਂ ਨੂੰ ਤੁਸੀਂ ਵਰਕ ਪਰਮਿਟ ਨਹੀਂ ਦਿੰਦੇ, ਜਾਂ ਜਿਨ੍ਹਾਂ ਦਾ ਆਪਣਾ ਪੜ੍ਹਾਈ ਹਲੇ ਸ਼ੁਰੂ ਹੋਣੀ ਹੈ ਉਹਨਾਂ ਨੂੰ ਤੁਸੀਂ ਟ੍ਰਾਂਸਫਰ ਨਹੀਂ ਕਰਦੇ, ਔਰ ਇੰਡੀਆ ਸਟੂਡੈਂਟ ਦਾ ਰਿਫੰਡ ਨਹੀਂ ਕਰਦੇ, ਅਸੀਂ ਕੋਈ ਇੰਟਰਨੈਸ਼ਨਲ ਸਟੂਡੈਂਟ ਨਹੀਂ ਭੇਜਾਂਗੇ। ਅਗਰ ਇੱਦਾਂ ਦਾ ਕੋਈ ਕਮੈਂਟ ਨਹੀਂ ਜਾਏਗਾ ਇੰਡੀਅਨ ਗੌਰਮੈਂਟ ਵੱਲੋਂ, ਤਾਂ ਇਹ ਇੱਦਾਂ ਹੀ ਹੁੰਦਾ ਰਹਿਣਾ। ਔਰ ਅਗਰ ਇਸ ਵਾਰ ਸਟੂਡੈਂਟਸ ਨਾਲ ਕੋਈ ਖੜਾ ਨਾ ਹੋਇਆ, ਜਾਂ ਕੈਨੇਡੀਅਨ ਗੌਰਮੈਂਟ ਜਾਂ ਇੰਡੀਅਨ ਗੌਰਮੈਂਟ, ਇਹ ਫਿਰ ਹੁਣ ਠੱਗੀਆਂ ਹੋਰ ਵਧੂਗੀਆਂ ਇਨ ਫਿਊਚਰ 'ਚ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਜਿਹੜਾ ਚੱਲ ਰਿਹਾ ਪ੍ਰੋਗਰਾਮ ਹੈ ਇਸ ਵੇਲੇ ਸਟੂਡੈਂਟਸ ਬਾਰੇ, ਉਹ ਸੁਣ ਰਿਹਾ ਸੀ ਜੀ, ਤੇ ਇਹਦੇ ਬਾਰੇ ਕੁਝ ਵਿਚਾਰ ਹੈਗੇ ਮੇਰੇ। ਹਾਂਜੀ ਸਰ, ਪਲੀਜ਼ ਦੱਸੋ ਜੀ। ਪਹਿਲਾਂ ਚੱਲਦੀ ਪਈ ਹੈ ਕਿਸੇ ਦੀ ਟਾਕ, ਉਹਦੇ ਵਿੱਚ ਮੈਂ ਬੋਲਾਂ ਜਾਂ ਠਹਿਰ ਕੇ? ਨਹੀਂ ਸਰ, ਤੁਸੀਂ ਬੋਲ ਸਕਦੇ ਹੋ, ਇਸ ਵੇਲੇ ਤੁਸੀਂ ਸ਼ੋਅ ਦੇ ਵਿੱਚ ਹੀ ਹੋ ਲਾਈਵ ਦੇ, ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ। ਓਕੇ ਜੀ। ਸ਼ਰੀ ਜੀ, ਗੱਲ ਇਹ ਹੈਗੀ ਆ ਵੀ ਜਿਸ ਤਰ੍ਹਾਂ ਦਾ ਇਹ ਮਸਲਾ ਖੜਾ ਹੋਇਆ, ਬੜੀ ਵੱਡੀ ਇਹ ਪ੍ਰੋਬਲਮ ਹੈ, ਬਹੁਤ ਵੱਡਾ ਮਸਲਾ ਹੈ ਜਿਹੜਾ ਸਟੂਡੈਂਟ ਵਾਸਤੇ, ਜਿਹੜੇ ਇੰਡੀਆ ਤੋਂ ਇੰਨਾ ਖਰਚਾ ਕਰਕੇ ਆਉਂਦੇ ਆ, ਜਿਹੜੇ ਮਤਲਬ ਆਪਣੀ ਫਿਊਚਰ ਵਾਸਤੇ ਇੱਥੇ
ਆਪਣਾ ਚੰਗਾ ਫਿਊਚਰ ਬਣਾਉਣ ਵਾਸਤੇ ਹਾਂਜੀ ਉਹਨਾਂ ਨੂੰ ਇੱਥੇ ਆ ਕੇ ਜਿਸਲੇ ਇੱਕ ਤਾਂ ਉਹ ਨਵੇਂ ਮੁਲਕ ਦੇ ਵਿੱਚ ਆਉਂਦੇ ਆ, ਦੂਸਰਾ ਇੰਨਾ ਪੈਸਾ ਖਰਚਦੇ ਆ, ਤੀਸਰੀ ਗੱਲ ਇੱਥੇ ਆ ਕੇ ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜਿਹੜਾ ਦੋ ਤਰ੍ਹਾਂ ਇਹਦੇ ਵਿੱਚ ਇਨਵੋਲਵ ਹੈਗੀਆਂ ਜਿਹੜੀਆਂ ਮੇਰੀ ਸਮਝ ਦੇ ਵਿੱਚ। ਇੱਕ ਤਾਂ ਜਿਹੜੇ ਏਜੰਟ ਆ, ਏਜੰਟ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਕਿਹੜੇ ਕਾਲਜ ਰੈਕਗਨਾਈਜ਼ਡ ਹੈਗੇ ਆ ਗਵਰਨਮੈਂਟ ਵੱਲੋਂ, ਕਿਹੜੇ ਮਨਜ਼ੂਰਸ਼ੁਦਾ ਹੈਗੇ ਆ, ਔਰ ਕਿਹੜੇ ਕਾਲਜ ਜਿਹੜੇ ਪ੍ਰਾਈਵੇਟ ਆ ਜਿਹੜੇ ਮਨਜ਼ੂਰਸ਼ੁਦਾ ਨਹੀਂ ਹੈਗੇ। ਹਾਂਜੀ ਸੋ ਇਹ ਸਾਰੀਆਂ ਗੱਲਾਂ ਏਜੰਟ ਨੂੰ ਪਤਾ ਹੁੰਦੀਆਂ। ਦੂਸਰੀ ਗੱਲ ਹੈਗੀ ਆ ਕਿ ਜਿਹੜਾ ਗਵਰਨਮੈਂਟ ਆ, ਗਵਰਨਮੈਂਟ ਨੂੰ ਸਾਰੀ ਗੱਲ ਦਾ ਪਤਾ ਹੁੰਦਾ ਵੀ ਇੱਥੇ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਪ੍ਰੋਵਿੰਸ ਦੇ ਵਿੱਚ ਕਿਹੜੇ ਕਾਲਜ ਪ੍ਰਾਈਵੇਟ ਜਿਹੜੇ ਰੈਕਗਨਾਈਜ਼ਡ ਨਹੀਂ ਹੈਗੇ ਔਰ ਕਿਹੜੇ ਹੈਗੇ ਆ ਜਿਹੜੇ ਗਵਰਨਮੈਂਟ ਦੇ ਅੰਡਰ ਜਿਨ੍ਹਾਂ ਨੂੰ ਪਤਾ। ਸੋ ਇਹ ਦੋ ਤਰ੍ਹਾਂ ਜਿਹੜੀਆਂ ਇਨਵੋਲਵ ਹੈਗੀਆਂ, ਇਹਨਾਂ ਦੋਨਾਂ ਨੂੰ ਇਹ ਦੋ ਹੀ ਤਰ੍ਹਾਂ ਜਿਹੜੀਆਂ ਇਹ ਸਟੂਡੈਂਟਸ ਨੂੰ ਜਿੱਥੋਂ ਤੱਕ ਕਹਿ ਲਓ ਵੀ ਬਰਬਾਦ ਕਰ ਰਹੀਆਂ। ਇਹਨਾਂ ਦਾ ਪੈਸਾ ਵੀ, ਇਹਨਾਂ ਦਾ ਟਾਈਮ ਵੀ, ਇਹਨਾਂ ਦਾ ਫਿਊਚਰ ਵੀ, ਸਾਰਾ ਕੁਝ ਬਰਬਾਦ ਹੋ ਰਿਹਾ। ਇਹਦੇ ਵਾਸਤੇ ਸਾਡੇ ਜਿਹੜੇ ਇੱਥੋਂ ਦੇ ਐਮਪੀਜ਼ ਹੈਗੇ ਆ ਜਾਂ ਸਾਡੀ ਜਿਹੜੀ ਗਵਰਨਮੈਂਟ ਆ, ਕਿੱਥੇ ਵੀ ਜਿੱਥੇ ਵੀ ਇਹ ਕਾਲਜ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਐਡਾ ਵੱਡਾ ਧੋਖਾ ਜਿਹੜਾ ਹੋ ਰਿਹਾ ਇਹਨੂੰ ਕਿੱਦਾਂ ਨੱਥ ਪਾਈ ਜਾ ਸਕਦੀ। ਬਿਲਕੁਲ ਬਿਲਕੁਲ। ਤੇ ਦੂਸਰੀ ਗੱਲ ਇਹ ਹੈਗੀ ਆ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਗੁਰਵਿੰਦਰ ਨੇ ਦੱਸਿਆ ਵੀ ਅਸੀਂ ਇੱਕ ਯੂਨੀਅਨ ਬਣਾਈ ਆ, ਸਾਰਿਆਂ ਨੇ ਸਟੂਡੈਂਟਸ ਨੇ ਇਕੱਠੇ ਹੋ ਕੇ ਵੀ ਇਹਦਾ ਮੁਕਾਬਲਾ ਕਰਨ ਵਾਸਤੇ ਜਾਂ ਇਹ ਜਿਹੜੀ ਸਮੱਸਿਆ ਹੈ ਇਹਨੂੰ ਹੱਲ ਕਰਨ ਵਾਸਤੇ। ਉਹਦੇ ਵਿੱਚ ਇੱਕ ਚੀਜ਼ ਇਹ ਵੀ ਇਹ ਐਡ ਕਰ ਲੈਣ, ਜਿਹੜੀ ਇਹ ਮੇਰੀ ਸੁਜੈਸ਼ਨ ਆ ਕਿ ਜਿਸ ਤਰ੍ਹਾਂ ਸਟੂਡੈਂਟ ਇੱਥੇ ਆ ਕੇ ਕੁਝ ਸਟੂਡੈਂਟ, ਸਾਰੇ ਨਹੀਂ, ਜਿਹੜੇ ਤੁਸੀਂ ਕਹਿ ਲਓ 10% ਕਹਿ ਲਓ, ਉਹ ਇੱਥੇ ਸਿਰਫ ਯਾਸ਼ੀ ਕਰਨ ਵਾਸਤੇ ਆਉਂਦੇ ਆ। ਔਰ ਉੱਥੋਂ ਇੰਡੀਆ ਦੇ ਵਿੱਚ ਉਹ ਬੜੇ ਚੰਗੇ ਘਰਾਂ ਦੇ ਸਟੂਡੈਂਟ ਆ, ਚੰਗੇ ਸਰਮਾਏਦਾਰਾਂ ਦੇ ਮੁੰਡੇ ਆ। ਉਹ ਮੁੰਡੇ ਕੁੜੀਆਂ ਇੱਥੇ ਆ ਕੇ ਜਿਹੜਾ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਜੋ ਕੁਝ ਉਹਨਾਂ ਨੇ ਕੀਤਾ ਅੱਜ ਤੱਕ, ਤੁਹਾਡੇ ਸਾਹਮਣੇ ਕਈ ਕੇਸ ਆਏ ਆ, ਕੁਝ ਵੀ ਆਏ ਆ, ਹੋਰ ਵੀ ਕਈ ਜਗ੍ਹਾ ਆਏ ਆ। ਹੁਣ ਉਹੋ ਜਿਹਾ ਸਟੂਡੈਂਟਸ ਨੂੰ ਵੀ ਜਿਹੜੀ ਤੁਹਾਡੀ ਯੂਨੀਅਨ ਬਣੇ ਉਹਦੇ ਵਿੱਚ ਇਹ ਚੀਜ਼ ਰੱਖੀ ਜਾਏ ਕਿ ਇਹੋ ਜਿਹੇ ਸਟੂਡੈਂਟਸ ਨੂੰ ਵੀ ਕੁਛ ਨਾ ਕੁਛ ਓਪੋਨਿਸਟ ਹੋਣਾ ਚਾਹੀਦਾ ਜਾਂ ਯੂਨੀਅਨ ਵੱਲੋਂ ਇਹੋ ਚੀਜ਼ਾਂ ਨੂੰ ਜਿਹੜੀ ਉਹ ਹੈਂਡਲ ਕਰਨਾ ਚਾਹੀਦਾ ਜਿਹੜੇ ਗਲਤ ਹੈਗੇ। ਜੀ ਬਿਲਕੁਲ। ਇਸ ਕਰਕੇ ਮੇਰੀ ਇਹ ਸੁਜੈਸ਼ਨ ਆ ਕਿ ਇਹਨਾਂ ਨੂੰ ਆਪਣਾ ਜੋ ਕੁਛ ਇਹਨਾਂ ਨਾਲ ਧੋਖਾ ਹੋਇਆ ਉਹਨੂੰ ਨਿਬੇੜਨ ਲਈ ਪੂਰਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਔਰ ਅਸੀਂ ਇਥੋਂ ਜਿੰਨੇ ਵੀ ਹੈਗੇ ਆ ਪੰਜਾਬੀ ਜਿਹੜੇ ਸਮਝਦੇ ਇਸ ਗੱਲ ਨੂੰ, ਸਾਰੇ ਇਹਨਾਂ ਦੇ ਨਾਲ। ਔਰ ਮੇਰਾ ਖਿਆਲ ਆ ਕਿ ਜਿਹੜੇ ਆਪਣੀ ਗਵਰਨਮੈਂਟ ਦੇ ਜਿਹੜੇ MLA MPs ਹੈਗੇ ਆ ਉਹ ਵੀ ਇਸ ਨੂੰ ਰੀਅਲਾਈਜ਼ ਕਰਨਗੇ। ਸੋ ਬਾਕੀ ਜਿਹੜੀ ਆ ਇਹ ਸਟੂਡੈਂਟ ਜਿਹੜੇ ਆ ਇਹ ਵੀ ਇਸ ਗੱਲ ਨੂੰ ਵੀ ਆਪਣੀ ਨਜ਼ਰ ਦੇ ਵਿੱਚ ਰੱਖਣ। ਜੀ ਬਿਲਕੁਲ। ਥੈਂਕ ਯੂ ਜੀ। ਜੀ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਜੀ ਗੁਰਿੰਦਰ, ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ? ਹਾਂਜੀ, ਜਿਵੇਂ ਉਹਨਾਂ ਨੇ ਕਿਹਾ ਵੀ ਹਾਂ ਚਲੋ ਮੰਨ ਕੇ ਚਲੋ ਜੇ ਆਪਾਂ ਇਹ ਕਹੀਏ ਨਾ ਵੀ ਕੁਝ ਬੱਚੇ ਗੰਦ ਪਾਉਂਦੇ ਆ ਹਨਾ, ਉਹ ਹਰੇਕ ਕਿਤੇ ਹੋਣਗੇ ਹਨਾ। ਉਹ ਕੁਛ ਮੰਨ ਲਓ ਇੱਥੇ ਜਿਹੜੇ ਆਪਾਂ ਕਹਿ ਦਈਏ, ਜੇ ਆਪਾਂ ਇਹ ਕਹਿਣ ਤੇ ਆਈਏ ਤਾਂ ਇੱਥੇ ਜਿਹੜੇ ਪੰਜਾਬੀ ਪਹਿਲਾਂ ਦੇ ਰਹਿੰਦੇ ਆ ਉਹ ਵੀ ਕੁਝ ਬੱਚਿਆਂ ਦੇ ਪੈਸੇ ਮਾਰਦੇ ਆ। ਬਰੈਂਪਟਨ ਸਾਈਡ ਆਪਾਂ ਦੇਖਿਆ ਹਨਾ, ਤੇ ਸਟੂਡੈਂਟ ਵੀ ਹੈਗੇ ਆ। ਉਹ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਵੀ ਹਾਂ ਕੋਈ ਦੁੱਧ ਦੇ ਧੋਲੇ ਹੋਏ ਆ ਸਾਰੇ ਸਟੂਡੈਂਟ ਆ ਜਿਹੜਾ ਜਿੰਨੇ ਵੀ ਇੱਥੇ ਆਉਂਦੇ ਆ ਜਾਂ ਜਿਹੜੇ ਪਹਿਲਾਂ ਇੱਥੇ ਰਹਿੰਦੇ ਆ, ਉਹ ਸਾਰਿਆਂ ਦੇ ਵਿੱਚ ਕਮੀਆਂ ਹੋਣਗੀਆਂ ਹੀ ਹੋਣਗੀਆਂ। ਪਰ ਸਾਡਾ ਜਿਹੜਾ ਅੱਜ ਦਾ ਮੁੱਦਾ ਬਣਦਾ ਉਹ ਇਹ ਬਣਦਾ ਵੀ ਅਸੀਂ ਜਿੰਨਾ ਸਟੂਡੈਂਟਸ ਦਾ ਮੁੱਦਾ ਬਣਦਾ ਉਹ ਇਹ ਬਣਦਾ ਵੀ ਅਸੀਂ ਜਿੰਨੇ ਇੱਥੋਂ ਸਾਨੂੰ ਸਪੋਰਟ ਮਿਲਦੀ ਆ, ਜਿੰਨੇ ਇੱਥੇ ਪਹਿਲਾਂ ਤੋਂ ਸੈਟਲ ਆ, ਜਿਨ੍ਹਾਂ ਦਾ ਕੋਈ ਉੱਪਰ MP MLA ਜਾਂ ਪੋਲੀਟੀਕਲ ਪਾਰਟੀ ਜਾਂ ਕਿਸੇ ਨਾਲ ਵੀ ਜਿਨ੍ਹਾਂ ਦਾ ਹੱਥ ਪੈਂਦਾ ਮਾੜਾ ਮੋਟਾ, ਉਹ ਸਾਡੀ ਮਦਦ ਕਰਨ। ਬਿਲਕੁਲ, ਕਿਉਂਕਿ ਪਹਿਲਾਂ ਇਸ ਵੇਲੇ ਜਿਹੜਾ ਇਹ ਮੁੱਦਾ ਹੈ ਮੈਂ ਇਹਨੂੰ ਪਹਿਲਾਂ ਸੋਲਵ ਕਰਨਾ, ਬਾਕੀ ਸਾਰੀਆਂ ਸਟੂਡੈਂਟਸ ਨਾਲ ਜਿਹੜੀਆਂ ਚੀਜ਼ਾਂ ਉਹ ਹੌਲੀ ਹੌਲੀ ਜਿਹੜੀਆਂ ਚੱਲਦੀਆਂ ਰਹਿਣਗੀਆਂ। ਗੁਰਵਿੰਦਰ, ਆਪਣੇ ਨਾਲ ਕਾਲਰ ਹੋਰ ਜੁੜ ਰਹੇ ਨੇ, ਆਪਾਂ ਉਹਨਾਂ ਦੇ ਵੀ ਨਾਲ ਮੈਸੇजेस ਲੈਣੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬੋਬੀ ਵਾਲੀਆ ਬੋਲ ਰਿਹਾ, ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। ਜੀ ਸਰ, ਕੀ ਕਹਿਣਾ ਚਾਹੁੰਦੇ? ਪ੍ਰੋਗਰਾਮ ਦੇਖ ਰਿਹਾ ਸੀ ਮੈਂ ਚੈਨਲ ਪੰਜਾਬੀ ਦੇ ਉੱਤੇ, ਸਟੂਡੈਂਟਸ ਦੇ ਉੱਤੇ, ਉਹਦੇ ਬਾਰੇ ਕੁਝ ਬੋਲਣਾ ਸੀ। ਜੀ ਸਰ, ਹਾਂਜੀ ਦੱਸੋ ਜੀ। ਬੋਬੀ ਜੀ, ਕੀ ਕਹਿਣਾ ਚਾਹੁੰਦੇ ਹੋ? ਇੱਕ ਕਾਲਰ ਇਸ ਤੇ ਬੋਲ ਰਹੇ, ਮੈਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਹੈਗਾ। ਤੇ ਜਿੱਦਾਂ ਸਾਡੇ ਸਟੂਡੈਂਟਸ ਦੇ ਉੱਤੇ ਲਾਇਆ ਜਾਂਦਾ ਆਰੋਪ ਬਾਰ-ਬਾਰ ਕੇ ਜੀ
ਇਹ ਸਟੂਡੈਂਟ ਇੱਥੇ ਐਸ਼ੀ ਕਰਨ ਆਉਂਦੇ ਨੇ ਜਾਂ ਇੱਥੇ ਵੀ ਤੁਸੀਂ ਦੇਖਿਆ ਹੋਗਾ ਬੇਸਮੈਂਟਾਂ ਬਾਰੇ ਸਟੂਡੈਂਟ ਲਈ ਬਹੁਤ ਕੁਝ ਕਿਹਾ ਜਾਂਦਾ ਹੈ। ਹਾਂਜੀ ਯੈਸ ਆਈ ਡੂ ਐਗਰੀ ਕਿ ਕੁਝ ਲੋਟ ਆਫ ਸਟੂਡੈਂਟਸ ਇਦਾਂ ਦੇ ਹੈਗੇ ਨੇ, ਬਟ ਸਾਨੂੰ ਇੱਕ ਚੀਜ਼ ਨਹੀਂ ਭੁੱਲਣੀ ਚਾਹੀਦੀ, ਇਹ ਸਾਡੇ ਆਪਣੇ ਘਰ ਦੇ ਬੱਚੇ ਨੇ ਬਿਲਕੁਲ ਬਿਲਕੁਲ ਜਿਹੜੇ ਆਪਣਾ ਘਰ-ਬਾਰ ਛੱਡ ਕੇ ਇੱਥੇ ਇੱਕ ਵਿਦੇਸ਼ ਹੀ ਆਏ ਨੇ। ਜੀ ਇੱਥੇ ਕੋਈ ਐਸ਼ੀ ਦੇ ਹਿਸਾਬ ਦੇ ਨਾਲ ਨਹੀਂ ਆਉਂਦਾ, ਕਿਉਂਕਿ ਹਰੇਕ ਨੇ ਆਪਣੀ ਕਿਸੇ ਨੇ ਜ਼ਮੀਨ ਗਹਿਣੇ ਰੱਖ ਕੇ ਕਿਸੇ ਨੇ ਕੁਝ ਵੇਚ ਕੇ ਉਹ ਲਿਆਉਂਦਾ। ਔਰ ਅੱਜ ਦਾ ਜਿਹੜਾ ਯੂਥ ਹੈਗਾ ਬਹੁਤ ਜ਼ਿਆਦਾ ਸਮਝਦਾਰ ਹੈ ਜੀ ਬਿਲਕੁਲ ਉਹਨੂੰ ਆਪਣੀ ਰਿਸਪੌਂਸਿਬਿਲਿਟੀ ਦਾ ਪਤਾ ਹੈ। ਬਿਲਕੁਲ ਬਟ ਮੈਂ ਇਹ ਥੋੜਾ ਜਿਹਾ ਜ਼ਰੂਰ ਮੰਨਦਾ ਕਿ ਕਈ ਬੱਚੇ ਇੱਥੇ ਆ ਕੇ ਭਟਕ ਜਾਂਦੇ ਨੇ, ਤੇ ਅਸੀਂ ਵੀ ਇੱਥੇ ਕੈਨੇਡੀਅਨ ਸਿਟੀਜ਼ਨ ਔਰ ਅਸੀਂ ਇੰਨੇ ਪੁਰਾਣੇ ਹੈਗੇ ਆ ਤੇ ਸਾਡਾ ਇਹ ਨਹੀਂ ਹੈਗਾ ਕਿ ਉਹਨਾਂ ਦੇ ਆਰੋਪ ਲਾਈਏ ਜਾਂ ਉਹਨਾਂ ਨੂੰ ਕਹੀਏ ਕਿ ਇਹਨਾਂ ਨੂੰ ਸਟੂਡੈਂਟਸ ਨੂੰ ਇੱਥੋਂ ਕੱਢੋ, ਇਹਨਾਂ ਨੇ ਦੁਖੀ ਕੀਤਾ ਹੋਇਆ। ਰਾਦਰ ਸਾਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਜਾਣਾ ਚਾਹੀਦਾ ਜੀ ਬਿਲਕੁਲ। ਬਹੁਤ ਇੱਥੇ ਸਟੂਡੈਂਟਸ ਐਸੇ ਹੈਗੇ ਆ ਜਿਹੜੇ ਕਿ ਚਲੋ ਕੁਝ ਭਟਕੇ, ਕੁਝ ਮਾਪਿਆਂ ਨੇ ਕਿਹਾ ਜੀ ਪੁੱਤ ਹੁਣ ਮੇਰੇ ਕੋਲ ਹੋਰ ਪੈਸਾ ਨਹੀਂ ਹੈਗਾ, ਤੂੰ ਜੋ ਕਰਨਾ ਕਰ ਲੈ। ਉਹਨਾਂ ਦੇ ਮਾਪਿਆਂ ਦੇ ਨਾਲ ਅਸੀਂ ਗੱਲ ਕਰਦੇ ਆ ਬੈਕ ਇੰਡੀਆ ਕਿ ਜੀ ਠੀਕ ਹੈ ਬੱਚਾ ਤੁਹਾਡਾ ਭਟਕ ਗਿਆ ਸੀਗਾ ਜਾਂ ਉਹਨੇ ਆਪਣਾ ਜ਼ਿਆਦਾ ਟਾਈਮ ਲੈ ਲਿਆ ਜਾਂ ਜ਼ਿਆਦਾ ਪੈਸਾ ਖਰਚ ਕਰ ਦਿੱਤਾ, ਬਟ ਤੁਸੀਂ ਉਹਨੂੰ ਛੱਡ ਨਹੀਂ ਸਕਦੇ, ਤੁਹਾਨੂੰ ਉਹਨੂੰ ਮਦਦ ਕਰਨੀ ਪਏਗੀ। ਬਿਲਕੁਲ ਹੁਣ ਇਹ ਬੱਚਾ ਸਾਡੀ ਦੇਖ ਰੇਖ ਚ ਹੈਗਾ, ਵੀ ਵਿਲ ਮੇਕ ਸ਼ੋਰ ਕਿ ਇਹ ਬੱਚਾ ਸਿੱਧੇ ਰਸਤੇ ਤੇ ਰਵੇ, ਕੋਈ ਆਪਣਾ ਕੋਰਸ ਪੂਰਾ ਕਰੇ ਆਪਣੀ ਇੱਥੇ, ਕਿਉਂਕਿ ਅਲਟੀਮੇਟਲੀ ਜਿਹੜਾ ਵੀ ਸਟੂਡੈਂਟ ਦਾ ਉਹਦੇ ਜੋ ਲਾਸਟ ਟਾਰਗੇਟ ਹੈ ਉਹ ਇਹੀ ਹੈਗਾ ਕਿ ਉਹਨੇ ਪੀਆਰ ਕਰਾਣੀ ਹੈ। ਬਿਲਕੁਲ ਬਿਲਕੁਲ ਸਰ, ਕਿ ਇਹ ਬੱਚਾ ਪੀਆਰ ਦੇ ਰਾਹ ਤੇ ਚੱਲੇ ਔਰ ਇਹਦੀ ਆਰਾਮ ਦੇ ਨਾਲ ਪੀਆਰ ਬਿਲਕੁਲ। ਦੈਨ ਇੱਕ ਸਟੂਡੈਂਟਸ ਲਈ ਐਂਡ ਈਵਨ ਫॉर ਇੰਡੀਅਨ ਪੇਰੈਂਟਸ ਐਂਡ ਆਫ ਕੋਰਸ ਇੰਡੀਅਨ ਏਜੰਟਸ ਆਲਸੋ, ਆਈ ਐਮ ਸੌਰੀ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਜੀ, ਬਟ ਥਿੰਗ ਕਿ ਸਟੂਡੈਂਟਸ ਔਰ ਉਹਦੇ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਬਿਫੋਰ ਟੇਕਿੰਗ ਐਨੀ ਐਡਮਿਸ਼ਨ, ਸਿਲੈਕਟਿੰਗ ਕਾਲਜ ਜਾਂ ਸਿਲੈਕਟਿੰਗ ਐਨੀ ਕੋਰਸ ਜੀ ਬਿਲਕੁਲ ਉਹਨਾਂ ਚਾਹੀਦਾ ਕਿ ਉਹ ਆਪ ਵੀ ਸਟੱਡੀ ਕਰੇ। ਜੀ ਐਵਰੀਥਿੰਗ ਇਜ਼ ਅਵੇਲੇਬਲ ਆਨਲਾਈਨ। ਬਿਲਕੁਲ ਬਿਲਕੁਲ ਬਾਬਾ ਜੀ। ਸਟੂਡੈਂਟ ਨੂੰ ਲੈ ਕੇ ਆਉਂਦੇ ਆ, ਸਟੂਡੈਂਟ ਕਿਉਂਕਿ ਇੰਡੀਆ ਦੇ ਵਿੱਚ ਅਜੇ ਵੀ ਉਹੀ ਹੈ ਕਿ ਹਰੇਕ ਮਾਂ-ਬਾਪ ਚਾਹੁੰਦਾ ਕਿ ਮੇਰਾ ਬੱਚਾ ਇੰਜੀਨੀਅਰ ਬਣੇਗਾ, ਡਾਕਟਰ ਬਣੇਗਾ। ਜੀ ਬਿਲਕੁਲ। ਵੱਡੇ ਵੱਡੇ ਕੋਰਸ ਲੈਂਦੇ ਨੇ, ਆਏ ਉਹਨਾਂ ਦੀ ਬਹੁਤ ਘੱਟ ਹੁੰਦੀ ਹੈ। ਸਾਨੂੰ ਪਤਾ ਹੁੰਦਾ ਹੈਗਾ ਕਿ ਉਹ ਬੱਚਾ ਇੱਥੇ ਆ ਕੇ ਐਡਜਸਟ ਨਹੀਂ ਹੋ ਪਾਏਗਾ ਬਿਲਕੁਲ, ਕਿਉਂਕਿ ਇੱਥੇ ਐਜੂਕੇਸ਼ਨ ਸਿਸਟਮ ਡਿਫਰੈਂਟ ਹੈ, ਠੀਕ ਹੈ ਨਾ ਜੀ, ਡਿਫਰੈਂਟ ਨੈਸ਼ਨੈਲਿਟੀ ਨਾਲ ਰਹਿਣਾ ਹੈ। ਹਾਂਜੀ ਹਾਂਜੀ, ਵਿਚਾਰੇ ਨੇ ਇਤਨੀ ਫੀਸ ਵੀ ਦੇਣੀ ਹੈ, ਉਹਨੂੰ ਕੰਮ ਵੀ ਕਰਨਾ ਹੈ, ਉਹਨੇ ਸਕੂਲ ਦੀਆਂ ਅਸਾਈਨਮੈਂਟਸ ਵੀ ਦੇਣੀ ਹੈ ਔਰ ਇੱਥੇ ਰੋਟੀ ਵੀ ਬਣਾਉਣੀ ਹੈ। ਬਿਲਕੁਲ ਬਾਬਾ ਜੀ ਬਿਲਕੁਲ। ਸਟੂਡੈਂਟਸ ਦਾ ਰਹਿਣਾ ਸੋ ਬਹੁਤ ਸਾਰੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਟੂਡੈਂਟਸ ਨੂੰ ਵੀ ਆਪਣੇ ਤੌਰ ਤੇ ਫੇਸ ਕਰਨੀਆਂ ਪੈਂਦੀਆਂ। ਔਰ ਇਹ ਗੱਲ ਬਿਲਕੁਲ ਤੁਸੀਂ ਬੋਬੀ ਜੀ ਸਹੀ ਕਹਿ ਰਹੇ ਹੋ ਕਿ ਕਈ ਵਾਰੀ ਸੰਗਤ ਜਿਹੜੀ ਹੈ ਉਹ ਚੀਜ਼ ਹੋ ਜਾਂਦੀ, ਪਰ ਇਹ ਵੀ ਸਾਰੇ ਸਟੂਡੈਂਟਸ ਇਸ ਕੈਟਾਗਰੀ 'ਚ ਨਹੀਂ ਹੈ, ਕੁਝ ਕੁ ਹੋ ਜਾਂਦੇ ਨੇ। ਪਰ ਫਿਰ ਵੀ ਜੇ ਅਸੀਂ ਪਹਿਲਾਂ ਦੇ ਇੱਥੇ ਆ ਚੁੱਕੇ ਹੋਏ ਹਾਂ ਸੈਟਲ ਨਾਲ, ਤਾਂ ਸਾਡੀ ਜ਼ਿੰਮੇਵਾਰੀ ਬਣਦੀ ਵੀ ਅਸੀਂ ਉਹਨਾਂ ਨੂੰ ਵੀ ਇੱਕ ਚੰਗਾ ਰਸਤਾ ਦਿਖਾਈਏ, ਨਾ ਕਿ ਸਾਰਿਆਂ ਨੂੰ ਇੱਕੋ ਹੀ ਐਂਗਲ ਦੇ ਨਾਲ, ਬੁਰੇ ਐਂਗਲ ਦੇ ਨਾਲ ਜਾਂ ਬੁਰੀ ਨਜ਼ਰ ਦੇ ਨਾਲ ਜਿਹੜੀ ਹੈ ਦੇਖ ਕੇ ਇੱਕ ਪਰਸੈਪਸ਼ਨ ਬਣਾ ਲਈਏ ਕਿ ਸਾਰੇ ਇਸ ਤਰ੍ਹਾਂ ਦੀ ਹੈ। ਮੈਂ ਤੁਹਾਡੀ ਗੱਲ ਬਿਲਕੁਲ ਸਮਝ ਗਈ। ਥੈਂਕ ਯੂ ਸੋ ਮਚ ਬੋਬੀ ਜੀ ਨਾਲ ਜੁੜਨ ਦੇ ਲਈ। ਸਮਾਂ ਜਿਹੜਾ ਅੱਗੇ ਬਹੁਤ ਸਾਡੇ ਕੋਲ ਘੱਟ ਹੈ। ਮੈਂ ਇਹਨਾਂ ਸਟੂਡੈਂਟਸ ਦੇ ਕੋਲੋਂ ਵੀ ਲਾਸਟ ਕਮੈਂਟ ਲੈਣਾ ਚਾਹਾਂਗੀ। ਗੁਰਵਿੰਦਰ, ਜਿਵੇਂ ਕਿ ਸਾਡੇ ਕਈ ਕਾਲਰ ਔਰ ਉਹ ਲੋਕ ਨੇ ਜਿਹੜੇ ਬਹੁਤ ਸਾਲਾਂ ਤੋਂ ਇੱਥੇ ਆ ਕੇ ਬੈਠੇ ਹੋਏ ਨੇ, ਜਿਹੜੇ ਅੱਜ ਤੁਹਾਡੀ ਬਾਹ ਫੜਨ ਲਈ ਵੀ ਤਿਆਰ ਹੈ, ਤੁਹਾਡੇ ਨਾਲ ਜਿਹੜਾ ਉਹ ਖੜਨ ਲਈ ਤਿਆਰ ਹੈਗੇ ਨੇ, ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਵੀ ਤਿਆਰ ਨੇ। ਕੁਝ ਸੁਜੈਸ਼ਨਸ ਹੈ ਉਹ ਲੋਕ ਪਹਿਲਾਂ ਦੇ ਆਏ ਹੋਏ ਨੇ ਜਿਹੜੇ ਉਹ ਸਟੂਡੈਂਟਸ ਨੂੰ ਦਿੰਦੇ ਨੇ, ਔਰ ਸੁਜੈਸ਼ਨ ਲੈਣ ਦੇ ਵਿੱਚ ਕੋਈ ਆਈ ਥਿੰਕ ਮਾੜਾ ਕੁਝ ਨਹੀਂ ਹੁੰਦਾ। ਤੁਸੀਂ ਅਖੀਰ ਦੇ ਵਿੱਚ ਗੁਰਵਿੰਦਰ ਕੀ ਕਹਿਣਾ ਚਾਹੋਗੇ? ਦੀਪਾਕਸ਼ੀ, ਮੈਂ ਤੁਹਾਡੇ ਤੋਂ ਵੀ ਇਸ ਦਾ ਕਮੈਂਟ ਲੈਣਾ ਚਾਹਾਂਗੀ। ਗੁਰਵਿੰਦਰ। ਹਾਂਜੀ, ਉਹ ਸਹੀ ਗੱਲ ਆ ਉਹਨਾਂ ਦੀ, ਜਿਵੇਂ ਕਹਿ ਰਿਹਾ ਉਹ ਵੀ ਹਨਾ, ਚੰਗੇ ਮਾੜੇ ਲੋਕ ਹਰੇਕ ਕਿਤੇ ਹੋਣਗੇ, ਗੋਰਿਆਂ ਦੇ ਵਿੱਚ ਵੀ ਹੋਣਗੇ, ਪੰਜਾਬੀਆਂ ਦੇ ਵਿੱਚ ਵੀ ਹੋਣਗੇ, ਤੇ ਜਿਹੜੇ ਇੱਥੇ ਸੈਟ ਹੋਏ ਹੋਏ ਆ ਉਹਨਾਂ ਦੇ ਵਿੱਚ ਵੀ ਹੋਣਗੇ ਜੀ। ਤੇ ਐਂਡ ਦੇ ਉੱਤੇ ਤਾਂ ਅਸੀਂ ਮਤਲਬ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਆਪਾਂ ਇਹ ਸਾਰਾ ਕੁਝ, ਕਿਉਂਕਿ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ, ਅਸੀਂ ਉਹ ਮੇਨ ਮੁੱਦਾ ਇਹੀ ਹੈ ਵੀ ਅਸੀਂ ਸਾਡਾ ਜਿਹੜਾ ਬੱਚਿਆਂ ਦਾ, ਜਿਨ੍ਹਾਂ ਦੀ ਸਟੱਡੀ ਕੰਪਲੀਟ ਹੋਣ ਵਾਲੀ ਹੈ ਉਹਨਾਂ ਦੀ ਸਟੱਡੀ ਕੰਪਲੀਟ ਕਰਵਾਈ ਜਾਵੇ, ਤੇ ਜਿਨ੍ਹਾਂ ਨੂੰ ਰਿਫੰਡ ਦੇਣਾ ਬੱਚਿਆਂ ਨੂੰ ਉਹਨਾਂ ਨੂੰ ਫੁੱਲ ਰਿਫੰਡ ਦਿੱਤਾ ਜਾਵੇ, ਨਾ ਕਿ ਉਹਨਾਂ ਨੂੰ ਕੋਈ ਕੰਪਰੋਮਾਈਜ਼ ਲਾ ਲਓ ਜਾਂ ਕੁਝ ਵੀ ਕੱਟ ਕਟਾ ਕੇ ਹਨਾ। ਕਿਉਂਕਿ ਅਸੀਂ ਇੰਨੇ ਹੈਰਾਨ ਕਰ ਦਿੱਤੇ, ਬੱਚੇ ਕਹਿੰਦੇ ਨੇ ਵੀ ਹਾਂ ਸਾਨੂੰ ਜਿੰਨਾ ਵੀ ਆਉਂਦਾ ਉਹਨਾਂ ਵੀ ਦੇ ਦਿਓ, ਕਿਉਂਕਿ ਉਹ ਇੱਕ ਇਹਨਾਂ ਦਾ ਪੋਜ਼ਿਟਿਵ ਪੁਆਇੰਟ ਹੋ ਜਾਣਾ ਕਾਲਜ ਵਾਲਿਆਂ ਦਾ, ਕੰਪਰੋਮਾਈਜ਼ ਉਹਨਾਂ ਨੇ ਲਿਖਤਾ ਹਨਾ। ਪਰ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਪੂਰਾ ਰਿਫੰਡ ਹੋਵੇ, ਕਿਉਂਕਿ ਉਹਨਾਂ ਨੇ ਇੰਨਾ ਟਾਈਮ ਖਰਾਬ ਕਰਿਆ। ਕੰਪਨਸੇਸ਼ਨ ਮਿਲਣੀ ਚਾਹੀਦੀ ਹੈ, ਪਰ ਚਲੋ ਕੰਪਨਸੇਸ਼ਨ ਜੇ ਨਹੀਂ ਵੀ ਦਿੰਦੇ ਹੈਗੇ ਤਾਂ ਉਹਨਾਂ ਨੂੰ ਫੁੱਲ ਰਿਫੰਡ ਦਿੱਤਾ ਜਾਵੇ। ਤੇ ਜਿੰਨੇ ਇੱਥੇ ਸੈਟਲਡ ਹੈ, ਜਿਨ੍ਹਾਂ ਦੀ ਪਹੁੰਚ ਹੈਗੀ ਆ, ਤੇ ਅਸੀਂ ਇਹ ਟੀਵੀ ਦੇ ਰਾਹੀਂ ਅਸੀਂ ਉਹਨਾਂ ਲੋਕਾਂ ਤੱਕ ਹੀ ਹਨਾ, ਜਿਹੜੇ ਇੱਥੇ ਹੈਗੇ ਆ, ਵੀ ਸਾਨੂੰ ਪ੍ਰੋਪਰਲੀ ਸਾਨੂੰ ਗਾਈਡ ਕੀਤਾ ਜਾਵੇ, ਸਾਡੀ ਮਦਦ ਕੀਤੀ ਜਾਵੇ, ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜਿੰਨੇ ਵੀ ਸਟੂਡੈਂਟ ਇੱਥੇ ਹੈਗੇ ਆ, ਠੀਕ ਹੈ ਨਾ। ਰਿਗਾਰਡਲੈਸ ਕਿ ਕੋਈ ਅਸੀਂ ਦੂਜੇ ਮੁੱਦਿਆਂ ਤੇ ਜਾਈਏ ਵੀ ਅਸੀਂ ਇਹ ਸਟੂਡੈਂਟ ਇਹ ਕਰਦੇ ਆ, ਉਹਨਾਂ ਨੂੰ ਛੱਡ ਕੇ ਇੱਕ ਇਨਸਾਨੀਅਤ ਤੌਰ ਤੇ ਸਾਡੇ ਨਾਲ ਆਉਣਾ ਚਾਹੁੰਦਾ ਚਾਹੀਦਾ। ਬਿਲਕੁਲ ਦੀਪਾਕਸ਼ੀ, ਇਸ ਵੇਲੇ ਲੋਕ ਨੋ ਡਾਊਟ ਤੁਹਾਡੇ ਨਾਲ ਵੀ ਖੜੇ ਹੋਏ ਨੇ। ਅਖੀਰ ਦੇ ਵਿੱਚ ਜਿਹੜਾ ਉਹ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਇਸ ਵੇਲੇ?
ਮੈਂ ਇਹੀ ਕਹਿਣਾ ਚਾਹੂੰਗੀ ਕਿ ਵੱਧ ਤੋਂ ਵੱਧ ਲੋਕੀ ਜਿਹੜੇ ਇੱਥੇ ਪੱਕੇ ਹੈਗੇ ਆ ਉਹ ਸਾਡੇ ਨਾਲ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਆਪਣੇ ਆਪਣੇ ਲੈਵਲ ਤੱਕ ਹਰ ਬੰਦਾ ਇਸ ਚੀਜ਼ ਨੂੰ ਗਵਰਨਮੈਂਟ ਤੱਕ ਲੈ ਕੇ ਜਾਏ, ਉਹਨਾਂ ਦੀ ਨਜ਼ਰ 'ਚ ਇਹ ਚੀਜ਼ ਲੈ ਕੇ ਆਏ ਕਿ ਸਟੂਡੈਂਟ ਜੋ ਹੈ ਇਸ ਟਾਈਮ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਹੈ, ਇੰਟਰਨੈਸ਼ਨਲ ਲੈਵਲ ਤੇ ਗੱਲ ਹੋ ਰਹੀ ਹੈ ਤੇ ਉਹਨਾਂ ਦੀ ਬਾਂਹ ਫੜੀ ਜਾਣੀ ਚਾਹੀਦੀ। ਜੀ ਬਿਲਕੁਲ। ਜਸਪ੍ਰੀਤ, ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਆ ਕਿ ਸਾਨੂੰ ਜ਼ਿਆਦਾ ਮੁੱਦੇ ਨਹੀਂ ਹੁਣ ਚੁੱਕਣੇ ਚਾਹੀਦੇ। ਜਿਹੜਾ ਮੇਨ ਮੁੱਦਾ ਸਾਨੂੰ ਪਹਿਲੇ ਉਹ ਸੋਲਵ ਕਰਨਾ ਚਾਹੀਦਾ ਆ। ਜਿੱਦਾਂ ਕਿ ਸਾਡੇ ਕੋਲਰ ਕਹਿ ਰਹੇ ਆ ਕਿ ਬੱਚੇ ਨਹੀਂ ਸਹੀ ਹੈਗੇ, ਉਹ ਤੇ ਆਪਾਂ ਬਾਅਦ ਵਿੱਚ ਵੀ ਨਿਪਟਾ ਸਕਦੇ, ਉਹ ਸਾਡੀ ਆਪਣਾ ਪ੍ਰੋਬਲਮ ਹੈ। ਇਹ ਜਿਹੜਾ ਸਾਡੀ ਹੁਣ ਮੇਨ ਜਿਹੜਾ ਗਵਰਨਮੈਂਟ ਦੇ ਨਾਲ ਪ੍ਰੋਬਲਮ ਚੱਲ ਰਹੀ, ਸਾਨੂੰ ਪਹਿਲੇ ਇਹਨੂੰ ਸੋਲਵ ਕਰਨਾ ਚਾਹੀਦਾ ਹੈ। ਜੇ ਆਪਾਂ ਉਹ ਮੁੱਦਿਆਂ ਵੱਲ ਧਿਆਨ ਦਿੱਤਾ ਤੇ ਕਈ ਜਿਹੜੇ ਬੱਚੇ ਸਾਡੇ ਨਾਲ ਟੁੱਟ ਜਾਣਗੇ, ਜਿਹੜਾ ਪ੍ਰੋਟੈਸਟ ਜਿਹੜਾ ਛੋਟਾ ਹੋ ਜਾਏਗਾ। ਇਸ ਕਰਕੇ ਸਾਨੂੰ ਵੀ ਯੂਨਾਈਟ ਹੋਣਾ ਚਾਹੀਦਾ ਆ ਤੇ ਇੱਕੋ ਮੁੱਦੇ ਤੇ ਹੀ ਲੜਨਾ ਚਾਹੀਦਾ ਆ। ਬਿਲਕੁਲ। ਗੈਰੀ, ਤੁਸੀਂ ਕੀ ਕਹਿਣਾ ਚਾਹੋਗੇ? ਇਸ ਵੇਲੇ ਤੁਸੀਂ ਤਾਂ ਸਾਰੇ ਜਿਹੜੇ ਇੰਡੀਅਨ ਉੱਥੇ ਸਟੂਡੈਂਟਸ ਹੈਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਦੇਖ ਰਹੇ ਹੋ, ਉਹਨਾਂ ਦੇ ਪੇਰੈਂਟਸ ਨਾਲ ਵੀ ਮੁਖਾਤਿਬ ਹੋ ਰਹੇ ਹੋ, ਗਵਰਨਮੈਂਟ ਦੇ ਨਾਲ ਵੀ ਤੁਸੀਂ ਆਪਣੇ ਲੈਵਲ ਦੇ ਉੱਤੇ ਗੱਲਬਾਤ ਕਰ ਰਹੇ ਹੋ। ਮੈਂ ਮੈਮ ਲਾਸਟ 'ਚ ਇਹੀ ਕਹੂੰਗਾ ਕਿ ਲਾਈਕ ਹੁਣ ਅਸੀਂ ਇੰਡੀਆ ਬੈਠ ਕੇ ਕੈਨੇਡਾ ਗਵਰਨਮੈਂਟ ਨਾਲ ਮੱਥਾ ਤਾਂ ਲਾ ਨਹੀਂ ਸਕਦੇ ਔਰ ਨਾ ਹੀ ਉੱਥੇ ਵੀ ਲਾਈਕ ਪ੍ਰੋਟੈਸਟ ਕਰ ਸਕਦੇ ਹਾਂ। ਸੋ ਸਾਡੀ ਇਸ ਚੈਨਲ ਦੇ ਥਰੂ ਜਾਂ ਕਿਸੇ ਹੋਰ ਵੀ ਮੀਡੀਆ ਦੇ ਥਰੂ ਇਹੀ ਕੋਸ਼ਿਸ਼ ਹੈਗੀ ਇੰਡੀਅਨ ਹਿਸਟਰੀ ਤੱਕ, ਇੰਡੀਅਨ ਗਵਰਨਮੈਂਟ ਤੱਕ ਗੱਲ ਪਹੁੰਚੇ, ਇਹ ਮੁੱਦਾ ਹਾਈਲਾਈਟ ਹੋਵੇ ਜਿੰਨਾ ਹੋ ਸਕਦਾ ਹੈ ਔਰ ਉਹ ਸਾਡੇ ਬਿਹਾਫ 'ਤੇ ਕੈਨੇਡੀਅਨ ਗਵਰਨਮੈਂਟ ਨਾਲ ਗੱਲ ਕਰੇ। ਇਹ ਜਿਹੜੀਆਂ ਸਾਡੀਆਂ ਮੇਨ ਡਿਮਾਂਡਸ ਹੈਗੀਆਂ ਕਿ ਜਿਨ੍ਹਾਂ ਸਟੂਡੈਂਟਸ ਦੀ ਸਟੱਡੀ ਫਿਨਿਸ਼ ਹੋ ਚੁੱਕੀ ਹੈ ਉਹਨਾਂ ਨੂੰ ਵਰਕ ਪਰਮਿਟ ਮਿਲੇ, ਜਿਨ੍ਹਾਂ ਦੀ ਸਟੱਡੀ ਹਲੇ ਮਤਲਬ ਸਟਾਰਟ ਹੋਈ ਸੀ ਜਾਂ ਇਨ ਬਿਟਵੀਨ ਹੈਗੀ ਆ ਉਹਨਾਂ ਨੂੰ ਦੂਸਰੇ ਕਾਲਜਿਸ 'ਚ ਟ੍ਰਾਂਸਫਰ ਕੀਤਾ ਜਾਵੇ ਔਰ ਜਿਹੜੇ ਇੰਡੀਆ ਬੈਠੇ ਸਟੂਡੈਂਟ ਆ ਉਹਨਾਂ ਨੂੰ ਪੂਰਾ ਰਿਫੰਡ ਮਿਲੇ। ਇਹੀ ਸਾਡਾ ਮੇਨ ਕੰਸਰਨ ਹੈਗਾ ਔਰ ਇਸ ਤੋਂ ਇਲਾਵਾ ਮਤਲਬ ਕੋਈ ਐਕਸਟਰਾ ਉਹ ਕੋਈ ਸਾਡਾ ਮੁੱਦਾ ਨਹੀਂ ਹੈਗਾ। ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਸਟੂਡੈਂਟਸ ਦਾ ਨਾਲ ਜੁੜਨ ਦੇ ਲਈ। ਗੈਰੀ ਸ਼ੁਕਰੀਆ, ਦੀਪਾਕਸ਼ੀ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ ਬਹੁਤ ਬਹੁਤ ਸ਼ੁਕਰੀਆ ਨਾਲ ਜੁੜੇ ਔਰ ਉਮੀਦ ਕਰਦੇ ਹਾਂ ਜਲਦੀ ਹੀ ਤੁਹਾਡੇ ਇਸ ਮਸਲੇ ਦਾ ਜਿਹੜਾ ਹੱਲ ਜ਼ਰੂਰ ਹੋਏਗਾ। ਹਾਂਜੀ, ਸ਼ੁਕਰੀਆ ਮੈਮ ਤੁਹਾਡਾ ਵੀ ਸਾਨੂੰ ਇੱਥੇ ਬੁਲਾਉਣ ਵਾਸਤੇ, ਸਾਡੀ ਗੱਲ ਅੱਗੇ ਰੱਖਣ ਵਾਸਤੇ। ਜੀ ਥੈਂਕ ਯੂ। ਸੋ ਇਸ ਵੇਲੇ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਹੈ ਉਹ ਸਾਡੇ ਨਾਲ ਜੁੜੇ ਹੋਏ ਸੀ ਔਰ ਤਮਾਮ ਤੌਰ ਦੇ ਉੱਤੇ ਇਹਨਾਂ ਵਿਦਿਆਰਥੀਆਂ ਨੇ ਆਪਣੀ ਜਿਹੜੀ ਸਾਰੀ ਗੱਲਬਾਤ ਰੱਖੀ ਹੈ। ਇਸ ਵੇਲੇ ਵੱਡੇ ਧੋਖੇ ਦਾ ਸ਼ਿਕਾਰ ਹੋਏ ਨੇ ਜਿਹਦੇ ਵਿੱਚ ਸਾਨੂੰ ਸਾਰਿਆਂ ਦੀ ਇਸ ਵੇਲੇ ਜ਼ਿੰਮੇਵਾਰੀ ਬਣਦੀ, ਖਾਸ ਤੌਰ 'ਤੇ ਜਿਹੜੇ ਪਹਿਲਾਂ ਤੋਂ ਇੱਥੇ ਲੋਕ ਆ ਕੇ ਵਸ ਚੁੱਕੇ ਨੇ, ਜਿਨ੍ਹਾਂ ਨੇ ਪੂਰੇ ਕੈਨੇਡੀਅਨ ਗਰਾਊਂਡ ਨੂੰ ਬੜੇ ਹੀ ਬਾਰੀਕੀ ਦੇ ਨਾਲ ਦੇਖਿਆ ਹੋਇਆ, ਉਹਨਾਂ ਤੋਂ ਵੀ ਉਹ ਖਾਸ ਤੌਰ 'ਤੇ ਅਪੀਲ ਇਸ ਵੇਲੇ ਕਰ ਰਹੇ ਨੇ ਕਿ ਜਿਹੜੇ ਬਾਕੀ ਦੇ ਸਾਰੇ ਮੁੱਦੇ ਨੇ ਸਟੂਡੈਂਟਸ ਨਾਲ ਜੁੜੇ ਕੋਈ ਵੀ ਇਸ਼ੂ ਹੈਗੇ ਨੇ ਉਹ ਇਸ ਵੇਲੇ ਇੱਕ ਸਾਈਡ ਦੇ ਉੱਤੇ ਰੱਖ ਕੇ ਉਹਨਾਂ ਦੀ ਬਾਂਹ ਫੜਨ, ਉਹਨਾਂ ਦੇ ਨਾਲ ਖੜਨ, ਕਿਉਂਕਿ ਇਸ ਵੇਲੇ ਇਹ ਵਾਕਈ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ। ਕਟਹਿਰੇ ਦੇ ਵਿੱਚ ਇਸ ਵੇਲੇ ਕੈਨੇਡੀਅਨ ਸਰਕਾਰ ਵੀ ਆ ਰਹੀ ਹੈ, ਉਹ तमाम ਕੰਸਲਟੈਂਟ ਵੀ ਆ ਰਹੇ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਗਲਤ ਤਰੀਕੇ ਨਾਲ ਗਾਈਡ ਕੀਤਾ, ਉਹਨਾਂ ਕਾਲਜਸ ਦੇ ਵਿੱਚ ਐਡਮਿਸ਼ਨ ਦਵਾਈ ਜਿਨ੍ਹਾਂ ਦੇ ਪ੍ਰੋਪਰ ਤੌਰ ਦੇ ਉੱਤੇ ਪਹਿਲਾਂ ਹੀ ਕਈ ਤਰ੍ਹਾਂ ਦੇ ਸਵਾਲ ਉੱਠ ਚੁੱਕੇ ਹੋਏ ਸੀਗੇ ਸਿਰਫ ਆਪਣੇ ਪੈਸੇ ਕਮਾਉਣ ਦੇ ਲਈ। ਅਤੇ ਇਸ ਵੇਲੇ ਕਟਹਿਰੇ ਦੇ ਵਿੱਚ ਖੜੇ ਸਰਕਾਰ ਅਤੇ ਜਿਹੜੇ ਕੰਸਲਟੈਂਟ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਜਾ ਰਹੀ ਵੀ ਹੁਣ ਜਿਹੜੀ ਇਹਨਾਂ ਦੀ ਖੱਜਲ ਖੁਆਰੀ ਵਿਦਿਆਰਥੀਆਂ ਦੇ ਸਿਰ 'ਤੇ ਪੈ ਗਈ ਹੈ, ਇਹਨਾਂ ਦੀ ਬਾਂਹ ਫੜੀ ਜਾਵੇ, ਕਿਸੇ ਤਰੀਕੇ ਨਾਲ ਵੀ ਇਹਨਾਂ ਦੇ ਇਸ਼ੂ ਨੂੰ ਹੱਲ ਕੀਤਾ ਜਾਵੇ, ਕਿਉਂਕਿ ਅੱਗੇ ਆਉਣ ਵਾਲੇ ਹੋਰ ਵੀ ਬਹੁਤ ਸਾਰੇ ਸਟੂਡੈਂਟਸ ਹੈਗੇ ਨੇ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਸੋਚ ਰਹੇ ਨੇ ਪਰ ਡਰਨ ਵੀ ਲੱਗੇ ਨੇ। ਸੋ ਇਸ ਮੁੱਦੇ ਨੂੰ ਜਲਦੀ ਸੋਲਵ ਹੋਣਾ ਜ਼ਰੂਰੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਕੀਲ ਨੇ ਇਸ ਮੁੱਦੇ ਨਾਲ ਜੁੜੇ ਜਾਂ MP MLAs ਨੇ ਉਹਨਾਂ ਨਾਲ ਵੀ ਇਸ ਸੰਬੰਧੀ ਅਸੀਂ ਗੱਲਬਾਤ ਕਰ ਸਕੀਏ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।